ਨਿਰਵਾਣ ਪਦ ਦੀ ਪ੍ਰਾਪਤੀ ਨਹਿ ਕਰਮ ਤੇ ਨਹਿ ਕੇਵਲ ਕਿਵੇਂ ਹੋਈਦਾ ਹੈ। ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨੌਨਿਧ ਪਾਏ ਤ੍ਰੈ ਗੁਣ ਮੇਟ ਸਮਾਵਣਿਆ। ਹਉਮੈ ਕਰੈ ਨਹਿ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹਉਮੈ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈ ਨਿਤ ਗੁਰਮੁਖ ਹੋਈ ਇਸ਼ਨਾਨ ਕਰੈ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ। ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਉਮੈ ਮਾਰ ਅਹਨਿਸ ਪ੍ਰੀਤ ਸ਼ਬਦ ਸਾਚੈ ਹਰ ਸਰ ਵਾਸਾ ਪਾਵਣਿਆ। ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ। ਰਤਨ ਪਦਾਰਥ ਕਰਤੇ ਪਾਇਆ ਪੂਰਾ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ। ਆਪ ਉਪਾਏ ਤੈ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ। ਮਾਝ ਮਹਲਾ ਤੀਜਾ। ਵਿਆਖਿਆ। ਨਹਿ ਕਰਮੀ ਪੁਰਸ਼ ਸੋ ਹੈ ਜੋ ਹੋਰ ਕਰਮਾਂ ਨੂੰ ਛੱਡ ਕੇ ਕੇਵਲ ਸ਼ਬਦ ਅਭਿਆਸ ਕਮਾਈ ਰੂਪੀ ਕਰਮ ਹੀ ਕਮਾਉਂਦਾ ਹੈ। ਤਿਸ ਗੁਰਮੁਖ ਜਨ ਨੂੰ ਹੋਰ ਆਨਮਤ ਕਰਮਾਂ ਦੇ ਕਰਨ ਦੀ ਕੋਈ ਮੁਛੰਦਗੀ ਨਹੀਂ ਰਹਿੰਦੀ ਕਿਉਂਕਿ ਗੁਰਮਤ ਕਰਮ ਸ਼ਬਦ ਅਭਿਆਸ ਕਮਾਈ ਕਰਕੇ ਉਸ ਦੇ ਅੰਤਰ ਆਤਮੇ ਤਤੋ ਤਤ ਨੂਰ ਜ਼ਹੂਰ ਪਜ਼ੀਰ ਹੋ ਜਾਂਦਾ ਹੈ। ਤਿਸ ਨੂਰ ਜ਼ਹੂਰੀ ਪ੍ਰਚੰਡ ਗਿਆਨ ਜੋ ਤੰਡ ਦੇ ਪਾਰਸ ਭੂਤੀ ਪ੍ਰਤਾਪ ਕਰ ਉਸ ਦੀ ਹਉਮੈ ਦਾ ਅਭਾਵ ਹੋ ਜਾਂਦਾ ਹੈ। ਹਉਮੈ ਉੱਕੀ ਹੀ ਮਰ ਜਾਂਦੀ ਹੈ। ਉਸ ਨੂੰ ਇਹ ਅਹਿਸਾਸ ਵੀ ਨਹੀਂ ਰਹਿੰਦਾ ਕਿ ਮੈਂ ਕਰਮ ਕਰਦਾ ਹਾਂ। ਕਰਮ ਕਰਤ ਹੋਵੈ ਨਹਿ ਕਰਮ ਦਾ ਭਾਵ ਵੀ ਇਹੀ ਹੈ। ਨਹਿ ਕਰਮ ਪਦ ਦੇ ਇਹ ਅਰਥ ਕਿ ਕਰਮ ਕਰਦਾ ਹੋਇਆ ਕਰਮਾਂ ਦੇ ਫਲ ਦੀ ਆਸਾ ਇੱਛਾ ਜੋ ਨਹੀਂ ਰੱਖਦਾ ਸੋ ਨਹਿ ਕਰਮੀ ਹੈ। ਉੱਪਰਲੇ ਗੁਰਭਾਵ ਦੀ ਕਸੌਟੀ ਅਨੁਸਾਰ ਵਿਪਰਜੇ ਹੈ। ਕੀਤੇ ਕਰਮਾਂ ਦੀ ਫਲ ਵਾਂਛਾ ਨਾ ਰੱਖਣ ਵਾਲੇ ਅਰਥ ਨਹਿ ਕਰਮ ਕਰਮ ਦੇ ਹਨ ਨਾ ਕਿ ਨਹਿ ਕਰਮੀ ਦੇ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਨਹਿ ਕਰਮੀ ਕਰਮ ਕਮਾਉਣ ਹਾਰੇ ਨੂੰ ਜਦ ਕਰਮ ਦੇ ਕਰਨ ਦਾ ਅਹਿਸਾਸ ਸੂਖਮ ਮਾਤਰ ਅਹੰਕਾਰ ਹੀ ਨਹੀਂ ਰਹਿੰਦਾ ਤਾਂ ਉਸਨੇ ਫਲ ਕੀ ਬਾਂਛਣਾ ਸੀ। ਹੋਰਨਾਂ ਕਰਮਾਂ ਦੇ ਕਰਨ ਹਾਰਿਆਂ ਨੂੰ ਤਾਂ ਬਾਂਛਾ ਫੁਰਦੀ ਹੈ ਕਿਉਂਕਿ ਉਹ ਕਰਮ ਹੀ ਬਾਂਛਾ ਪੂਰਤ ਕੀਤੇ ਜਾਂਦੇ ਹਨ। ਤਿਨਾਂ ਆਨਮਤ ਕਰਮ ਕਰਨ ਹਾਰਿਆਂ ਦੀ ਅਹੰਗਮਤ ਨਹੀਂ ਮਿਟਦੀ ਨਾ ਹੀ ਬਾਂਛਾ ਦੂਰ ਹੁੰਦੀ ਹੈ। ਗੁਰਮਤ ਸ਼ਬਦ ਅਭਿਆਸ ਕਮਾਈ ਕਰਨ ਹਾਰੇ ਗੁਰਮੁਖ ਜਨਾਂ ਦਾ ਕਰਮ ਹੀ ਅਹੰਗਮਤ ਅਭਾਵੀ ਕਰਮ ਹੈ। ਹਉਮੈ ਮੇਟਣ ਹਾਰਾ ਕਰਮ ਹੈ। ਹਉਮੈ ਮਨਸਾਵੀ ਵਾਸ਼ਨਾ ਦਾ ਸੰਕਲਪ ਹੀ ਉਸ ਨੂੰ ਨਹੀਂ ਉਪਜਦਾ ਫੁਰਨਾ ਹੀ ਨਹੀਂ ਫੁਰਦਾ। ਸ਼ਬਦ ਅਭਿਆਸ ਕਮਾਈ ਵਾਲਾ ਗੁਰਮਤ ਨਹਿ ਕਰਮੀ ਕਰਮ ਤ੍ਰੈਗੁਣੀ ਮਾਇਆ ਮਮਤਾ ਦੇ ਮਨੋਰਥਾਂ ਨੂੰ ਸੁਤੇ ਸੁਭਾਵ ਹੀ ਮੇਟਣ ਹਾਰਾ ਹੈ। ਗੁਰਮਤ ਸ਼ਬਦ ਅਭਿਆਸ ਕਮਾਈ ਦੇ ਕਰਮ ਨਹਿ ਕਰਮੀ ਜਨ ਨੂੰ ਇਸ ਨਹਿ ਕਰਮ ਕਰਮ ਦੀ ਪਾਰਸ ਕਮਾਈ ਦੁਆਰਾ ਘਟ ਅੰਤਰ ਜੋਤੀਸ਼ ਜੋਤ ਪ੍ਰਗਟਨਾ ਅਦਭੁਤ ਅਤੇ ਅਲੌਕਿਕ ਨਾਮ ਪਦਾਰਥ ਹੀ ਤਤ ਨਵਨਿਧ ਸਰੂਪ ਹੈ। ਪ੍ਰਸਿੱਧ ਨੌ ਨਦੀਆਂ ਦੀ ਨੇਮਤ ਤੋਂ ਅਪਰ ਅਪਾਰ ਅਮਰ ਅਮੋਲ ਨੇਮਤ ਵਾਲਾ ਹੈ। ਜੋ ਕਰਮ ਕਰਕੇ ਹਉ ਹਉ ਮੈਂ ਕਰਦਾ ਹੈ ਮੈਂ ਕਰਮ ਕੀਤੇ ਹਉ ਕਰਮਾਂ ਦੇ ਕਰਨ ਹਾਰਾ ਹਾਂ ਉਹ ਨਹਿ ਕਰਮੀ ਨਹੀਂ ਹੋ ਸਕਦਾ। ਗੁਰਮਤ ਨਹਿ ਕਰਮ ਪਦ ਦੀ ਗੁਰਮਤ ਡੈਫੀਨੇਸ਼ਨ ਅਨੁਸਾਰ ਉਹ ਨਹਿ ਕਰਮੀ ਹੀ ਨਹੀਂ ਕਹਾ ਸਕਦਾ। ਕਰਮਾਂ ਦੇ ਫਲ ਬਾਂਛਣ ਹਾਰਾ ਵੀ ਨਹਿ ਕਰਮੀ ਨਹੀਂ ਸਦਾ ਸਕਦਾ। ਗੁਰਮਤ ਨਹਿ ਕਰਮ ਕਰਮ ਕਰਨ ਹਾਰੇ ਦੀ ਹਉਮੈ ਗੁਰ ਪ੍ਰਸਾਦੀ ਹੀ ਖੋਈ ਜਾਂਦੀ ਹੈ। ਸਤਿਗੁਰੂ ਦੀ ਬਖਸ਼ੀ ਗੁਰ ਦੀਖਿਆ ਦੇ ਪਾਰਸ ਪ੍ਰਭੂਤੀ ਪ੍ਰਤਾਪ ਨਾਲ ਹਉਮੈ ਰਹਿੰਦੀ ਹੀ ਨਹੀਂ। ਜਿਸ ਨਹਿ ਕਰਮ ਕਰਮੀ ਗੁਰਮੁਖ ਜਨ ਨੇ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਢੰਡੋਲੀ ਵਾਲਾ ਵਾਹਿਗੁਰੂ ਜੋਤ ਪ੍ਰਚੰਡਨੀ ਵਿਵੇਕ ਅੰਤਰ ਆਤਮੇ ਢੰਡੋਲਿਆ ਪ੍ਰਚੰਡੋਲਿਆ ਹੈ। ਉਹ ਇਸੇ ਗੁਰ ਗਿਆਨ ਪ੍ਰਚੰਡਨੀ ਵਿਵੇਕ ਦੀ ਅੰਮ੍ਰਿਤ ਰਸ ਰਸਾਰਨੀ ਜੋਤ ਰਹਸ ਪ੍ਰਗਟਾਰਨੀ ਹਜ਼ ਆਨੰਦ ਮਸਤੀ ਵਿੱਚ ਹੀ ਮਸਤੁਲ ਮਸਤ ਰਹਿੰਦਾ ਹੈ। ਇਹੀ ਗੁਰਮਤ ਵਿਵੇਕੀ ਜਨ ਦਾ ਆਪਾ ਵਿਚਾਰਨੀ ਵਿਵੇਕ ਹੈ। ਕੈਸਾ ਅਲੌਕਿਕ ਅਤ ਨਿਰਮੋਲਕ ਵਿਵੇਕ ਹੈ। ਗੁਰਮੁਖ ਨਹਿ ਕਰਮੀ ਜਨ ਹਜ਼ ਦੇ ਆਨੰਦ ਉਲਾਸੀ ਜੋਸ਼ ਵਲਵਲੇ ਆਪਣੇ ਅੰਤਰ ਆਤਮੇ ਨਿਰਖਦੇ ਨਿਹਾਰਦੇ ਹੋਏ ਗੁਰਬਾਣੀ ਦੇ ਸ਼ਬਦਾਂ ਗੁਰ ਸ਼ਬਦਾਂ ਦਾ ਜੋ ਕੀਰਤਨ ਕਰਦੇ ਹਨ
ਉਹ ਅਤਿਅੰਤ ਹੀ ਮਹਾ ਆਨੰਦ ਹੁਲਾਸੀ ਕ੍ਰਿਸ਼ਮ ਕਲਾ ਵਾਲਾ ਹੁੰਦਾ ਹੈ। ਉਹ ਕੀਰਤਨ ਕੀ ਕਰਦੇ ਹਨ, ਅਮਿਓ ਸਰੋਵਰ ਹਰ ਸਰ ਸਾਗਰ ਵਿੱਚ ਚੁੱਭੇ ਮਾਰ-ਮਾਰ, ਰੋਮ ਰੋਮ ਅੰਦਰ ਅਮੀ ਰਸ ਨੂੰ ਪ੍ਰਵੇਸ਼ ਕਰ ਕਰ ਅੰਮ੍ਰਿਤ ਦੇ ਗਟਾਕ ਪੁੰਚਦੇ ਹਨ। ਜਿੰਨੇ ਰੋਮ ਸਰੀਰ ਦੇ ਹੁੰਦੇ ਹਨ, ਉਤਨੀਆਂ ਹੀ ਜੀਭਾਂ ਬਣ-ਬਣ ਅੰਮ੍ਰਿਤ ਰਸ ਨੂੰ ਪੀਂਦੀਆਂ ਹਨ। ਉਸ ਦੀ ਸਮੂਹ ਦੇਹੁਰੀ ਕ੍ਰਾਂਤ ਹੀ ਅੰਮ੍ਰਿਤ ਭਿੰਨੀ ਹੋ ਜਾਂਦੀ ਹੈ, ਅੰਮ੍ਰਿਤ ਨਾਲ ਭਿੱਜ ਸਰਿਜ ਜਾਂਦੀ ਹੈ। ਨਿਰੀ ਅੰਮ੍ਰਿਤ ਦੀ ਹੀ ਪੁਤਲੀ ਅੰਮ੍ਰਿਤ ਕਾਇਆ ਰਹਿ ਸੁਖਾਲੀ ਹੋ ਜਾਂਦੀ ਹੈ। ਇਸ ਅੰਮ੍ਰਿਤ ਕਾਇਆ ਤੋਂ ਬਾਰ-ਬਾਰ ਵੀ ਪਾਲ ਸਮੂਹਾ ਸਰਵਰ ਭਰਾ ਅੰਮ੍ਰਿਤ ਸਾਗਰ ਚਾਰ ਚੁਫੇਰੇ ਲਹਿਰਾਂ ਮਾਰਦਾ ਪ੍ਰਤੱਖ ਨਦਰੀ ਆਮਦਾ ਹੈ। ਕਿਨਾਂ ਨੂੰ? ਅਮੀ ਮਜਨੀ ਗੁਰਮੁਖ ਜਨ ਦਿਵ ਦ੍ਰਿਸ਼ਟੇ ਅੰਮ੍ਰਿਤ ਨੈਣਾ ਨੂੰ, ਅੰਮ੍ਰਿਤ ਭਿੰਨੇ ਲੋਇਣਾ ਨੂੰ। ਇਸ ਨਿਰਮਲ ਹਰ ਸਰ ਸਾਗਰ ਵਿੱਚ ਅਮਿਓ ਮਜਨੀ ਹਉਮੈ ਭੰਜਨੀ ਗੁਰਮੁਖ ਜਨ ਦਿਨ ਰਾਤ ਸਦਾ ਸਦਾ ਗੋਤੇ ਲਾ ਲਾ ਕੇ ਚੁੱਭੇ ਮਾਰ ਮਾਰ ਕੇ ਮੱਜਨ ਇਸ਼ਨਾਨ ਕਰਦੇ ਹਨ ਅਤੇ ਹੰਸਲੇ ਸੰਤ ਬਣ ਬਣ ਜੋਤ ਰਸ ਸੁਧਾ ਸੰਪੰਨੇ ਹੀਰੇ ਰਤਨ ਜਵਾਹਰ ਮੋਤੀਆਂ ਦੇ ਗਟਾਕ ਰਸ ਛਾਂਦੇ ਛਿਨ ਛਿਨ ਅਤੇ ਰਜ ਰਜ ਕੇ ਪੁੰਚਦੇ ਹਨ। ਹੰਸ ਸੰਤਲਿਆਂ ਵਾਲੀ ਚੋਗ ਚੁਗਦੇ ਹਨ। ਅਜਿਹੇ ਉੱਪਰ ਵਰਨੇ ਨਹਿ ਕਰਮ ਅਧਿਆਤਮੀ ਗੁਰਮੁਖ ਜਨਾਂ ਦਾ ਹੰਸਾਂ ਸਦਰਸ ਸਾਫ਼ ਸ਼ਫਾਫ ਨਿਰਮਲ ਆਤਮਾ ਜੀਵਾਤਮਾ ਹੰਸ ਰੂਪ ਹੋ ਕੇ ਅਤ ਪ੍ਰੇਮ ਪਿਆਰ ਸਹਿਤ ਨਿਤਾ ਨਿਤ ਸਦਾ ਸਦਾ ਉੱਪਰ ਦਰਸਾਏ ਹਰੀ ਰੂਪ ਅੰਮ੍ਰਿਤ ਸਰੋਵਰ ਤੇ ਹੀ ਵਸਦਾ ਰਸਦਾ ਹੈ। ਹਉਮੈ ਦੀ ਰਾਈ ਵੀ ਉਸ ਦੇ ਅੰਦਰ ਨਹੀਂ ਹੁੰਦੀ, ਨਾ ਹੀ ਰਹਿੰਦੀ ਹੈ। ਦਿਨ ਰਾਤ ਸਦਾ ਸਦਾ ਤਿਨਾਂ ਦੀ ਸੁਰਤੀ ਬਿਰਤੀ ਮਈ ਪ੍ਰੀਤ ਸੱਚੇ ਸ਼ਬਦ ਰੂਪੀ ਹੀਰਾ ਰਤਨ ਦੇ ਚੁੱਗਣ ਵਿੱਚ ਹੀ ਚੁੱਭੀ ਰਹਿੰਦੀ ਹੈ। ਇਹ ਰਤਨ ਪਦਾਰਥ ਹਰ ਸਰ ਵਾਸਾ ਪਾਵਨ ਹਾਰੇ ਗੁਰਮੁਖ ਹੰਸਲਿਆਂ ਗੁਰਮੁਖ ਹੰਸਲੇ ਜਨਾਂ ਨੇ ਆਪਣੇ ਘਟ ਅੰਦਰੋਂ ਘਰ ਤੇ ਹੀ ਪਾਇਆ ਹੈ। ਇਹ ਘਟ ਅੰਦਰ ਲੱਦਾ ਰਤਨ ਪਦਾਰਥ ਤਿਨਾਂ ਨੇ ਗੁਰਦੁਆਰਿਓਂ ਗੁਰ ਦੀਖਿਆ ਮਿਲਣ ਤੇ ਅਤੇ ਉਸ ਸੁਣੀ ਮਿਲੀ ਦ੍ਰਿੜੀ ਗੁਰ ਸ਼ਬਦਮਈ ਗੁਰ ਦੀਖਿਆ ਦੀ ਨਿਹਕਰਮੀ ਅਧਿਆਤਮੀ ਕਰਮ ਕਮਾਈ ਕਰਕੇ ਹੀ ਪਾਇਆ ਹੈ। ਅਗਿਆਨ ਤਿਮਰ ਅੰਧਿਆਰਾ ਤਿਨਾਂ ਦੇ ਅੰਦਰੋਂ ਗੁਰ ਪ੍ਰਸਾਦ ਕਰ ਉੱਕਾ ਹੀ ਮਿਟ ਗਿਆ ਹੈ ਅਤੇ ਗੁਰ ਗਿਆਨ ਪ੍ਰਚੰਡਨੀ ਚਾਨਣ ਹੀ ਚਾਨਣ ਤਿਨਾਂ ਦੇ ਘਟ ਅੰਦਰ ਪ੍ਰਜਵਲਿਤ ਹੋ ਗਿਆ ਹੈ। ਆਪਾ ਪਛਾਨਣ ਆਪਾ ਚੀਨਣ ਨਿਜ ਆਤਮਾ ਦੇ ਪ੍ਰਚੰਡ ਅਧਿਆਤਮੀ ਸਰੂਪ ਦੇ ਲੱਖਣ ਦਾ ਇਹ ਗੁਰਮਤ ਨਿਰਣੇ ਲਕਸ਼ ਭਾਸ਼ ਹੈ। ਸਭ ਨਹਿ ਕਰਮ ਕਮਾਈ ਦੀ ਬਰਕਤ ਹੈ। ਸਭ ਤੋਂ ਉੱਚਾ ਸੁੱਚਾ ਕਰਮ ਨਹਿ ਕੇਵਲ ਕਰਮ ਸ਼ਬਦ ਕਮਾਈ ਵਾਲਾ ਨਹਿ ਕਰਮ ਕਮਾਇਆ ਉੱਚੀ ਤੋਂ ਉੱਚੀ ਪਦਵੀ ਪਾਉਂਦਾ ਹੈ। ਨਹਿ ਕਰਮ ਕਮਾਉਣ ਵਾਲਾ ਗੁਰਮੁਖ ਜਨ। ਨਹੀਂ ਤੇ ਹੋਰ ਜਿਹੇ ਕਿਹੇ ਕਰਮ ਕੋਈ ਕਰਦਾ ਹੈ ਤਿਹੋ ਜਿਹਾ ਫਲ ਉਸ ਨੂੰ ਅੱਗੇ ਜਾ ਕੇ ਮਿਲਦਾ ਹੈ। ਤਿਹੋ ਜਿਹੀ ਕਰਮ ਸਰੂਪੀ ਜਾਤ ਜਨਮੀ ਜੋਨ ਉਸ ਨੂੰ ਮਿਲਦੀ ਹੈ। ਇੱਥੋਂ ਦੇ ਕਰਮ ਕੀਤੇ ਅੱਗੇ ਜਾ ਕੇ ਫਲਦੇ ਹਨ। ਰੂਪ ਜਾਤ ਦਾ ਅਭਿਮਾਨ ਬਿਰਥਾ ਹੈ। ਇਹ ਤਾਂ ਇੱਥੇ ਦੇ ਇੱਥੇ ਹੀ ਰਹਿ ਜਾਂਦੇ ਹਨ। ਜਾਤ ਜਨਮ ਨਹਿ ਪੂਛੀਐ ਸੱਚ ਘਰ ਲੇਹੁ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁਖ ਕਾਟਿਐ ਨਾਨਕ ਛੂਟਸ ਨਾਏ। ਪ੍ਰਭਾਤੀ ਮਹਲਾ ਪਹਿਲਾ। ਨਾਮ ਨਹਿ ਕਾਮ ਹੀ ਸਦਾ ਨਹਿ ਕਰਮੀ ਕਰਮ ਹੈ ਜਿਸ ਦੇ ਇੱਥੇ ਕਮਾਏ ਤੇ ਅੱਗੇ ਨਿਸਤਾਰਾ ਹੁੰਦਾ ਹੈ ਅਤੇ ਜਾਤ ਜੋਨ ਕਰਮਾਂ ਤੋਂ ਛੁਟਕਾਰਾ ਹੁੰਦਾ ਹੈ। ਆਗੇ ਜਾਤ ਰੂਪ ਨਾ ਜਾਏ ਤੇਹਾ ਹੋਵੈ ਜਿਹੇ ਕਰਮ ਕਮਾਏ ਸ਼ਬਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ। ਆਸਾ ਮਹਲਾ ਤੀਜਾ। ਇੱਕ ਸ਼ਬਦ ਕਮਾਈ ਰੂਪੀ ਨਹਿ ਕਰਮ ਕਮਾਈ ਹੀ ਐਸੀ ਹੈ ਜਿਸ ਦੇ ਕੀਤੇ ਤੋਂ ਕਰਮ ਗਤੀ ਤੋਂ ਛੁਟਕਾਰਾ ਹੁੰਦਾ ਹੈ। ਕੇਵਲ ਨਿਸਤਾਰਾ ਹੀ ਨਹੀਂ ਹੁੰਦਾ ਸਗੋਂ ਨਹਿ ਕਰਮੀ ਨਿਸਤਾਰਾ ਹੁੰਦਾ ਹੈ। ਜਿਉਂ-ਜਿਉਂ ਸ਼ਬਦ ਕਮਾਈ ਰੂਪੀ ਨਹਿ ਕਰਮੀ ਕਮਾਈ ਕਰੇਗਾ ਤਿਉਂ-ਤਿਉਂ ਉੱਚੇ ਤੋਂ ਉੱਚੇ ਨਹਿ ਕਰਮ ਆਦਰਸ਼ੀ ਅਰਸ਼ਾਂ ਤੇ ਉਸ ਦਾ ਵਾਸਾ ਹੁੰਦਾ ਜਾਏਗਾ। ਓੜਕ ਸੱਚੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਏਗਾ। ਇੱਥੇ ਇਸ ਲੋਕ ਵਿਖੇ ਸਰੀਰ ਕਰਕੇ ਰੂਪਵੰਤ ਰੂਪ ਸਰੂਪਾ ਅਤੇ ਊਚ ਜਾਤ ਜਨਮਾਂ ਹੋਣ ਦੀ ਜੋ ਕਿਸੇ ਨੂੰ ਵਡਿਆਈ ਮਿਲਦੀ ਹੈ ਤਾਂ ਪਿਛਲੇ ਜਨਮ ਦੇ ਕੀਤੇ ਉਸ ਦੇ ਸੁਕਰਮੀ ਕਰਮ ਫਲ ਦੀ ਮੰਗ ਹੀ ਇਹੀ ਸੀ। ਪਰ ਇੱਥੇ ਮਿਲੀ ਜਾਤ ਇੱਥੇ ਮਿਲੇ ਰੂਪ ਨੇ ਅੱਗੇ ਨੂੰ ਉਸ ਦੀ ਸਹਾਇਤਾ ਨਹੀਂ ਕਰਨੀ। ਅੱਗੇ ਚੱਲ ਕੇ ਤਾਂ ਉਹ ਕੁਝ ਹੋਵੇਗਾ
ਤੇ ਉਹ ਕੁਝ ਮਿਲੇਗਾ ਜੈਸੇ ਹੁਣ ਇੱਥੇ ਕਰਮ ਕਮਾਉਂਦਾ ਹੈ ਅਤੇ ਇੱਛਾ ਪੂਰਤ ਹੋ ਕੇ ਕਮਾਉਂਦਾ ਹੈ। ਨਿਰਇੱਛਤ ਕਰਮ ਨਿਹ ਕੇਵਲ ਕਰਮ ਤਾਂ ਬਸ ਸ਼ਬਦ ਅਭਿਆਸਮਈ ਨਿਹਕਰਮੀ ਕਰਮ ਹੀ ਹਨ, ਜਿਨ੍ਹਾਂ ਦੇ ਕਰਨ ਕਰਕੇ ਕਰਨਹਾਰੇ ਨੂੰ ਜਾਤ ਜਨਮੀ ਖਲਜਗਣ ਵਿੱਚ ਨਹੀਂ ਪੈਣਾ ਪੈਂਦਾ, ਬਲਕਿ ਉੱਚੇ ਤੋਂ ਉੱਚਾ ਮਰਾਤਬਾ ਉਸ ਨੂੰ ਮਿਲਦਾ ਹੈ, ਜਿੱਥੇ ਆਨਮਤ ਕਰਮ ਕਰਮੀਆਂ ਦੀ ਪਹੁੰਚ ਨਹੀਂ। ਨਹਿ ਕਰਮ ਕਰਮੀ ਉਹ ਹੈ ਜੋ ਮਾਇਆ ਗ੍ਰਸਤ ਅੰਦਰ ਰਹਿ ਕੇ ਹੀ ਐਸੇ ਕਰਮ ਕਮਾਵੇ ਜੋ ਉਸ ਨੂੰ ਮਾਇਆ ਵਿੱਚ ਖਚਤ ਨਾ ਹੋਣ ਦੇਣ, ਅਤੇ ਗ੍ਰਸਤ ਦੇ ਤਿਆਗਣ ਤਰਕ ਕਰਨ ਦੀ ਵੀ ਉਸ ਨੂੰ ਇੱਛਾ ਨਾ ਹੋਵੇ। ਗ੍ਰਸਤ ਵਿੱਚ ਰਹਿ ਕੇ ਜੋ ਕਰਮ ਕਰੇ ਸੋ ਕਿਸੇ ਫਲ ਨੂੰ ਬਾਂਝ ਕੇ ਨਾ ਕਰੇ। ਨਹਿ ਕੇਵਲ ਨਿਰਵਾਣ ਨਹਿ ਕਰਮ ਹੀ ਕਰੇ, ਉਹ ਨਹਿ ਕਰਮੀ ਕਰਮ ਹੈ। ਸ਼ਬਦ ਅਭਿਆਸ ਕਮਾਈ ਦੀ ਜੁਗਤੀ ਗੁਰਮੁਖ ਜਨ ਜੋਗੀਆਂ ਨੂੰ ਹੀ ਆਉਂਦੀ ਹੈ, ਦਿਖਾਵੇ ਦੇ ਪਖੰਡ ਕਰਮੀਆਂ ਨੂੰ ਨਹੀਂ ਆਉਂਦੀ। ਯਥਾ ਗੁਰਵਾਕ। ਆਸਾ ਮਹੱਲਾ ਪੰਜਵਾਂ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ, ਈਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੈ ਮੁਸ ਮੁਸ ਰੋਏ। ਗੋਵਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਂਪ ਨ ਮਰਈ, ਨਾਮ ਨ ਸੁਨਈ ਡੋਰਾ। ਰਹਾਓ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨ ਜਾਨੈ, वेद शास्त्र को तर्कन लागा, तत् जोग न पछानੈ। उघर गया जैसे खोटा टबुआ, नदर सराफा आया, अंतर जामी सब किछ जानੈ, उसते कहाँ छपाया। कूड़ कपट बंच निमनी आंदा, बिनस गया तत्काले, सत 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 नानक कहया, अपने हिरदय देख संभाले। व्याख्या। आनमत कर्मी बंदा जितने भी कर्म कमाਉਂਦਾ है, पखंड बंदनी हठ कर्म दिखावे दे कर्म ही कमाਉਂਦਾ है। ਲੋਕਾਂ ਦੇ ਦਿਖਾਵੇ ਲਈ ਉਦਕ ਇਸ਼ਨਾਨੀ ਬਣਦਾ ਹੈ। ਬਾਹਰੋਂ ਤਾਂ ਦੇਹੀ ਨੂੰ ਮਲ ਮਲ ਕੇ ਧੋਂਦਾ ਹੈ, ਅੰਦਰਲੀ ਮੈਲ ਲੱਗੀ ਨੂੰ ਧੋਂਦਾ ਹੀ ਨਹੀਂ ਅਤੇ ਅੰਦਰੋਂ ਮੈਲਾ ਹੀ ਰਹਿੰਦਾ ਹੈ। ਐਸੇ ਪਖੰਡੀ ਦੁਰਗਤੀ ਵਾਲੇ ਪੁਰਸ਼ ਨੇ ਲੋਕ ਪਰਲੋਕ ਆਪਣੇ ਦੋਵੇਂ ਠੌਰ ਹੀ ਖੋ ਲਏ। ਇਹਾਂ ਇਸ ਲੋਕ ਵਿਖੇ ਅੰਦਰ ਮੈਲਾ ਹੋਣ ਕਰਕੇ, ਬਾਹਰੋਂ ਬਗਲਾ ਭਗਤ ਹੋਣ ਕਰਕੇ ਸਾਰਾ ਜੀਵਨ ਜਨਮ ਕਾਮ ਕ੍ਰੋਧ ਲੋਭ ਮੋਹ ਵਿਸ਼ਿਆਂ ਵਿੱਚ ਖਚਤ ਹੋ ਕੇ ਹੀ ਗਵਾਏ, ਜਿਸ ਦੇ ਕਾਰਨ ਅੱਗੇ ਜਾ ਕੇ ਉਸ ਨੂੰ ਬੁਸ-ਬੁਸ ਕਰਕੇ ਝੀਣੀ ਬਾਣ ਰੋਣਾ ਪਵੇਗਾ ਅਤੇ ਦਰਦਨਾਕ ਕੀਰਨੇ ਪਾਉਣੇ ਪੈਣਗੇ। ਜਦੋਂ ਜਮ ਮਗ ਦੀਆਂ ਚੋਟਾਂ ਖਾਣੀਆਂ ਪੈਣਗੀਆਂ ਅਗਲੇ ਲੋਕ ਪਰਲੋਕ ਵਿਖੇ। ਉਕਤ ਕਰਮਹੀਣ ਪਖੰਡੀ ਲੋਕਾਂ ਨੇ ਅੱਖੀਂ ਧੂੜ ਧਮੱਕੇ ਘੱਟਾ ਪਾ ਕੇ ਲੋਕ ਪਤਿਆਉਣੇ ਕਰਮ ਕਰਨੇ ਦਿਖਾਵੇ ਦੇ ਬਾਹਰ ਮੁਖੀ ਕਰਮਾਂ ਦੇ ਕਰਨ ਕਮਾਉਣ ਨੂੰ ਭਗਤੀ ਮਾਰਗ ਭੁੱਲ ਕਰਕੇ ਜਾਤਾ ਹੈ। ਇਹ ਨਹੀਂ ਪਛਾਣਿਆ ਕਿ ਗੋਵਿੰਦ ਭਜਨ ਕੀ ਮਤ ਹੈ ਹੋਰਾ। ਉਹ ਹੈ ਨਿਹਕਰਮ ਹੋ ਕੇ ਗੁਰ ਸ਼ਬਦ ਦੀ ਭਜਨ ਕਮਾਈ ਕਰਨੀ। ਅਜਿਹੀ ਭਜਨ ਕਮਾਈ ਤਾਂ ਉਹ ਮੂਰਖ ਪਖੰਡੀ ਕਰ ਹੀ ਨਹੀਂ ਸਕਿਆ। ਦਿਖਾਵੇ ਦੇ ਮਹਿਜ਼ ਦੇਹੀ ਧੋਣ ਆਦਿ ਕਰਮ ਕਰਕੇ ਲੋਕਾਂ ਨੂੰ ਪਤਿਆਉਣ ਲੱਗ ਪਿਆ, ਪਰੰਤੂ ਲੋਕ ਪਤੀਣਾ ਨਾ ਪਤ ਹੋਏ। ਨਾ ਹੀ ਵਰਮੀ ਮਾਰੀ ਤੋਂ ਮਨ ਰੂਪੀ ਸੱਪ ਵਸ ਆਉਂਦਾ ਹੈ ਅਤੇ ਮਨ ਮਾਰੇ ਬਿਨਾਂ ਭਗਤੀ ਨਹੀਂ ਹੋ ਸਕਦੀ। ਨਾ ਹੀ ਭਗਤੀ ਬਿਹੂਣ ਭਗਤ ਵਾਹਿਗੁਰੂ ਨਾਲ ਮਿਲ ਸਕਦਾ ਹੈ। ਸੋ ਭਗਤੀ ਵੱਲੋਂ ਤਾਂ ਉਹ ਡੋਰਾ ਬੋਲਾ ਹੀ ਬਣ ਰਿਹਾ ਹੈ। ਨਾ ਨਾਮ ਸੁਣਦਾ ਹੈ, ਨਾ ਗੁਰਬਾਣੀ ਗੁਣਦਾ ਹੈ। ਇਸ ਪਖੰਡੀ ਦੀ ਮਾਇਆ ਦੇ ਕਿਰਤ ਕਰਮੀ ਕੰਮਾਂ ਵਿੱਚ ਵੀ ਪੂਰੀ ਨਹੀਂ ਪੈਂਦੀ। ਪੂਰੀ ਨਾ ਪਈ ਤਾਂ ਮਾਇਆ ਦੀ ਕਿਰਤ ਵੀ ਛੱਡ ਬੈਠਾ, ਦਸਾਂ ਨੋਹਾਂ ਦੀ ਕਮਾਈ ਵੀ ਗਵਾਈ ਅਤੇ ਸੱਚੀ ਭਾਉ ਭਗਤੀ ਦਾ ਚੱਜ ਸੁਚੱਜ ਸਿਖਾਉਣ ਵਾਲੀ ਗੁਰਬਾਣੀ ਹੈ। ਭਗਤੀ ਦਾ ਸੱਚਾ ਮਾਰਗ ਦੱਸਣ ਵਾਲੀ, ਸੁਮਾਰਗ ਪਾਉਣ ਵਾਲੀ ਗੁਰਮਤਿ ਨਾਮ ਦੀ ਕਮਾਈ ਹੈ। ਕਿਉਂਕਿ ਕਲਯੁਗ ਅੰਦਰ ਭਾਉ ਭਗਤੀ ਦਰਸਾਉਣ ਵਾਲਾ ਜੋ ਸੱਚਾ ਵੇਦ, ਸੱਚਾ ਹਕੀਕੀ ਸ਼ਾਸਤਰ ਗੁਰੂ ਸਾਹਿਬਾਨ ਨੇ ਉਦੀਪਤ ਕੀਤਾ ਹੈ, ਰਿਵੀਲ ਕੀਤਾ ਹੈ, ਸੋ ਹੈ ਗੁਰਬਾਣੀ ਅਤੇ ਗੁਰਮਤਿ ਨਾਮ। ਸਾਰੇ ਵੇਦਾਂ ਸਿਰ ਵੇਦ ਗੁਰਬਾਣੀ ਰੂਪੀ ਸੱਚਾ ਬੋਹਿਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਅਤੇ ਸਾਰੇ ਸ਼ਾਸਤਰਾਂ ਸਿਰ ਸੱਚਾ ਸ਼ਾਸਤਰ ਗੁਰਮਤਿ ਨਾਮ ਕਰਮ ਫਿਲਾਸਫੀ ਵਾਲਾ ਸ਼ਾਸਤਰ ਹੈ। ਪਰ ਅਭਾਗਾ ਨੀਮ ਨਾਸਤਕ ਪਖੰਡੀ ਇਸ ਵੇਦ ਸ਼ਾਸਤਰ ਨੂੰ ਵੀ ਤਰਕਣ ਲੱਗ ਪਿਆ, ਜਿਸ ਦੁਆਰਾ ਸੱਚੜਾ ਕਲਿਆਣ ਨਿਸਤਾਰਾ ਹੋਣਾ ਹੈ। ਪਰਮਾਰਥ ਦੀ ਪ੍ਰਾਪਤੀ ਵਾਲੇ, ਪਰਮਾਰਥ ਨਾਲ ਜੁੜਨ ਵਾਲੇ ਤਤ ਯੋਗ ਨੂੰ ਕਿਵੇਂ ਪਛਾਣੇ। ਇਹ ਤਤ ਯੋਗ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਬੋਹਿਥ ਵਿੱਚ ਭਰਿਆ ਪਿਆ ਹੈ।
ਉੱਥੋਂ ਹੀ ਗੁਰਮਤਿ ਨਾਮ ਕਮਾਈ ਰੂਪੀ ਸੱਚੜੇ ਯੋਗ ਕਮਾਉਣ ਦੀ ਜੁਗਤੀ ਵਿਧੀ ਮਿਲਦੀ ਹੈ। ਉਸ ਨੂੰ ਤਾਂ ਪਖੰਡੀ ਕਰਮਹੀਣੇ ਨੇ ਤਰਕ ਬਿਤਰਕ ਦਿੱਤਾ। ਤਤ ਯੋਗ ਦੀ ਪਛਾਣ ਕਿਵੇਂ ਆਵੇ? ਬਸ ਮਨ ਉਕਤ ਕਰਮ ਕਮਾਉਣ ਵਿੱਚ ਲੱਥ-ਪੱਥ ਹੋ ਗਿਆ। ਜਿਵੇਂ ਖੋਟੇ ਸਿੱਕੇ ਦਾ ਪਾਜ ਉਗੜ ਜਾਂਦਾ ਹੈ ਜਦੋਂ ਖੋਟਾ ਸਿੱਕਾ ਸਰਾਫਾਂ ਦੀ ਪਰਖ ਕਸੌਟੀ ਤੇ ਚੜ੍ਹਦਾ ਹੈ, ਇਸੇ ਤਰ੍ਹਾਂ ਪਖੰਡੀ ਪੁਰਸ਼ਾਂ ਦੇ ਪਖੰਡ ਕਰਮਾਂ ਦਾ ਪਰਦਾ ਵੀ ਉਗੜ ਜਾਂਦਾ ਹੈ ਜਦੋਂ ਲੋਕ ਪਰਲੋਕ ਦੀ ਗਤਮਿਤ ਜਾਣਨਹਾਰ ਅੰਤਰਯਾਮੀ ਵਾਹਿਗੁਰੂ ਦੀ ਸੱਚੀ ਦਰਗਾਹੇ ਜਾ ਕੇ ਪਖੰਡ ਕਰਮੀ ਪਖੰਡੀ ਪੁਰਸ਼ ਦੇ ਪਖੰਡ ਕਰਮ ਪਰਖੇ ਨਿਰਖੇ ਗਏ। ਅਲਪੱਗ ਲੋਕੀ ਦੀ ਅੰਧ ਦ੍ਰਿਸ਼ਟੀ ਤੋਂ ਤਾਂ ਪਖੰਡ ਕਰਮ ਛਿਪ ਸਕਦੇ ਹਨ। ਸਰਬ ਦਿਵ ਦ੍ਰਿਸ਼ਟੇ ਤ੍ਰਕਾਲ ਦਰਸੀ ਅੰਤਰਯਾਮੀ ਪਰਮਾਤਮਾ ਤੋਂ ਪਖੰਡ ਕਰਮ ਕਿਵੇਂ ਛਿਪਾਏ ਲੁਕਾਏ ਜਾ ਸਕਦੇ ਹਨ? ਕੂੜ ਕਪਟ ਫਰੇਬ ਦੀ ਥੁੱਥੀ ਪੋਲੀ ਬੇਬੁਨਿਆਦ ਜ਼ਿੰਦਗੀ ਵਾਲਾ ਪਖੰਡ ਕਰਮੀ ਪ੍ਰਾਣੀ ਤਤਕਾਲ ਨਸ਼ਟ ਹੋ ਗਿਆ ਹੈ ਅਤੇ ਉਸ ਦੇ ਪਖੰਡ ਕਰਮਾਂ ਦਾ ਵੀ ਨਮੂਦ ਚੁੱਕਿਆ ਗਿਆ। ਜੋ ਫੁਰਮਾਨ ਕਥਨ ਗੁਰੂ ਸਾਹਿਬਾਨ ਨੇ ਗੁਰਬਾਣੀ ਅੰਦਰ ਸਤ 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 ਕਹਿ ਕੇ ਫਰਮਾਇਆ ਹੈ, ਉਸ ਤਤ ਕਥਨ ਰੂਪੀ ਤਤ ਭੂਤੀ ਸਤ ਪਦਾਰਥ ਨੂੰ ਜੋ ਪ੍ਰਾਣੀ ਦ੍ਰਿੜ ਕਰਕੇ ਸਤ ਕਰਕੇ ਮੰਨੇਗਾ ਅਤੇ ਉਸ ਉੱਤੇ ਮਨ ਬਚਨ ਕਰਮ ਕਰਕੇ ਚੱਲੇਗਾ, ਉਸ ਤਤ ਕਥਨੀ ਬਚਨ ਨੂੰ ਆਪਣੇ ਹਿਰਦੇ ਅੰਦਰ ਗ੍ਰਹਿਣ ਕਰਕੇ ਸੰਭਾਲੇਗਾ ਅਤੇ ਨਿਹਕਰਮ ਕਰਮੀ ਹੋ ਕੇ ਕਮਾਵੇਗਾ, ਉਸ ਨਿਹਕਰਮੀ ਕਰਮ ਨੂੰ ਗ੍ਰਹਿਣ ਕਰਨ ਦਾ ਪ੍ਰਤਾਪ ਉਹੀ ਜਨ ਦੇਖੇਗਾ ਅਤੇ ਨਿਹਕਰਮੀ ਕਸਬ ਕਮਾਲ ਕਰਮ ਕਮਾਲ ਨੂੰ ਪੇਖ ਪੇਖ ਕੇ ਪਰਖ ਪਰਖ ਤੇ ਨਿਰਖ ਨਿਰਖ ਕੇ ਨਿਹਾਲ ਹੋਵੇਗਾ। ਬੋਲੋ ਭਾਈ ਸੰਤੋ, ਵਾਹਿਗੁਰੂ। ਨਿਹਕਰਮੀ ਕਰਮ ਦੀ ਸਾਖੀ ਹੋਰ ਚੱਲੀ, ਉਤਲੀ ਵਿਆਖਿਆ ਸਮਾਪਤ। ਸੱਚਾ ਨਿਰਵਾਣ ਪਦ ਨਹਿ ਕੇਵਲ ਪਦ, ਗੁਰਮਤਿ ਨਾਮ ਨਹਿਕਾਮ, ਨਿਹਕਰਮ ਕਰਮ ਕੀਤਿਆਂ ਮਿਲਦਾ ਹੈ। ਨਾ ਹੀ ਕਸ਼ਟਯੋਗ ਕੀਤਿਆਂ ਨਾ ਹਠਯੋਗ ਕੀਤਿਆਂ ਮਿਲਦਾ ਹੈ, ਨਾ ਆਨਮਤ ਮਾਰਗ ਕਰਮਾਰੀ ਰਾਜ ਜੋਗ ਕਮਾਇਆਂ ਤੇ ਮਿਲਦਾ ਹੈ, ਨਾ ਹੀ ਖੱਟ ਸ਼ਾਸਤਰੀ ਫਿਲਾਸਫੀਆਂ ਦੇ ਘੋਟਿਆਂ ਮਿਲਦਾ ਹੈ। ਨਾਨਾ ਪ੍ਰਕਾਰੀ ਪੱਛਮੀ ਵਿਦਿਆ ਦੀਆਂ ਕਰਮ ਫਿਲਾਸਫੀਆਂ ਵੀ ਨਿਰਵਾਣ ਪਦ ਪਾਉਣੋਂ ਫੇਲ ਹਨ। ਪੁਰਾਤਨ ਸਮਿਆਂ ਵਿੱਚ ਮਹਾਤਮਾ ਬੁੱਧ ਦੀ ਕਰਮਯੋਗ ਫਿਲਾਸਫੀ ਵੀ ਬਥੇਰੀ ਪ੍ਰਚਲਿਤ ਹੋਈ। ਰਾਜਿਆਂ ਮਹਾਰਾਜਿਆਂ ਦੁਨਿਆਵੀ ਵਡੇਰਿਆਂ ਦੀ ਉਪਾਸਨਾ ਵਿੱਚ ਆਉਣ ਕਰਕੇ ਬੁੱਧ ਦੀ ਉਸ ਸਮੇਂ ਦੀ ਕਰਮਯੋਗ ਫਿਲਾਸਫੀ ਨੇ ਇਹ ਜੌਹਰ ਤਾਂ ਵਿਖਾਏ ਕਿ ਬੁੱਧ ਮਤ ਹੋਰ ਸਾਰੇ ਮਤਾਂ ਨਾਲੋਂ ਸ੍ਰਿਸ਼ਟੀ ਅੰਦਰ ਸਭ ਤੋਂ ਬਹੁਤਾ ਫੈਲਿਆ, ਪਰ ਸੱਚੜਾ ਨਿਰਵਾਣ ਪਦ ਬੁੱਧ ਮਤ ਮਤੀਸਰੀ ਦੀ ਕਰਮਯੋਗ ਘਾਲ ਘਾਲਣਾ ਤੋਂ ਵੀ ਪ੍ਰਾਪਤ ਨਾ ਹੋਇਆ। ਬੁੱਧ ਦੀ ਅਤੇ ਬੁੱਧ ਦੇ ਮਰਨ ਪਿੱਛੋਂ ਬੁੱਧ ਦੇ ਬੁੱਤਾਂ ਦੀ ਤਾਂ ਪੂਜਾ ਹੋਣ ਲੱਗ ਪਈ ਅਤੇ ਬਥੇਰੀ ਪੂਜਾ ਹੋਈ। ਦੇਸਾਂ ਵਿਦੇਸਾਂ ਵਿੱਚ ਪੁਰਾਣੇ ਜ਼ਮਾਨੇ ਦੇ ਖੰਡਰਾਤ ਤੋਂ ਮਿਲੇ ਬੁੱਧ ਦੇ ਅਨੇਕਾਂ ਬੁੱਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਲਗਭਗ ਬੜੇ ਬੜੇ ਐਸ਼ਵਰਜੀ ਬਾਦਸ਼ਾਹਾਂ ਦੀਆਂ ਸਾਰੀਆਂ ਪਰਜਾਵਾਂ ਸਣੇ ਰਾਜਿਆਂ ਦੇ ਬੁੱਧ ਮਤ ਅਵਲੰਬੀ ਹੋ ਗਈਆਂ ਸਨ ਤੇ ਸਾਰੇ ਦੇ ਸਾਰੇ ਮੁਲਕ ਅਤੇ ਥਾਂ ਪਰ ਥਾਂ ਮੁਲਕਾਂ ਦੀਆਂ ਰਈਅਤਾਂ ਪਰਜਾਵਾਂ ਇੱਕ ਦੂ ਵੱਡਿਓਂ ਬੁੱਧ ਮਤ ਦੀਆਂ ਹਾਮੀ ਗ੍ਰਾਮੀ ਹੋ ਗਈਆਂ ਸਨ। ਪਰ ਇਸ ਬੁੱਧ ਮਤ ਅਵਲੰਬੀ ਸਾਰੇ ਦੇ ਸਾਰੇ ਦੇਸ਼ ਅਤੇ ਦੇਸ਼ਵਾਸੀ ਤਤ ਨਿਰਵਾਣ ਪਦ ਤੋਂ ਮਹਿਰੂਮ ਅਤੇ ਮਾਯੂਸ ਹੀ ਰਹੇ। ਨਿਰਵਾਣ ਪਦ ਤਾਂ ਉਹਨਾਂ ਨੂੰ ਕੀ ਮਿਲਣਾ ਸੀ, ਉਹ ਉਲਟੇ ਕੱਟੜ ਨਾਸਤਕ ਹੋ ਗਏ, ਕਿਉਂਕਿ ਬੁੱਧ ਮਤ ਦੀ ਤਾਲੀਮ ਹੀ ਅਸੂਲਨ ਇਹ ਗੱਲ ਮੁੱਖ ਕਰਕੇ ਦੜਾਉਂਦੀ ਨਿਸਚਾਉਂਦੀ ਹੈ ਕਿ ਪਰਮਾਤਮਾ ਦੀ ਕੋਈ ਹਸਤੀ ਨਹੀਂ। ਕੋਈ ਹੋਂਦ ਪਰਮਾਤਮਾ ਦੀ ਬੁੱਧ ਮਤ ਨੇ ਨਹੀਂ ਮੰਨੀ, ਉੱਕਾ ਹੀ ਨਹੀਂ ਮੰਨੀ। ਉਲਟੀ ਇਹ ਸਿੱਖਿਆ ਇਸ ਬੁੱਧ ਮਤ ਨੇ ਦ੍ਰਿੜਾਈ ਕਿ ਹਰੇਕ ਇਨਸਾਨ ਤਿਆਗ ਵੈਰਾਗ ਦੇ ਮਨਹਠ ਕਰਮ ਕਮਾਉਣ ਵਾਲਾ ਵੱਡੀ ਤੋਂ ਵੱਡੀ ਹਸਤੀ ਵਾਲਾ ਪੂਜੈ ਪੁਰਖ ਬਣ ਸਕਦਾ ਹੈ। ਮਨ ਦੇ ਵਿਸ਼ਿਆਂ ਨੂੰ ਮਾਰਿਆਂ, ਪੰਜਾਂ ਦੂਤਾਂ ਨੂੰ ਕਾਬੂ ਕੀਤਿਆਂ, ਦੁਨੀਆ ਦਾ ਪਰਤਿਆਗ ਕੀਤਿਆਂ, ਰਾਜ ਮਾਲ ਨੂੰ ਛੱਡਿਆਂ ਹਰੇਕ ਪ੍ਰਾਣੀ ਮਾਤਰ ਨਿਰਵਾਣ ਪਦ ਨੂੰ ਪ੍ਰਾਪਤ ਹੋ ਸਕਦਾ ਹੈ। ਨਿਰਵਾਣ ਪਦ ਬੁੱਧ ਮਤ ਦਾ ਇਹ ਹੈ ਕਿ ਜਦੋਂ ਸਾਰੇ ਸੰਕਲਪ ਵਿਕਲਪ ਸ਼ੁਭ ਅਸ਼ੁਭ ਸੰਸਕਾਰ ਜਿਸ ਪ੍ਰਾਣੀ ਦੇ ਮਿਟ ਜਾਣ, ਉਸ ਪ੍ਰਾਣੀ ਦੀ ਅਫੁਰ ਅਤੇ ਸੁੰਨਮ ਸੁੰਨ ਦਸ਼ਾ ਅਵਸਥਾ ਕੁਵਸਥਾ ਦਾ ਨਾਉ ਨਿਰਵਾਣ ਪਦ ਹੈ। ਇਹ ਨਿਰਵਾਣ ਪਦ ਹੈ। ਇਹ ਨਿਰੀ ਬੇਸਮਝੀ ਵਾਲਾ ਨਿਰਵਾਣ ਪਦ ਉਹਨਾਂ ਨੇ ਅਨੁਮਾਨਿਆ ਗਰਦਾਨਿਆ ਹੈ। ਭਲਾ ਮਨਹਠ ਅਤੇ ਮਨ ਉਕਤ ਅਲਪੱਗ ਖਿਆਲੀ ਵਾਲੇ ਸੰਜਮ ਯਤਨ ਨਾਲ ਕਦੇ ਮਨ ਵਸ ਆ ਸਕਦਾ ਹੈ? ਮਨ ਨੂੰ ਵਸ ਕਰਨਾ ਹੈ
ਅਤੇ ਮਨ ਦੇ ਖਿਆਲੀ ਫਿਲਸਫੇ ਨਾਲ ਕਰਨਾ ਹੈ। ਮਨ ਵਸ ਕਰਨ ਲਈ ਮਨ ਦੀ ਅਵਸਥਾ ਤੋਂ ਉੱਪਰਲਾ ਸੋਧਕ ਡੰਡਾ ਚਾਹੀਏ। ਮਨ ਦੇ ਵਿਸ਼ੇ ਵਿਕਾਰ ਮਨ ਦੇ ਖਿਆਲਾਂ ਨਾਲ, ਮਨ ਦੇ ਦੌੜਾਏ, ਮਨ ਦੇ ਉਕਤਾਏ ਫਿਲਸਫੇ ਦੀਆਂ ਥਿਊਰੀਆਂ ਨਾਲ ਕਦੇ ਦੂਰ ਨਹੀਂ ਹੋ ਸਕਦੇ। ਇਕਾਂਤ ਵਿਖੇ ਜਾ ਕੇ ਕੋਈ ਘੁੱਗੂ ਮੱਠ ਵਾਸੀ ਚਾਹੇ ਬਣ ਬੈਠੇ, ਪਰ ਉਸਦੇ ਸੰਕਲਪ ਵਿਕਲਪ ਦਿਲ ਦਿਮਾਗ ਵਿੱਚ ਹੀ ਗੂੰਜਦੇ ਰਹਿਣਗੇ। ਇਸ ਨੂੰ ਨਿਰਵਾਣ ਪਦ ਕਿਵੇਂ ਕਹੋਗੇ? ਕਿਹੜੀ ਸਿਆਣਪ ਨਾਲ ਨਿਰਵਾਣ ਪਦ ਪ੍ਰਾਪਤ ਹੋਇਆ ਮੰਨੋਗੇ? ਗੁਰਮਤਿ ਕਰਮ ਫਿਲਾਸਫੀ ਦੇ ਇਸ ਪੁਸਤਕ ਅੰਦਰ ਦਰਸਾਏ ਸਿਧਾਂਤਾਂ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਕੋਈ ਵੀ ਅਲਪੱਗ ਆਨਮਤ ਕਰਮ ਕੀਤਾ ਮਨ ਨੂੰ ਵਸ ਕਰਨ ਹਿਤ ਸਹਾਈ ਨਹੀਂ। ਕਰਮਾਂ ਅਕਰਮਾਂ ਦੀ ਧੰਦ ਪਿਟਾਈ ਹੀ ਰਹਿ ਜਾਣੀ ਹੈ। ਤਾਂ ਤੇ ਨਿਰਵਾਣ ਪਦ ਪ੍ਰਾਪਤੀ ਦੀ ਧਾਈ ਸਭ ਬਾਦਰ ਛਾਈ ਹੀ ਹੈ। ਸਭ ਮਤ ਮਤਾਂਤਰਾਂ ਦੀ ਫਿਲਾਸਫੀ ਨਿਰਵਾਣ ਪਦ ਪਾਉਣ ਵਾਲਾ ਫੇਲ ਹੀ ਨਹੀਂ, ਸਗੋਂ ਗੁੰਮਰਾਹ ਕੁਨ ਹੈ। ਖੁਦ ਗੁੰਮਰਾਹ ਹੋ ਰਹੀ ਹੈ, ਹੋਰਾਂ ਨੂੰ ਗੁੰਮਰਾਹ ਕਰ ਰਹੀ ਹੈ। ਪੁਰਾਤਨ ਜ਼ਮਾਨੇ ਦੇ ਨਿਰਵਾਣ ਪਦ ਮਤੀਏ ਫਿਲਾਸਫਰ ਭਾਂਤ-ਭਾਂਤ ਕਰਮ ਫਿਲਾਸਫੀਆਂ ਰਚ-ਰਚ ਗੁੰਮਰਾਹ ਹੋ ਗਏ ਅਤੇ ਆਉਣ ਵਾਲੀ ਪਨੀਰੀ ਨੂੰ ਗੁੰਮਰਾਹ ਕਰ ਗਏ। ਬਥੇਰੇ ਅਹੰਗ ਬ੍ਰਹਮਅਸਮੀ ਬੇਦਾਂਤੀ ਬਣੇ, ਬਥੇਰੇ ਹਮਾ ਉਸਤ ਉਹ ਹਮਾ ਸੂਫੀ ਮਤੀਏ ਅਨਲ ਹਕ ਮੈਂ ਹੀ ਖੁਦਾ ਹਾਂ ਅਸੂਲ ਪਰ ਚੱਲਤੀ ਹੋਏ। ਤੂੰ ਵੀ ਬ੍ਰਹਮ ਮੈਂ ਵੀ ਬ੍ਰਹਮ ਹਮਾ ਤੁਮਾ ਸਗਲ ਬ੍ਰਹਮ ਅਸਮੀ ਲੁਕਾਈ ਬ੍ਰਹਮ ਬਣ ਬੈਠੀ। ਦੱਸੋ ਇਹ ਨਾਸਤਕਤਾ ਨਹੀਂ ਤਾਂ ਹੋਰ ਕੀ ਹੈ? ਨਿਰਵਾਣ ਪਦ ਦਾ ਸੱਚ ਕਿਨਾਰੇ ਰਹਿ ਗਿਆ। ਸੱਚੜਾ ਬ੍ਰਹਮ ਇੱਕੋ ਇੱਕ ਪਾਰ ਬ੍ਰਹਮ ਪਰੇਡੇ ਰਹਿ ਗਿਆ। ਸਭਨਾ ਅਲਪੱਗ ਅਕਲੀਆਂ ਦੀ ਖਰ ਫਿਲਾਸਫੀ ਵਾਲੇ ਖਰ ਦਿਮਾਗਾਂ ਤੋਂ ਦੁਰੇਡੇ ਰਹਿ ਗਿਆ। ਜਣਾ ਖਣਾ ਬ੍ਰਹਮ ਬਣ ਕੇ ਬਹਿ ਗਿਆ। ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿਨ ਤਿਨ ਆਪਣਾ ਰਾਹ ਚਲਾਇਓ। ਸੋ ਆਪ ਹੀ ਬ੍ਰਹਮ ਕਹਾਇਆ ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ। ਆਦ ਸ੍ਰੀ ਦਸ਼ਮੇਸ਼ ਉਚਾਰੇ ਮਹਾਵਾਕ ਪ੍ਰਗਟ ਕਰਦੇ ਹਨ ਕਿ ਬੜੇ ਬੜੇ ਔਲੀਆ ਅੰਬੀਆ ਪੈਗੰਬਰ ਅਵਤਾਰ ਮੈਂ ਕਰਦੇ ਹੀ ਮੁੱਕ ਗਏ, ਪਰ ਪਾਰ ਬ੍ਰਹਮ ਕਾਹੂ ਨਾ ਪਛਾਨਾ। ਸ੍ਰੀ ਕ੍ਰਿਸ਼ਨ ਜੀ ਦੀ ਗੀਤਾ ਦਾ ਕੀਤਾ ਹੋਇਆ ਮਿਸਟਰ ਤਿਲਕ ਦਾ ਅਨੁਵਾਦ ਜੋ ਹਿੰਦੀ ਅੰਦਰ ਹੈ ਸਾਫ਼ ਦੱਸਦਾ ਹੈ ਅਤੇ ਨਿਰਣਾਉਂਦਾ ਹੈ ਕਿ ਅਹੰਗ ਬ੍ਰਹਮ ਅਸਮੀ ਦਾ ਅਸੂਲ ਹੀ ਕਲਿਆਣਕਾਰਕ ਹੈ। ਕ੍ਰਿਸ਼ਨ ਜੀ ਦੀ ਸਾਰੀ ਤਾਲੀਮ ਜੋ ਗੀਤਾ ਅੰਦਰ ਦਰਸਾਈ ਹੋਈ ਹੈ ਉਸ ਦਾ ਤਤ ਅਭਿਪਰਾ ਅਹੰਗ ਬ੍ਰਹਮ ਅਸਮੀ ਦੇ ਅਸੂਲ ਨੂੰ ਪ੍ਰਚਲਿਤ ਆਉਣ ਦਾ ਹੈ। ਮੈਂ ਹੀ ਬ੍ਰਹਮ ਅਤੇ ਮੈਂ ਹੀ ਰੱਬ ਹਾਂ। ਮੈਂ ਹੀ ਕਰਨ ਕਾਰਨ ਸਮਰੱਥ ਸਰਬ ਸ੍ਰਿਸ਼ਟੀ ਦਾ ਆਧਾਰ ਹਾਂ। ਇਸੇ ਪ੍ਰਕਾਰ ਦੀ ਸਿੱਖਿਆ ਦ੍ਰਿੜਾਏ ਕ੍ਰਿਸ਼ਨ ਜੀ ਆਪਣੇ ਆਪ ਨੂੰ ਈਸ਼ਵਰ ਰੱਬ ਸਿੱਧ ਕਰਦੇ ਹਨ ਅਤੇ ਓੜਕ ਸਿੱਟਾ ਇਸ ਕ੍ਰਿਸ਼ਨਾਵੀ ਗੀਤਾ ਅੰਤਰਾਵੀ ਤਾਲੀਮ ਦਾ ਇਹ ਹੈ ਕਿ ਕ੍ਰਿਸ਼ਨ ਜੀ ਦੀ ਗੀਤਾ ਦੀ ਸਿੱਖਿਆ ਤੇ ਚੱਲਣ ਕਰ ਹਰੇਕ ਪ੍ਰਾਣੀ ਹੀ ਰੱਬ ਬਣ ਸਕਦਾ ਹੈ। ਕੈਸੀ ਗਲਤ ਤਾਲੀਮ ਹੈ, ਕੈਸੀ ਮਾਯੂਸ ਕੁਨ ਸਿੱਖਿਆ ਹੈ, ਕੈਸੀ ਨਾਸਤਕਤਾ ਭਰੀ ਤਾਲੀਮ ਹੈ। ਤਿਲਕ ਜੀ ਨੇ ਇਸ ਗੀਤਾ ਦਾ ਅਨੁਵਾਦ ਕਰਕੇ ਕੋਈ ਉਪਕਾਰ ਨਹੀਂ ਕੀਤਾ, ਸਗੋਂ ਇਸ ਗੀਤਾ ਦੇ ਅਨੁਵਾਦਨਾਮੇ ਪੁਸਤਕ ਦੇ ਪੜ੍ਹਾਕੂਆਂ ਨੂੰ ਨਾਸਤਕ ਹੀ ਬਣਾਇਆ ਹੈ। ਬੁੱਧ ਦੀ ਨਿਰਵਾਣਮਤੀ ਤਾਲੀਮ ਨੇ ਤਾਂ ਸਭ ਦੁਨੀਆ ਦੀ ਪੱਟੀ ਮੇਸ ਹੀ ਕਰ ਛੱਡੀ ਸੀ, ਪਰ ਭਲਾ ਹੋਵੇ ਸ਼ੰਕਰਾਚਾਰੀਆ ਦਾ, ਜਿਸ ਦਾ ਅਵਤਾਰ ਹੀ ਬੁੱਧ ਮਤ ਨੂੰ ਦਮਨ ਕਰਨ ਲਈ ਹੋਇਆ ਸੀ। ਭਾਵੇਂ ਸ਼ੰਕਰਾਚਾਰਿਆ ਵੀ ਮੁੱਢੋਂ ਪਰਮਾਰਥ ਵਾਲੇ ਪਰਮਾਤਮਾ ਵੱਲੋਂ ਕੁੱਥਾ ਹੋਇਆ ਹੀ ਸੀ, ਪਰ ਉਸਨੇ ਸਾਕਿਆ ਮੁਨੀ ਬੁੱਧ ਦੀ ਅਤ ਖਤਰਨਾਕ ਤਾਲੀਮ ਦੇ ਜੋ ਬਖੀਏ ਉਧੇੜੇ, ਇਸ ਉਪਕਾਰ ਦਾ ਤਾਂ ਸਾਰਾ ਭਾਰਤ ਵਰਸ਼ ਰਹਿੰਦੀ ਦੁਨੀਆ ਤਾਈਂ ਰਿਣੀ ਰਹੇਗਾ ਅਤੇ ਧੰਨਵਾਦ ਕਰਦਾ ਰਹੇਗਾ। ਉਸਨੇ ਬੁੱਧ ਦੀ ਤਾਲੀਮ ਨੂੰ ਖਤਮ ਨਾਸ਼ ਕਰ ਬੁੱਧ ਦੇ ਮਨਮਤ ਨਿਰਵਾਣ ਨੂੰ ਖੰਡਨ ਕਰਨ ਦਾ ਉਪਕਾਰ ਹੀ ਕਮਾਇਆ ਹੈ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਰਮਾਰਥੀ ਉੱਚ ਪਰਮਾਰਥੀ ਤਾਲੀਮ, ਜਿਸ ਨੇ ਪਰਮਾਤਮਾ ਦੇ ਮਿਲਣ ਦਾ ਸੱਚਾ ਸੁਆਉ ਦੱਸਿਆ, ਦ੍ਰਿੜਾਇਆ ਅਤੇ ਪ੍ਰਚਲਿਤ ਕੀਤਾ ਹੈ। ਹੋਰ ਤਾਂ ਹੋਰ ਇਸੇ ਇੱਕੋ ਨਿਰਵਾਣ ਪਦ ਦੇ ਮਸਲੇ ਨੂੰ ਹੀ ਲਓ। ਗੁਰੂ ਪੰਚਮ ਪਾਤਸ਼ਾਹ ਜੀ ਨੇ ਇਸ ਅਗਲੇਰੇ ਗੁਰਵਾਕ ਅੰਦਰ ਕੈਸੀ ਅਤੀ ਸੁੰਦਰਤਾ ਸਹਿਤ ਹੱਲ ਕੀਤਾ ਹੈ। ਯਥਾ ਗੁਰਵਾਕ ਆਸਾ ਮਹੱਲਾ ਪੰਜਵਾਂ। ਰਾਜ ਲੀਲਾ ਤੇਰਾ ਨਾਮ ਬਨਾਈ, ਜੋਗ ਬਨਿਆ ਤੇਰਾ ਕੀਰਤਨ ਗਾਈ। ਸਰਬ ਸੁਖਾਂ ਬਨੇ ਤੇਰਾ ਓਲੈ, ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਬਾਣੇ।
ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ, ਨਾਮ ਰਤਾ ਸੋਈ ਨਿਰਵਾਣ, ਜਾ ਕੋ ਮਿਲਿਓ ਨਾਮ ਨਿਧਾਨਾ, ਭਨਤ ਨਾਨਕ ਤਾਕਾ ਪੂਰ ਖਜ਼ਾਨਾ। ਵਿਆਖਿਆ। ਗੁਰਮਤਿ ਨਾਮ ਦੇ ਨਹਿਕਰਮ ਕਰਮ ਰੂਪੀ ਅਭਿਆਸ ਕਮਾਈ ਨੇ ਜੋ ਬਹਾਓ ਕ੍ਰਿਸ਼ਮਾਓ ਘਟ ਅੰਦਰ ਹੀ ਬਣਾਇਆ ਵਿਸਮਾਇਆ ਹੈ, ਉਹ ਅਤਿਅੰਤ ਅਕਥਨੀ ਤੇ ਬਿਸਮਾਦਜਨਕ ਹੈ। ਬੜੀ ਬਚਿੱਤਰ ਰਾਜ ਲੀਲਾ ਬਣਾਈ ਹੈ ਗੁਰਮਤਿ ਨਾਮ ਅਭਿਆਸ ਨੇ। ਗੁਰਮੁਖਾਂ ਦੇ ਜੀਵਨ ਦੀ ਦੋਵੇਂ ਤਰ੍ਹਾਂ ਦੀ ਆਰਥਕ ਪਰਮਾਰਥਕ ਪ੍ਰਫੁੱਲਤਾ ਇਸ ਗੁਰਮਤਿ ਨਾਮ ਦੇ ਖੇੜੇ ਖਿੜਾਓ ਕਰ ਖਿੜਦੀ ਪ੍ਰਫੁੱਲਦੀ ਹੈ। ਇਸੇ ਵਿੱਚ ਰਾਜ ਹੈ, ਇਸੇ ਵਿੱਚ ਜੋਗ ਹੈ। ਰਾਜ ਭਾਗ ਮਾਣਦੇ ਹੋਏ ਵੀ ਗੁਰਮੁਖ ਜਨ ਰਾਜਸੀ ਔਜ ਤੋਂ ਉੱਚੇ ਰਹਿੰਦੇ ਹਨ। ਇਸ ਦੀ ਐਸ਼ੋ ਇਸ਼ਰਤ ਵਿੱਚ ਖਪਤ ਖਚਤ ਨਹੀਂ ਹੁੰਦੇ। ਸਤਿਗੁਰੂ ਦੇ ਬਖਸ਼ੇ ਨਾਮ ਦੀ ਐਸੀ ਵਡਿਆਈ ਹੈ ਕਿ ਗ੍ਰਸਤ ਵਿੱਚ ਰਹਿੰਦੇ ਹੋਏ, ਪੁੱਤਰ ਕਲਿੱਤਰ ਵਿੱਚ ਬਿਰਾਜਦੇ ਹੋਏ ਗੁਰਮੁਖਾਂ ਨੇ ਗਤ ਪਾਈ ਹੈ, ਪਾਉਂਦੇ ਹਨ ਤੇ ਪਾਉਂਦੇ ਰਹਿਣਗੇ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਧਨਾਸਰੀ ਮਹਲਾ ਪਹਿਲਾ। ਪਰਮਾਰਥ ਸਿੱਧੀ ਲਈ ਤਿੰਨਾਂ ਨੂੰ ਗ੍ਰਸਤ ਤਿਆਗਣ ਦੀ ਲੋੜ ਨਹੀਂ, ਸਗੋਂ ਗ੍ਰਸਤ ਵਿੱਚ ਰਹਿੰਦੇ ਹੋਏ ਪੁੱਤਰ ਕਲਿੱਤਰ, ਇਸਤਰੀ ਪੁੱਤਰ, ਕੁਟੰਬੀਆਂ ਸਮੇਤ ਹੀ ਤਿੰਨਾਂ ਦੀ ਗਤ ਕਲਿਆਣ ਹੋ ਜਾਂਦੀ ਹੈ। ਐਸੀ ਵਡਿਆਈ ਹੈ ਗੁਰਮਤਿ ਨਾਮ ਦੇ ਅਭਿਆਸ ਦੀ। ਗੁਰਮਤਿ ਨਾਮ ਦਾ ਅਭਿਆਸ ਐਸਾ ਨਹਿਕਰਮੀ ਕਰਮ ਹੈ ਜਿਸ ਦੇ ਕਮਾਇਆ ਮੋਹ ਮਮਤਾ ਮਾਇਆ ਦੀ ਲਾਗ ਨਹੀਂ ਲੱਗਦੀ। ਗੁਰਮੁਖ ਜਨ ਪਰਿਵਾਰੇ ਸਾਧਾਰੇ ਹੁੰਦੇ ਹਨ। ਗੁਰਮੁਖਾਂ ਦੇ ਪਰਿਵਾਰ ਜਦੋਂ ਰਲ ਮਿਲ ਕੇ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਨਾਮ ਗੁਰਬਾਣੀ ਦੇ ਰੰਗਾਂ ਵਾਲਾ ਸਤਸੰਗ ਕਰਦੇ ਹਨ, ਉਦੋਂ ਅਸਚਰਜ ਆਨੰਦ ਬਿਨੋਦੀ ਲੀਲਾ ਬਣਦੀ ਹੈ ਜੋ ਬੜੇ ਬੜੇ ਰਾਜਿਆਂ ਮਹਾਰਾਜਿਆਂ ਨੂੰ ਵੀ ਨਸੀਬ ਨਹੀਂ ਹੁੰਦੀ। ਸਗੋਂ ਰਾਜੇ ਮਹਾਰਾਜੇ ਤਾਂ ਰਾਜ ਸਾਜ ਕਰਦੇ ਹੋਏ ਵੀ ਸੋਗੀ ਰੰਜੋਗੀ ਰਹਿੰਦੇ ਹਨ। ਵਿਸ਼ੇ ਵਿਕਾਰਾਂ ਦੀ ਖੱਚ ਨੇ ਉਹਨਾਂ ਦਾ ਮਨ ਮੁਸਰਤੀ ਮੱਚ ਮਾਰ ਦਿੱਤਾ ਹੁੰਦਾ ਹੈ। ਉਹਨਾਂ ਦੇ ਚਿਹਰੇ ਤੇ ਕਦੇ ਬਸ਼ਾਸ਼ਤ ਆਉਂਦੀ ਹੀ ਨਹੀਂ। ਸਦਾ ਗਮੀ ਦੀ ਗਨੂਦਗੀ ਭਰੀ ਆਲੂਦਗੀ ਨੁਮਾਇਆਂ ਰਹਿੰਦੀ ਹੈ। ਪਰਿਵਾਰ ਸਾਧਾਰੀ ਗੁਰਮੁਖ ਜਨਾਂ ਦੇ ਹਿਰਦਿਆਂ ਦੇ ਸਦਾ ਸ਼ਗੁਫਤੀ ਖੇੜੇ ਉਹਨਾਂ ਦੇ ਚਿਹਰਿਆਂ ਨੂੰ ਵੀ ਖਿੜਾਈ ਮਹਿਜੁਜ਼ਾਈ ਰੱਖਦੇ ਹਨ। ਉਹ ਸਦਾ ਹਸੰਦੇ ਵਿਗਸੰਦੇ ਰਹਿੰਦੇ ਹਨ, ਮਗਨ ਆਨੰਦੀ ਕੇਲ ਕਰੰਦੇ ਰਹਿੰਦੇ ਹਨ। ਭੁੰਚਣ ਯੋਗ ਪਦਾਰਥਾਂ ਨੂੰ ਭੁੰਚਦਿਆਂ, ਪਹਿਰਨ ਯੋਗ ਸਾਧਾਰਨ ਗੁਰਮੁਖੀ ਪੁਸ਼ਾਕਿਆਂ ਨੂੰ ਪਹਿਰਦਿਆਂ, ਫੈਸ਼ਨ ਪ੍ਰਸਤੀ ਅਤੇ ਇਸ਼ਰਤ ਇਸ਼ਰਤੀ ਤੋਂ ਸਦਾ ਨਿਰਲੇਪ ਰਹਿੰਦੇ ਹਨ। ਐਸ਼ ਪ੍ਰਸਤਾਂ ਦੀ ਸ਼ਰਰ ਅੰਗੇਜ਼ ਜ਼ੈਬਾਇਸ਼ ਅਰਾਇਸ਼ ਨੁਮਾਇਸ਼ ਦਾ ਤਿਨਾਂ ਨੂੰ ਲੇਸ ਨਹੀਂ ਲੱਗਦਾ। ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿੱਚੇ ਹੋਵੈ ਮੁਕਤ। ਇਸ ਦਾ ਇਹ ਭਾਵ ਨਹੀਂ ਕਿ ਸਿਨੇਮੇ ਥੀਏਟਰਾਂ ਵਾਲੇ ਖੇਲ ਤਮਾਸ਼ੇ ਨਿਸੰਗ ਦੇਖਣ ਤੇ ਮਨ ਭਾਉਂਦੇ ਐਸ਼ ਮਾਨਣ। ਇਹਨਾਂ ਭੰਵਰ ਕਰਮਾਂ ਤੋਂ ਅਟੰਕ ਰਹਿੰਦੇ ਹੋਏ ਉਹਨਾਂ ਦੇ ਮਨ ਅਹਿਲਾਦ ਪਰਮਾਰਥੀ ਰੰਗ ਵਾਲੇ ਹੁੰਦੇ ਹਨ। ਗ੍ਰਸਤ ਰਾਜ ਦਾ ਆਨੰਦ ਅਹਿਲਾਦੀ ਸਵਾਦ ਨਾਮ ਰਸੀੜੇ ਗੁਰਮੁਖ ਜਨ ਹੀ ਮਾਣਦੇ ਹਨ ਅਤੇ ਗ੍ਰਸਤ ਵਿੱਚ ਰਹਿ ਕੇ ਹੀ ਮਾਣਦੇ ਹਨ। ਇਸ ਕਰਕੇ ਹੀ ਤਿਨਾਂ ਦੀ ਰਾਜ ਲੀਲਾ ਅਸਚਰਜ ਬਿਸਮਤਾ ਵਾਲੀ ਹੁੰਦੀ ਹੈ, ਜਿਸ ਦੇ ਅੱਗੇ ਹੋਰ ਲੀਲਾਵਾਂ ਕ੍ਰਿਸ਼ਨ ਲੀਲਾ ਤੇ ਰਾਮ ਲੀਲਾ ਵਾਲੀਆਂ ਸਭ ਮਾਤ ਹਨ। ਰਾਜ ਲੀਲਾ ਵਾਲਾ ਸੁਭਾਗ ਤਾਂ ਤਿਨਾਂ ਨੂੰ ਇਉਂ ਬਣ ਆਉਂਦਾ ਹੈ ਅਤੇ ਤਤ ਪਰਮਾਰਥੀ ਸੱਚਾ ਯੋਗ ਉਹਨਾਂ ਨੂੰ ਬਣ ਆਉਂਦਾ ਹੈ। ਕੀਰਤਨ ਗਾਇਆਂ ਵਾਹਿਗੁਰੂ ਦੇ ਆਤਮ ਰੰਗਾਂ ਵਾਲਾ ਕੀਰਤਨ ਗੁਰਮੁਖ ਗ੍ਰਸਤੀਆਂ ਨੂੰ ਸਹਿਜ ਯੋਗ ਵਿੱਚ ਸੁਤੇ ਹੀ ਲੀਨ ਰੱਖਦਾ ਹੈ। ਜੋਗ ਬਣਿਆ ਤੇਰਾ ਕੀਰਤਨ ਗਾਈ, ਸੱਚੜਾ ਯੋਗ ਗੁਰਬਾਣੀ ਦਾ ਕੀਰਤਨ ਹੈ। ਕੀਰਤਨ ਵਿੱਚ ਜੁਟਿਆਂ ਇੱਕ ਤੁਰਤ ਫੁਰਤੀ ਸੁਰਤ ਅਲਾਂਬੇ ਨਾਲ ਸਹਿਜ ਯੋਗ ਵਿੱਚ ਜੁੜ ਜਾਈਦਾ ਹੈ। ਪਰਮਾਤਮਾ ਦੇ ਚਰਨਾਂ ਨਾਲ ਤੁਰਤ ਫੁਰਤ ਜੋੜਨ ਹਿਤ ਗੁਰਬਾਣੀ ਦਾ ਕੀਰਤਨ ਖਾਸ ਪਾਰਸ ਕਲਾ ਰੱਖਦਾ ਹੈ। ਇਉਂ ਵਾਹਿਗੁਰੂ ਜੀ ਦੀ ਓਟ ਲਿਆਂ, ਵਾਹਿਗੁਰੂ ਦਾ ਓਲਾ ਆਸਰਾ ਲਿਆਂ, ਗੁਰਮੁਖ ਗ੍ਰਸਤੀਆਂ ਨੂੰ ਸਰਬ ਸੁੱਖਾਂ ਦਾ ਬਣਾਓ ਸਰੰਜਾਓ ਬਣ ਆਉਂਦਾ ਹੈ। ਆਰਥਕ ਪਰਮਾਰਥਕ ਸੁੱਖ ਸਾਰੇ ਹੀ ਗੁਰਮੁਖ ਗ੍ਰਸਤੀਆਂ ਦੇ ਪਿੱਛੇ ਲੱਗੇ ਫਿਰਦੇ ਹਨ ਅਤੇ ਅਗਿਆਨ ਭਰਮ ਦੇ ਸਾਰੇ ਪਰਦੇ ਸਤਿਗੁਰੂ ਉਹਨਾਂ ਦੇ ਖੋਲ ਦਿੰਦਾ ਹੈ। ਜਿਤਨੇ ਵੀ ਦੁੱਖ ਕਲੇਸ਼ ਸੰਸਾਰੀਆਂ ਨੂੰ ਵਿਆਪਦੇ ਹਨ, ਸੋ ਅਗਿਆਨ ਭਰਮ ਕਰਕੇ ਹੀ ਵਿਆਪਦੇ ਹਨ।
ਤਿਸ ਅਗਿਆਨ ਭਰਮ ਦੇ ਪਰਦੇ ਸਤਿਗੁਰੂ ਨੇ ਖੋਲ ਦਿੱਤੇ ਹਨ ਆਪਣੇ ਗੁਰਸਿੱਖਾਂ ਦੇ। ਸਭ ਤੋਂ ਵੱਡਾ ਤੇ ਤਕੜਾ ਜ਼ੋਰ ਜਕੜਾ ਪੜਦਾ ਹਉਮੈ ਦਾ ਭਰਮ ਅਨਸਾਰੀ ਅਗਿਆਨ ਗੁਬਾਰੀ ਪੜਦਾ ਪਿਆ ਹੋਇਆ ਹੁੰਦਾ ਹੈ ਮਨਮੁੱਖਾਂ ਦੀ ਬੁੱਧੀ ਤੇ। ਇਹ ਪੜਦਾ ਨਾਮ ਦੀ ਬਰਕਤ ਨਾਲ ਤਤਕਾਲ ਹੀ ਫਟ ਜਾਂਦਾ ਹੈ। ਹਉਮੈ ਦਾ ਪੜਦਾ ਪਾੜਨ ਨੂੰ ਗੁਰਮਤਿ ਨਾਮ ਦੀ ਸ਼ਕਤ ਕਲਾ ਅਰਥਾਤ ਸਮਰੱਥਤਾ ਅਤਿਸ਼ੈ ਬਲਵਾਨ ਅਤੇ ਸ਼ਕਤੀਮਾਨ ਹੈ ਅਤੇ ਨਾਮ ਸਤਿਗੁਰੂ ਦੀ ਬਖਸ਼ਿਸ਼ ਕਰਕੇ ਹੈ। ਤਾਂ ਤੇ ਇਹ ਆਖਣਾ ਅਤਿਅੰਤ ਹੀ ਉਚਿਤ ਹੈ ਕਿ ਭਰਮ ਕੇ ਪੜਦੇ ਸਤਿਗੁਰ ਖੋਲੇ। ਸਤਿਗੁਰੂ ਨੇ ਹੀ ਭਰਮ ਦੇ ਪੜਦੇ ਖੋਲ ਦਿੱਤੇ ਹਨ। ਸਤਿਗੁਰੂ ਦਾ ਹੁਕਮ ਬੁੱਝ ਕੇ ਸਤਿਗੁਰੂ ਦੇ ਸਮਗਰ ਹੁਕਮ ਦੇ ਅਨੁਸਾਰੀ ਆਗਿਆਕਾਰੀ ਹੋ ਕੇ ਗੁਰਸਿੱਖ ਗ੍ਰਸਤੀ ਜਨ ਗ੍ਰਸਤ ਵਿੱਚ ਰਹਿ ਕੇ ਹੀ ਅਰਥਾਤ ਵਿਵਹਾਰ ਦਾ ਠਾਠਾ ਬਾਗਾ ਕਰਦੇ ਹੋਏ ਸਾਰੇ ਪਰਮਾਰਥੀ ਰੰਗ ਰਸ ਮਾਣਦੇ ਹਨ ਅਤੇ ਸਤਿਗੁਰੂ ਦੇ ਸਮਗਰ ਹੁਕਮਾਂ ਦਾ ਪੁੰਜ ਸਮੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਸ ਅੰਦਰ ਸਾਰੇ ਗੁਰ ਹੁਕਮ ਬਿਰਾਜਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਿਰਾਜਮਾਨ ਗੁਰਬਾਣੀ ਸਮੁੱਚੇ ਗੁਰ ਹੁਕਮਾਂ ਦਾ ਪੁੰਜ ਹੈ। ਗੁਰਸਿੱਖ ਗ੍ਰਸਤੀ ਰਾਜ ਜੋਗੀ ਨਿਤਾਪ੍ਰਤ ਅੰਮ੍ਰਿਤ ਵੇਲੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਆਵਾਜ਼ਾਂ ਲੈਂਦੇ ਹਨ, ਫਿਰ ਉਸੇ ਹੁਕਮ ਦੇ ਅਨੁਸਾਰੀ ਹੁੰਦੇ ਹੋਏ ਕੰਮਾਂ ਵਿੱਚ ਲੱਗਦੇ ਹਨ। ਇਉਂ ਕੰਮਾਂ ਵਿੱਚ ਪ੍ਰਵਿਰਤ ਹੁੰਦੇ ਹੋਏ ਵੀ ਨਿਰਵਿਰਤ ਰਹਿੰਦੇ ਹਨ, ਕਰਮ ਕਰਦੇ ਹੋਏ ਵੀ ਨਿਹਕਰਮ ਰਹਿੰਦੇ ਹਨ, ਨਿਹ ਕੇਵਲ ਰਹਿ ਕੇ ਰਾਜ ਜੋਗ ਮਾਣਦੇ ਹਨ। ਯੋਗ ਪਦ ਤਾਂ ਉਹਨਾਂ ਨੂੰ ਗੁਰਬਾਣੀ ਕੀਰਤਨ ਦੇ ਆਸਰੇ ਸਹਿਜ ਹੀ ਪ੍ਰਾਪਤ ਹੋ ਜਾਂਦਾ ਹੈ। ਜਿਸ ਜੋਗ ਨੂੰ ਜੋਗੀ ਸਾਰੀ ਉਮਰ ਟੱਕਰਾਂ ਮਾਰ ਹੱਠ ਕਰਮ ਕਮਾ ਕੇ ਵੀ ਪ੍ਰਾਪਤ ਨਹੀਂ ਹੁੰਦੇ, ਤਿਸ ਸਹਿਜ ਜੋਗ ਦੀ ਪ੍ਰਾਪਤੀ ਗੁਰਮੁਖ ਉਦਾਸੀਆਂ ਲਈ ਇੱਕ ਖੱਬੇ ਹੱਥ ਦੀ ਖੇਡ ਹੈ। ਸਤਿਗੁਰੂ ਦੇ ਹੁਕਮਾਂ ਅਨੁਸਾਰੀ ਕਰਮ ਕਮਾਉਣੇ ਹੀ ਸਤਿਗੁਰੂ ਦੀ ਸੱਚੀ ਸੇਵਾ ਹੈ। ਸਤਿਗੁਰੂ ਦਾ ਹੁਕਮਾਂ ਸਿਰ ਹੁਕਮ ਅਤੇ ਸਤਿਗੁਰੂ ਹੁਕਮਾਂ ਦਾ ਦਰਸਾਇਆ ਕਰਮਾਂ ਸਿਰ ਕਰਮ, ਸਤਿਗੁਰੂ ਦਰਸਾਈ ਦ੍ਰਿੜਾਈ ਤਤ ਸੇਵਾ ਸਿਮਰਨ ਸਿਫਤ ਸਲਾਹ ਹੈ। ਇਸ ਸਿਮਰਨ ਰੂਪੀ ਸੇਵਾ ਦੇ ਨਹਿਕਰਮ ਕਮਾਵਣ ਕਰ ਮਹਾ ਨਿਰਵਾਣ ਪਦ ਹਾਸਲ ਹੁੰਦਾ ਹੈ। ਸਤਿਗੁਰ ਸੇਵਾ ਮਹਾ ਨਿਰਵਾਣੇ, ਜੋ ਅੱਜ ਤਾਈਂ ਕਿਸੇ ਜੋਗੀ ਸਹਿਜੋਗੀ ਕਰਮ ਜੋਗੀ ਨੂੰ ਹਾਸਲ ਨਹੀਂ ਹੋਇਆ। ਇਸ ਤੋਂ ਬੁੱਧ ਸਾਰਖੇ ਮਾਇਆ ਤਿਆਗੀ ਤਪੀ ਵੀ ਵਾਂਝੇ ਰਹਿ ਗਏ। ਗੁਰਮਤਿ ਨਿਰਵਾਣ ਅਟਲ ਨਿਹਚਲ ਪਦ ਵਾਲਾ ਮਹਾ ਨਿਰਵਾਣ ਪਦ ਹੈ ਜੋ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ। ਗੁਰਮਤਿ ਅੰਦਰ ਅਕਾਲ ਪੁਰਖ ਦਾ ਮਿਲਾਪ ਹੀ ਨਿਰਵਾਣ ਮਹਾ ਨਿਰਵਾਣ ਹੈ। ਬੁੱਧ ਮਤ ਅੰਦਰ ਨਿਰਵਾਣ ਇੱਕ ਮਹਾ ਸ਼ੂਨਯ ਅਵਸਥਾ ਦਾ ਨਾਉ ਹੈ, ਜਿੱਥੇ ਅਸਤ ਨਾਸਤ ਦੋਵੇਂ ਨਾ ਰਹਿਣ। ਬੁੱਧ ਜੀ ਨੇ ਆਪ ਇੱਕ ਜਗ੍ਹਾ ਆਖਿਆ ਹੈ ਕਿ ਰੋਗ ਦਵੈਖ ਮੋਹ ਦੇ ਮਿਟ ਜਾਣ ਦਾ ਨਾਉ ਨਿਰਵਾਣ ਪਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇਹ ਪਦ ਨਿਰਵਾਣ ਮਹਾਸ਼ੂਨਯ ਦੇ ਅਰਥਾਂ ਵਿੱਚ ਕਿਤੇ ਨਹੀਂ ਆਇਆ, ਕਲਿਆਣ ਜਾਂ ਮੁਕਤੀ ਦੇ ਅਰਥਾਂ ਵਿੱਚ ਆਇਆ ਹੈ ਜਾਂ ਦਵੰਦਾਂ ਤੋਂ ਛੁੱਟ ਕੇ ਵਾਹਿਗੁਰੂ ਪ੍ਰਾਪਤੀ ਦੇ ਅਰਥਾਂ ਵਿੱਚ ਆਇਆ ਹੈ। ਮਾਇਆ ਤੋਂ ਉੱਚਾ ਉੱਠ ਕੇ ਪਰਮਾਤਮਾ ਨਾਲ ਮਿਲਣ ਦੀ ਦਸ਼ਾ ਨਿਹਚਲ ਪਦ ਅਟਲ ਪਦਵੀ ਨੂੰ ਮਹਾ ਨਿਰਵਾਣ ਆਖਿਆ ਗਿਆ ਹੈ ਅਤੇ ਜਿਵੇਂ ਮੁਕਤੀ ਨੂੰ ਪ੍ਰਾਪਤ ਹੋਏ ਪੁਰਖਾਂ ਨੂੰ ਮੁਕਤ ਜੀਵਨ ਮੁਕਤ ਆਖਿਆ ਜਾਂਦਾ ਹੈ, ਤਿਵੇਂ ਹੀ ਨਿਰਵਾਣ ਪਦ ਪ੍ਰਾਪਤੀ ਵਾਲੇ ਗੁਰਮੁਖ ਜਨ ਨੂੰ ਗੁਰਬਾਣੀ ਵਿੱਚ ਨਿਰਵਾਣ ਦਾ ਖਿਤਾਬ ਵੀ ਦਿੱਤਾ ਗਿਆ ਹੈ। ਜਿੱਥੇ ਗੁਰਬਾਣੀ ਅੰਦਰ ਨਿਰਵਾਣ ਕੀਰਤਨ ਜੁੜਤ ਪਦ ਕੰਪਾਊਂਡ ਵਰਡ ਵਰਤਿਆ ਗਿਆ ਹੈ, ਉੱਥੇ ਨਿਰਵਾਣ ਕੀਰਤਨ ਦਾ ਅਰਥ ਹੈ ਨਿਰਵਾਣ ਪਦ ਨੂੰ ਪਹੁੰਚਾਉਣ ਵਾਲਾ ਕੀਰਤਨ, ਨਿਰਵਾਣ ਕਰਨਹਾਰਾ ਕੀਰਤਨ। ਇੱਕ ਰਸ ਅਖੰਡ ਕੀਰਤਨ ਨੂੰ ਵੀ ਗੁਰਮਤਿ ਸੰਗਿਆ ਅੰਦਰ ਨਿਰਵਾਣ ਕੀਰਤਨ ਕਰਕੇ ਸੰਕੇਤਿਆ ਜਾਂਦਾ ਹੈ। ਨਿਰਾ ਬਾਣੀ ਦਾ ਕੀਰਤਨ, ਨਿਰੋਲ ਗੁਰਬਾਣੀ ਦੇ ਕੀਰਤਨ ਨੂੰ ਵੀ ਨਿਰਵਾਣ ਕੀਰਤਨ ਕੀਰਤਨ ਰਸੀਏ ਆਖਦੇ ਹਨ, ਜਿਸ ਵਿੱਚ ਕੱਚੀ ਬਾਣੀ ਦਾ ਮਿਲਾਪ ਨਾ ਹੋਵੇ। ਨਿਰੋਲ ਨਿਰਾ ਗੁਰਬਾਣੀ ਦਾ ਹੀ ਕੀਰਤਨ ਹੋਵੇ, ਉਹ ਨਿਰਵਾਣ ਕੀਰਤਨ ਗੁਰਮਤਿ ਅੰਦਰ ਪ੍ਰਵਾਨ ਅਤੇ ਪ੍ਰਧਾਨ ਹੈ। ਜਿਸ ਗੁਰਮੁਖ ਜਨ ਨੇ ਗ੍ਰਸਤ ਵਿੱਚ ਰਹਿ ਕੇ ਹੀ ਗੁਰਮਤਿ ਨਾਮ ਨਹਿਕਾਮ ਦੀਆਂ ਅਤੁੱਟ ਨਿਰਵਾਣ ਕਮਾਈਆਂ ਕਰਕੇ ਅਤੇ ਗੁਰਮਤਿ ਅਭਿਆਸ ਕਰਮ ਕਮਾਉਂਦਿਆਂ ਹੋਇਆਂ ਨਹਿਕਰਮੀ ਰਹਿ ਕੇ ਵਾਹਿਗੁਰੂ ਅਪਰੋਕਸ਼ ਗਿਆਨ ਗਮਿਆ ਹੈ,
ਪ੍ਰਤੱਖ ਗਿਆਨ ਪ੍ਰਚੰਡਨੀ ਦਰਸ਼ਨ ਕੀਤਾ ਹੈ। ਸੋਈ ਪਰਵਾਨ ਗ੍ਰਸਤ ਉਦਾਸ ਸੱਚਾ ਰਾਹ ਜੋਗੀ ਹੈ, ਜਾਗਦਾ ਜੋਗੀ ਹੈ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਭਾਈ ਗੁਰਦਾਸ ਜੀ ਦਾ ਮਹਾਵਾਕ ਵੀ ਇਸ ਗੁਰਵਾਕ ਪੰਕਤੀ ਦੀ ਪ੍ਰੋੜਤਾ ਕਰਦਾ ਹੈ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ। ਇਸ ਦੇ ਨਾਲ ਦੀ ਦੂਜੀ ਗੁਰਵਾਕ ਪੰਕਤੀ ਦੱਸਦੀ ਹੈ, ਜੋ ਗੁਰਮੁਖ ਜਨ ਨਾਮ ਰੰਗਾਂ ਵਿੱਚ ਰਤਿਆ ਹੋਇਆ ਹੈ ਸੋ ਜਨ ਨਿਰਵਾਣ ਹੈ, ਅਰਥਾਤ ਨਿਰਵਾਣ ਪਦ ਨੂੰ ਪੁੱਗਿਆ ਹੋਇਆ ਹੈ। ਨਾਮ ਰਤਾ ਸੋਈ ਨਿਰਵਾਣ। ਅਤੇ ਜਿਸ ਜਨ ਨੂੰ ਨਾਮ ਰੂਪੀ ਸੱਚਾ ਨਿਧਾਨ ਮਿਲਿਆ ਹੈ, ਤਿਸ ਦਾ ਇਹ ਨਾਮ ਨਿਧਾਨੀ ਖਜ਼ਾਨਾ ਫੇਰ ਸਦਾ ਭਰਿਆ ਹੀ, ਪੂਰਿਆ ਹੀ ਰਹਿੰਦਾ ਹੈ, ਕਦੇ ਨਿਖੁੱਟਦਾ ਨਹੀਂ। ਨਾਮ ਨਾਲ ਭਰਪੂਰ ਹੀ ਰਹਿੰਦਾ ਹੈ। ਇੱਕ ਵਾਰ ਇਹ ਨਾਮ ਰੂਪੀ ਨਿਧਾਨ ਮਿਲ ਜਾਏ ਸਹੀ, ਫਿਰ ਇਹ ਉਸ ਗੁਰਮੁਖ ਜਨ ਨੂੰ ਮਿਲਿਆ ਨਾਮ ਨਿਧਾਨ ਰੂਪੀ ਖਜ਼ਾਨਾ ਕਦੇ ਊਣਾ ਨਹੀਂ ਹੁੰਦਾ, ਸਦਾ ਸੁਭਰ ਭਰਿਆ ਭਰਪੁਰਿਆ ਹੀ ਰਹਿੰਦਾ ਹੈ। ਭਨਤ ਨਾਨਕ ਤਾਕਾ ਪੂਰ ਖਜ਼ਾਨਾ। ਜੋ ਜਨ ਵਾਹਿਗੁਰੂ ਨਾਮ ਬਿਨਾ ਹੋਰ ਕੋਈ ਕਰਮ ਕਿਰਿਆ ਕੰਮ ਸੰਧੀ ਸੇਵਾ ਨਹੀਂ ਕਰਦਾ, ਉਹ ਨਿਹਕੇਵਲ ਕਰਮੀਆਂ ਹੈ। ਹੋਰ ਸਭ ਕਰਮਾਂ ਤੋਂ ਨਿਹਕਰਮ ਹੋ ਕੇ ਜੋ ਕੇਵਲ ਵਾਹਿਗੁਰੂ ਪ੍ਰਾਇਣ ਕਰਮ ਹੀ ਕਰਦਾ ਹੈ, ਉਹ ਗੁਰਮਤ ਅੰਦਰ ਨਿਹਕੇਵਲ ਕਰਮ ਕਮਾਵਣ ਹਾਰਾ ਸਦਾਉਂਦਾ ਹੈ। ਜਿਸ ਦੇ ਨਿਕਟ ਵਾਹਿਗੁਰੂ ਨਾਮ ਅਭਿਆਸ ਕਮਾਈ ਹੀ ਵਾਹਿਗੁਰੂ ਦੀ ਸੇਵਾ ਹੈ। ਹੋਰ ਦੂਜੀ ਸੇਵਾ ਦੁਤੀਏ ਭਾਵ ਦੀ ਪੂਜਾ ਜਿਸ ਦੇ ਭਾਣੇ ਨਫੀ ਨਿਲ ਹੀ ਹੈ, ਉਹ ਨਿਹਕੇਵਲ ਕਰਮ ਕਮਾਵਣੀਆਂ ਕਮਾਉਂਦਾ ਹੈ। ਜਿਸ ਦੇ ਉੱਚ ਆਦਰਸ਼ੀ ਇਰਾਦੇ ਅੰਦਰ ਵਾਹਿਗੁਰੂ ਨਾਮ ਸਿਮਰਨ ਦੇ ਵਾਹਿਗੁਰੂ ਦਰਸ਼ਨ, ਵਾਹਿਗੁਰੂ ਪ੍ਰਾਪਤੀਮਈ ਫਲ ਤੋਂ ਬਿਨਾਂ ਹੋਰ ਫਲਾਂ ਤੋਂ ਨਿਰਇੱਛਤ ਰਹਿਣਾ ਦ੍ਰਿੜ ਹੋਇਆ ਵਿਆ ਹੈ, ਉਹ ਨਿਹਕੇਵਲ ਕਰਮ ਕਰਨਹਾਰਾ ਨਿਰਇੱਛਤੀਆ ਉੱਤਮ ਪਦ ਵਾਲਾ ਹਰ ਕਾ ਲੋਗ ਹੈ। ਜਿਸ ਨੇ ਵਾਹਿਗੁਰੂ ਨਾਮ ਸਿਮਰਨ ਰੂਪੀ ਸੇਵਾ ਤੋਂ ਬਿਨਾਂ ਦੂਜੀ ਸੇਵਾ ਕਰਨਾ ਮਨੁੱਖਾ ਜਨਮ ਨੂੰ ਬਿਰਥਾ ਗਵਾਉਣਾ ਮੰਨਿਆ ਹੋਇਆ ਹੈ, ਉਹ ਅਨੰਨ ਅਕਾਲ ਸੇਵੀ ਅਕਾਲ ਪੁਰਖ ਦਾ ਸੱਚਾ ਸੁੱਚਾ ਆਸ਼ਕ ਉਪਾਸ਼ਕ ਜਨ ਨਿਹਕੇਵਲ ਕਰਮ ਕਰਨ ਦਾ ਸਾਧਕ ਸਿਦਕੀਆ ਸ਼ਰਧਾਵਾਨ ਹੈ। ਜਿਸ ਜਨ ਨੇ ਵਾਹਿਗੁਰੂ ਨਾਮ ਅਤੇ ਵਾਹਿਗੁਰੂ ਦੀ ਪ੍ਰੀਤ ਨੂੰ ਸੱਚੀ ਅਤੇ ਕਰਨਯੋਗ ਹਕੀਕੀ ਪ੍ਰੀਤ ਕਰਕੇ ਜਾਣਿਆ ਹੈ, ਜਿਸ ਨੇ ਵਾਹਿਗੁਰੂ ਸਿਮਰਨ ਵਾਲੀ ਰੀਤੀ ਨੂੰ ਹੀ ਸੱਚੀ ਸੱਚ ਰੀਤਾਵਨੀ ਰੀਤ ਕਰਕੇ ਸਮਝਿਆ ਹੋਇਆ ਹੈ ਅਤੇ ਮਨ ਬਚ ਕਰਮ ਕਰਕੇ ਸਮਝਿਆ ਹੋਇਆ ਹੈ, ਉਹੀ ਸੱਚਾ ਨਿਹਕੇਵਲ ਕਰਮ ਰੀਤ ਰੀਤਨੀਆਂ ਨਿਹਕੇਵਲ ਕਰਮ ਕਰਮੀਆਂ ਹੈ। ਜਿਸ ਵਾਹਿਗੁਰੂ ਨਾਮ ਦੇ ਅਨੰਨ ਉਪਾਸ਼ਕ ਨੇ, ਗੁਰਬਾਣੀ ਪੜ੍ਹਨ ਸੁਣਨ ਗਾਵਣ ਦੇ ਸੱਚੇ ਆਸ਼ਕ ਨੇ, ਵਾਹਿਗੁਰੂ ਨਾਮ ਸਿਫਤ ਸਲਾਹ ਗੁਰਬਾਣੀ ਕੀਰਤਨ ਨੂੰ ਸੱਚੀ ਕਥਾ ਕਹਾਣੀ ਕਰਕੇ ਸਨਮਾਨਿਆ ਹੋਇਆ ਹੈ ਅਤੇ ਹੋਰ ਚੁੰਚ ਕਥਾਵਾਂ ਤੋਂ ਕੱਚੀਆਂ ਕਹਾਣੀਆਂ ਤੋਂ ਮੂੰਹ ਮੋੜ ਚਿੱਤ ਬਿਰਤੀ ਨੂੰ ਹੋੜਿਆ ਹੋਇਆ ਹੈ, ਉਹੀ ਨਿਰੋਲ ਨਿਹਕੇਵਲ ਕਰਮੀਆਂ ਹੈ। ਉਹ ਵਾਹਿਗੁਰੂ ਅਤੇ ਵਾਹਿਗੁਰੂ ਨਾਮ ਦੇ ਪ੍ਰੇਮ ਵਿੱਚ ਹੀ ਭਿੱਜੇ ਰਹਿਣ ਨੂੰ ਸੱਚੀ ਨਿਹਕਰਮ ਕਰਨੀ ਵਾਲੀ ਸੇਵਾ ਸਮਝਦਾ ਹੈ। ਜਿਸ ਦੇ ਭਾਣੇ ਜਿਸ ਦੇ ਨਜ਼ਦੀਕ ਵਾਹਿਗੁਰੂ ਨਾਮ ਹੀ ਸਿਮਰਿਤ ਬੇਦ ਹੈ, ਵਾਹਿਗੁਰੂ ਨਾਮ ਹੀ ਸੱਚਾ ਸ਼ਾਸਤਰ ਪੁਰਾਣ ਹੈ, ਜੋ ਅਨੰਦ ਸਿੱਖ ਵਾਹਿਗੁਰੂ ਨਾਮ ਤੋਂ ਛੁੱਟ ਹੋਰ ਕਿਸੇ ਬੇਦ ਨੂੰ ਬੇਦ ਨਹੀਂ ਸਮਝਦਾ, ਹੋਰ ਕਿਸੇ ਸ਼ਾਸਤਰ ਨੂੰ ਸੱਚਾ ਸ਼ਾਸਤਰ ਕਰਕੇ ਨਹੀਂ ਜਾਣਦਾ, ਹੋਰ ਕਿਸੇ ਸਿਮਰਤੀ ਨੂੰ ਸੱਚੀ ਸਿਮਰਤੀ ਕਰਕੇ ਨਹੀਂ ਬੁੱਝਦਾ, ਵਾਹਿਗੁਰੂ ਨਾਮ ਤੋਂ ਬਿਨਾਂ ਕਿਸੇ ਹੋਰ ਪੁਰਾਣ ਨੂੰ ਪੁਰਾਣ ਕਰਕੇ ਨਹੀਂ ਮੰਨਦਾ, ਵਾਹਿਗੁਰੂ ਨਾਮ ਰੂਪੀ ਸੱਚੇ ਕੁਰਾਨ ਤੋਂ ਬਿਨਾਂ ਕਿਸੇ ਹੋਰ ਕੁਰਾਨ ਨੂੰ ਕੁਰਾਨ ਕਰਕੇ ਨਹੀਂ ਮੰਨਦਾ, ਉਹ ਅਸਲ ਨਿਹਕੇਵਲ ਕਰਮ ਕਰਮੀ ਹੈ। ਵਾਹਿਗੁਰੂ ਨਾਮ ਨੂੰ ਹੀ ਜਿਸ ਨੇ ਬੰਧਪ ਕਰਕੇ ਜਾਣਿਆ ਹੋਇਆ ਹੈ, ਵਾਹਿਗੁਰੂ ਨਾਮ ਨੂੰ ਹੀ ਜਿਸ ਨੇ ਭਾਈ ਸਖਾ ਸਹਾਈ ਕਰਕੇ ਪਛਾਣਿਆ ਹੋਇਆ ਹੈ, ਵਾਹਿਗੁਰੂ ਨਾਮ ਤੋਂ ਬਿਨਾਂ ਹੋਰ ਕਿਸੇ ਸਾਕ ਰਿਸ਼ਤੇ ਨੂੰ ਨਹੀਂ ਸਿਆਣਦਾ, ਉਹੀ ਦਰ ਹਕੀਕਤ ਸੱਚੜਾ ਨਿਹਕੇਵਲ ਕਰਮੀਆਂ ਕਰਮਕਾਰੀ ਹੈ। ਵਾਹਿਗੁਰੂ ਨਾਮ ਦੀ ਹੀ ਆਕਾਂਖਿਆ ਜਿਸ ਨੂੰ ਬਣੀ ਰਹਿੰਦੀ ਹੈ, ਵਾਹਿਗੁਰੂ ਨਾਮ ਸਿਮਰਨ ਦੀ ਹੀ ਜਿਸ ਨੂੰ ਖਿਨ-ਖਿਨ ਭੁੱਖ ਲੱਗੀ ਰਹਿੰਦੀ ਹੈ, ਵਾਹਿਗੁਰੂ ਨਾਮ ਤੋਂ ਛੁੱਟ ਜਿਸ ਦੀ ਹੋਰ ਕੋਈ ਆਕਾਂਖਿਆ ਨਹੀਂ, ਵਾਹਿਗੁਰੂ ਨਾਮ ਦੀ ਭੁੱਖ ਤੋਂ ਛੁੱਟ ਜਿਸ ਨੂੰ ਹੋਰ ਕੋਈ ਭੁੱਖ ਨਹੀਂ, ਉਹ ਨਿਹਕੇਵਲ ਪਦ ਵਾਲਾ
ਸੱਚਾ ਨਹਿਕਰਮੀ ਸੁਚਿਆਰ ਸਿੱਖ ਹੈ, ਜਿਸ ਨੂੰ ਵਾਹਿਗੁਰੂ ਨਾਮ ਸਿਮਰਨ ਰੂਪੀ ਤ੍ਰਿਪਤੀ ਤੋਂ ਬਿਨਾਂ ਹੋਰ ਕਿਸੇ ਕਰਮ ਦੇ ਕਰਨ ਕਰ ਤ੍ਰਿਪਤੀ ਨਹੀਂ ਆਉਂਦੀ। ਕੇਵਲ ਗੁਰਮਤਿ ਨਾਮ ਅਭਿਆਸ ਕਮਾਈ ਵਾਲੇ ਕਰਮ ਕਰਨ ਵਿੱਚ ਹੀ ਸੱਚੀ ਤ੍ਰਿਪਤੀ ਆਉਂਦੀ ਹੈ। ਉਹੀ ਸੱਚੜਾ ਨਾਮ ਤ੍ਰਿਪਤਾਸੀਆ ਨਹਿ ਕੇਵਲ ਕਰਮੀ ਸਿੱਖ ਸੂਰਮਾ ਹੈ, ਜਿਸ ਨੇ ਕੇਵਲ ਵਾਹਿਗੁਰੂ ਦੇ ਪਾਕ ਨਾਮ ਨੂੰ ਹੀ ਅੰਤ ਸਖਾਈ ਹੋਣ ਵਾਲਾ ਸੱਚਾ ਸਾਖ ਸਮਝਿਆ ਹੋਇਆ ਹੈ। ਉਹੀ ਜਨ ਨਹਿ ਕੇਵਲ ਕਰਮ ਕਰਨ ਦਾ ਸੱਚਾ ਸ਼ਰਧਾਲੂ ਹੈ, ਜੋ ਵਾਹਿਗੁਰੂ ਨਾਮ ਦਾ ਵਪਾਰੀ ਵਾਹਿਗੁਰੂ ਨਾਮ ਦੀ ਰਾਸ ਨੂੰ ਹੀ ਖੱਟਣ ਯੋਗ ਸੱਚੀ ਰਾਸ ਪੂੰਜੀ ਪਰਖਦਾ ਹੈ ਅਤੇ ਵਾਹਿਗੁਰੂ ਨਾਮ ਦੀ ਰਾਸ ਪੂੰਜੀ ਬਿਨਾਂ ਹੋਰਸ ਰਾਸ ਪੂੰਜੀ ਨੂੰ ਕੁੜਾਵੀ ਰਾਸ ਸਮਝਦਾ ਹੈ। ਇਸ ਅਸਾਰ ਸੰਸਾਰ ਤੋਂ ਚਲਦਿਆਂ ਹੋਇਆਂ ਅੰਤ ਚਲਾਣੇ ਸਮੇਂ ਕੂਚ ਨਗਾਰਾ ਵੱਜਣ ਦੇ ਸਮੇਂ ਸੰਗ ਸਾਥ ਨਾ ਚੱਲਣ ਵਾਲੀ ਝੂਠੀ ਰਾਸ ਪੂੰਜੀ ਸਮਝਦਾ ਹੈ। ਉਹੀ ਸੱਚੇ ਅਰਥਾਂ ਵਿੱਚ ਨਹਿ ਕੇਵਲ ਕਰਮੀ ਪੁਰਸ਼ ਹੈ। ਜੋ ਜਨ ਕੇਵਲ ਵਾਹਿਗੁਰੂ ਨਾਮ ਧਨ ਨੂੰ ਸਾਥ ਚੱਲਣ ਵਾਲਾ ਸੱਚਾ ਧਨ ਕਰਕੇ ਪਹਿਚਾਨਦਾ ਹੈ, ਉਹੀ ਕੇਵਲ ਉਹੀ ਸੱਚੜਾ ਨਹਿ ਕੇਵਲ ਕਰਮ ਦਾ ਕਰਨ ਕਰਾਵਣ ਹਾਰਾ ਹੈ, ਜਿਸ ਦੇ ਨਿਕਟ ਹੋਰ ਝੂਠੇ ਕਰਮ ਕਮਾਵਣ ਹਾਰੇ ਝੂਠੇ ਕੰਮਾਂ ਵਿੱਚ ਲੱਗਣ ਹਾਰੇ ਸਭ ਝੂਠੇ ਹਨ। ਉਹੀ ਸੱਚਾ ਸੁਚਿਆਰ ਨਹਿ ਕੇਵਲ ਕਰਮਾਂ ਦਾ ਕਰਮਾਚਾਰੀ ਹੈ, ਜੋ ਇਸ ਪ੍ਰਕਾਰ ਦਾ ਵਿਗਿਆਨੀ ਹੈ ਕਿ ਕਰਮਾਂ ਦੇ ਕਰਮ ਕਮਾਵਣੀ ਸਿਲਸਿਲੇ ਵਿੱਚ ਜੋ ਕੁਝ ਹੋ ਰਿਹਾ ਹੈ ਉਸੇ ਵਿੱਚ ਵਾਹਿਗੁਰੂ ਦਾ ਸੱਚ ਰਜ਼ਾਨੀ ਭਾਣਾ ਹੀ ਹੁੰਦਾ ਸਮਝਦਾ ਹੈ ਅਤੇ ਮਨ ਬਚ ਕਰਮ ਕਰਕੇ ਸਮਝਦਾ ਹੈ। ਉਹ ਸੱਚਾ ਨਹਿ ਕੇਵਲ ਪਦ ਦੇ ਨਹਿ ਕਰਮ ਪਦ ਤੇ ਪੁੱਜਿਆ ਹੋਇਆ ਹੈ। ਇਸ ਉੱਪਰਲੇ ਸਮੁੱਚੇ ਸਿਧਾਂਤ ਦੀ ਪ੍ਰੋੜਤਾ ਵਿੱਚ ਇਹ ਹੇਠ ਲਿਖਿਆ ਗੁਰਵਾਕ ਪ੍ਰਮਾਣ ਖੂਬ ਫਬਦਾ ਖੂਬ ਹੀ ਘਟਦਾ ਅਤੇ ਪੂਰਾ ਉਤਰਦਾ ਹੈ। ਦੇਖੋ, ਇੱਕ ਇੱਕ ਤੁਕ ਨਾਲ ਘਟਾ ਕੇ ਦੇਖੋ। ਯਥਾ ਗੁਰਵਾਕ। ਗੁਜਰੀ ਮਹੱਲਾ ਤੀਜਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨੋਂ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਨੀ ਜੀ। ਗੁਰ ਪ੍ਰਸਾਦ ਮੇਰਾ ਮਨ ਭੀਜੈ, ਏਹਾ ਸੇਵ ਬਨੀ ਜਿਉ। ਰਹਾਓ। ਹਰ ਮੇਰਾ ਸਿਮਰਿਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ। ਹਰ ਕੀ ਮੈਂ ਭੂਖ ਲਾਗੈ, ਹਰ ਨਾਮ ਮੇਰਾ ਮਨ ਤ੍ਰਿਪਤੈ। ਹਰ ਮੇਰਾ ਸਾਖ ਅੰਤ ਹੋਏ ਸਖਾਈ। ਹਰ ਬਿਨ ਹੋਰ ਰਾਸ ਕੂੜੀ ਹੈ, ਚਲਦਿਆਂ ਨਾਲ ਨਾ ਜਾਈ। ਹਰ ਮੇਰਾ ਧਨ ਮੇਰਾ ਸਾਥ ਚਾਲੈ, ਜਹਾਂ ਹਉ ਜਾਉ ਤਹ ਜਾਈ। ਸੋ ਝੂਠਾ ਜੋ ਝੂਠੇ ਲਾਗੈ, ਝੂਠੇ ਕਰਮ ਕਮਾਈ। ਕਹੈ ਨਾਨਕ ਹਰ ਕਾ ਭਾਣਾ ਹੋਆ, ਕਹਿਣਾ ਕਛੂ ਨਾ ਜਾਈ। ਅਗਲੇ ਗੁਰ ਪ੍ਰਮਾਣ ਅੰਦਰ ਕਰਮ ਅਭਿਮਾਨੀ ਪੰਡਤਾਂ ਪਰਥਾਏ ਸਨਮੁਖ ਬਚਨ ਉਚਾਰ ਕੇ ਗੁਰੂ ਨਾਨਕ ਤ੍ਰਿਤੀਏਸ ਜੀ ਸੱਚੜੇ ਕਲਿਆਣਕਾਰੀ ਨਹਿ ਕੇਵਲ ਕਰਮ ਨੂੰ ਨਿਰਣਾਉਂਦੇ ਹਨ, ਜਿਸ ਦੁਆਰਾ ਕਿ ਸੱਚੀ ਕਲਿਆਣ ਦਾ ਮਾਰਗ ਖੁੱਲਦਾ ਹੈ ਅਤੇ ਜਿਸ ਨੇ ਕੇਵਲ ਕਰਮ ਨੂੰ ਕਰਕੇ ਸੱਚੀ ਪੰਡਤਾਈ ਪ੍ਰਾਪਤ ਹੁੰਦੀ ਹੈ। ਯਥਾ ਗੁਰਵਾਕ। ਗੁਜਰੀ ਮਹੱਲਾ ਤੀਜਾ। ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ। ਦੂਜੈ ਭਾਏ ਜੇਤਾ ਪੜ੍ਹੈ, ਪੜਤ ਗੁਣਤ ਸਦਾ ਦੁਖ ਹੋਈ। ਹਰ ਚਰਣੀ ਤੂੰ ਲਾਗ ਰਹੋ, ਗੁਰ ਸ਼ਬਦ ਸੋਝੀ ਹੋਈ। ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ। ਰਹਾਓ। ਸਤਿਗੁਰ ਮਿਲਿਆ ਮਨ ਸੰਤੋਖੀਐ, ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ। ਨਾਮ ਨਿਧਾਨ ਪਾਇਆ, ਪਰ ਘਰ ਜਾਏ ਨਾ ਕੋਏ। ਕਥਨੀ ਬਦਨੀ ਜੇ ਕਰੇ, ਮਨਮੁਖ ਬੂਝ ਨਾ ਹੋਏ। ਗੁਰਮਤੀ ਘਟ ਚਾਨਣਾ, ਹਰ ਨਾਮ ਪਾਵੈ ਸੋਏ। ਸੁਣ ਸ਼ਾਸਤਰ ਤੂੰ ਨਾ ਬੁੱਝਹੀ, ਤਾਂ ਫਿਰੈ ਬਾਰੋ ਬਾਰ। ਸੋ ਮੂਰਖ ਜੋ ਆਪ ਨਾ ਪਛਾਣਈ, ਸੱਚ ਨਾ ਧਰੇ ਪਿਆਰ। ਸੱਚੈ ਜਗਤ ਡਹਿਕਾਇਆ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵੈ ਸੋ ਕਰੇ, ਜਿਉ ਤਿਸ ਕੀ ਰਜ਼ਾਏ। ਵਿਆਖਿਆ। ਗੁਰੂ ਤੀਜੀ ਪਾਤਸ਼ਾਹੀ ਫਰਮਾਉਂਦੇ ਹਨ ਕਿ ਗੁਰੂ ਦੁਆਰੇ ਸੱਚੇ ਸਤਿਗੁਰੂ ਪਾਸੋਂ ਸੱਚੀ ਸਿੱਖਿਆ ਗੁਰ ਦੀਖਿਆ ਲੈ ਕੇ ਕੇਵਲ ਨਾਮ ਨਿਧਾਨ ਦੀ ਸਿਮਰਨ ਅਭਿਆਸੀ ਕਰਨੀ ਕਮਾਵਣ ਹਾਰਾ ਨਹਿ ਕੇਵਲ ਕਰਮੀ ਜਨ ਸੱਚ ਕਰਮਵੰਤ ਅਸਲੀ ਪੰਡਿਤ ਹੈ।
ਐਸਾ ਨਹਿ ਕੇਵਲ ਕਰਮੀ ਪੰਡਿਤ ਜਿਸਨੇ ਬਣਨਾ ਹੈ ਸੋ ਨਿਸੰਗ ਬਣ ਲਵੇ। ਨਹੀਂ ਤਾਂ ਹੋਰ ਨਿਰੀਆਂ ਆਨਮਤ ਵੇਦ ਸ਼ਾਸਤਰ ਪੜ੍ਹਾਈਆਂ ਦੀਆਂ ਪੰਡਤਾਈਆਂ ਸਭ ਕੂੜੀਆਂ ਕੁੜਾਵੀਆਂ ਪੰਡਤਾਈਆਂ ਹੀ ਹਨ। ਨਹਿ ਕੇਵਲ ਕਰਮਣੇ ਗੁਰਮਤਿ ਨਾਮ ਅੰਮ੍ਰਿਤ ਨਿਧਾਨੀ ਨਾਮ ਦੀ ਪੜ੍ਹਾਈ ਤੋਂ ਛੁੱਟ ਦੂਜੇ ਭਾਏ ਦੀਆਂ ਜਿਤਨੀਆਂ ਵੀ ਪੜ੍ਹਾਈਆਂ ਹਨ, ਤਿਨਾਂ ਪੜ੍ਹਾਈਆਂ ਦੇ ਪੜ੍ਹੇ ਗੁਣਾਂ ਤੋਂ ਨਿਰਾ ਦੁੱਖ ਹੀ ਦੁੱਖ ਹੁੰਦਾ ਹੈ। ਸੁੱਖ, ਸੱਚਾ ਸੁੱਖ ਕਦੇ ਨਹੀਂ ਮਿਲਦਾ। ਸੱਚੜਾ ਸੁੱਖ ਹੈ ਤਾਂ ਨਾਮ ਨਿਧਾਨੀ ਪੰਡਤਾਈ ਦੀ ਨਿਹਕੇਵਲਤਾ ਵਿੱਚ ਹੈ, ਨਹੀਂ ਤਾਂ ਹੋਰ ਕਿਸੇ ਪੜ੍ਹਾਈ ਵਿੱਚ ਸੁੱਖ ਨਹੀਂ। ਕੀ ਆਨਮਤ ਵੇਦਾਂ ਦੀ ਪੜ੍ਹਾਈ, ਕੀ ਆਨਮਤ ਸ਼ਾਸਤਰ ਪੁਰਾਣਾ ਸਿਮਰਤੀਆਂ ਦੀ ਪੜ੍ਹਾਈ, ਸਭ ਦੁੱਖ ਰੂਪ ਹੈ। ਸੱਚੀ ਪੜ੍ਹਾਈ ਦੀ ਸੋਝੀ ਗੁਰ ਸ਼ਬਦ ਦੁਆਰਾ ਹੁੰਦੀ ਹੈ। ਗੁਰੂ ਦੁਆਰਾ ਸੱਚੀ ਗੁਰ ਦੀਖਿਆ ਲੈ ਕੇ ਜਿਸ ਸੱਚੀ ਪੜ੍ਹਾਈ ਸੱਚੜੀ ਇਲਮਾਂ ਸਿਰ ਇਲਮੀ ਪੜ੍ਹਾਈ ਦੀ ਸੋਝੀ ਹੁੰਦੀ ਹੈ, ਉਹ ਹੈ ਕੇਵਲ ਗੁਰਮਤਿ ਨਾਮ ਸਿਮਰਨ ਦੀ ਪੜ੍ਹਾਈ। ਅਤੇ ਗੁਰਮਤਿ ਨਾਮ ਦੀ ਅਭਿਆਸ ਕਮਾਈ ਜੋ ਹੈ ਸੋ ਹੈ ਇਸ ਸੱਚੀ ਪੜ੍ਹਾਈ ਦਾ ਪੜ੍ਹਨਾ ਗੁਣਨਾ। ਇਸ ਸੱਚੀ ਪੜ੍ਹਾਈ ਨੂੰ ਪੜ੍ਹ ਗੁਣ ਕੇ ਅਰਥਾਤ ਗੁਰਮਤਿ ਨਾਮ ਦੀ ਨਿਹਕੇਵਲ ਕਰਮ ਕਮਾਈ ਕਰਦਿਆਂ ਹੀ ਅਕਾਲ ਪੁਰਖ ਦੀ ਚਰਨ ਸ਼ਰਨ ਦੀ ਰਸਾਈ ਹੁੰਦੀ ਹੈ। ਰਸਨ ਜੀਭ ਦੁਆਰਾ ਹਰ ਰਸ ਚਖਿਆ ਮਨ ਨਿਰਮਲ ਹੁੰਦਾ ਹੈ। ਇਉਂ ਸਤਿਗੁਰੂ ਦੇ ਮਿਲਿਆਂ, ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤੋਂ ਗੁਰ ਦੀਖਿਆ ਪ੍ਰਾਪਤ ਕਰਕੇ ਤੇ ਗੁਰ ਦੀਖਿਆ ਦੀਖਣੀ ਨਹਿ ਕੇਵਲ ਗੁਰਮਤਿ ਨਾਮ ਅਭਿਆਸ ਕਮਾਈ ਕੀਤਿਆਂ ਮਨ ਸੰਤੋਖੀ ਦਾ ਹੈ। ਭਾਵ ਮਨ ਨੂੰ ਸੱਚੀ ਸੰਤੁਸ਼ਟਤਾ ਪ੍ਰਾਪਤ ਹੁੰਦੀ ਹੈ। ਐਸੀ ਸੰਤੁਸ਼ਟਤਾ ਕਿ ਮੁੜ ਕੇ ਕਿਸੇ ਪਦਾਰਥ ਦੇ ਭੁੰਚਣ ਦੀ ਤ੍ਰਿਸ਼ਨਾ ਭੁੱਖ ਨਹੀਂ ਰਹਿੰਦੀ। ਗੁਰੂ ਦੁਆਰਿਓਂ ਸੱਚੀ ਪ੍ਰਦਾਨੜੀ ਨਾਮ ਨਿਧਾਨੀ ਨਿਧੀ ਪਾ ਕੇ ਫੇਰ ਗੁਰੂ ਘਰ ਤੋਂ ਬਿਨਾਂ ਪਰਾਏ ਘਰ ਦਾ ਆਸਰਾ ਤੱਕਣਾ ਮੁੱਕ ਜਾਂਦਾ ਹੈ। ਮੂੰਹ ਜ਼ਬਾਨੀ ਦੀ ਕਥਨੀ ਬਦਨੀ ਵਾਲੀਆਂ ਵੇਦ ਸਿਮਰਤੀ ਸ਼ਾਸਤਰਾਂ ਆਦਿਕ ਦੀਆਂ ਕੁੜਾਵੀਆਂ ਪੜ੍ਹਾਈਆਂ ਪੜ੍ਹਨ ਗੁਣਨ ਨਾਲ ਮਨਮੁੱਖਾਂ ਦੀ ਭੁੱਖ ਨਹੀਂ ਜਾਂਦੀ, ਨਿਰੀ ਮਨਮੁਖਤਾਈ ਹੀ ਪੱਲੇ ਰਹਿ ਜਾਂਦੀ ਹੈ। ਆਨਮਤ ਧਰਮ ਪੁਸਤਕਾਂ ਪੰਡਤਾਈ ਵਾਲੀ ਪੜ੍ਹਾਈ ਨਿਰੀ ਮਨਮੁਖਤਾਈ ਹੀ ਉਪਜਾਉਂਦੀ ਹੈ। ਇਹਨਾਂ ਵੇਦ ਸ਼ਾਸਤਰਾਂ ਆਦਿ ਆਨਮਤ ਪੁਸਤਕਾਂ ਨੂੰ ਪੜ੍ਹਿਆਂ ਮਨਮੁਖ ਹੀ ਬਣੀਦਾ ਹੈ। ਸੱਚੇ ਪਰਮਾਰਥ ਦੀ, ਪਰਮਾਤਮਾ ਦੇ ਤਤ ਮਾਰਗ ਦੀ ਸੂਝ ਬੂਝੀ ਨਹੀਂ ਹੁੰਦੀ। ਇਹ ਸੱਚੀ ਸੂਝ ਬੂਝੀ ਗੁਰਮਤਿ ਨਾਮ ਪਾਏ, ਗੁਰਮਤਿ ਨਾਮ ਧਿਆਏ ਕਮਾਏ ਤੋਂ ਹੀ ਹੁੰਦੀ ਹੈ। ਅਤੇ ਐਸੀ ਹੁੰਦੀ ਹੈ ਕਿ ਘਟ ਅੰਦਰ ਜੋਤੀਸ਼ਰ ਪਰਮਾਤਮਾ ਦਾ ਜੋਤ ਚਾਨਣਾ ਸਫੁੱਟ ਪ੍ਰਕਾਸ਼ਨਾ ਹੋ ਜਾਂਦਾ ਹੈ। ਭਾਵ ਪ੍ਰਕਾਸ਼ ਹੋ ਆਉਂਦਾ ਹੈ। ਜੋਤ ਪ੍ਰਕਾਸ਼ ਨੇ ਪ੍ਰਚੰਡ ਗਿਆਨ ਦੀ ਪਉ ਫੁੱਟ ਆਉਂਦੀ ਹੈ ਅਤੇ ਅਗਿਆਨ ਅੰਧਾਰੇ ਦੀ ਕਾਲੀ ਬੋਲੀ ਰਾਤਰੀ ਦੀ ਮੱਸਿਆ ਮਿਟ ਜਾਂਦੀ ਹੈ। ਐਸੇ ਪ੍ਰਚੰਡ ਗਿਆਨ ਵਿਦਿਆ ਪ੍ਰਕਾਸ਼ ਨੇ ਗੁਰਮਤਿ ਨਾਮ ਨਿਧਾਸਨੇ ਸੱਚੇ ਵੇਦ ਸ਼ਾਸਤਰਾਂ ਨੂੰ ਕੁੜਾਵੇ ਆਨਮਤ ਵੇਦ ਸ਼ਾਸਤਰਾਂ ਦੀਆਂ ਕੁੜਾਵੀਆਂ ਪੜ੍ਹਾਈਆਂ ਪੜ੍ਹਨ ਹਾਰੇ ਕੂੜ ਮੱਤੇ ਪੰਡਿਤ ਨਾ ਪੜ੍ਹਦੇ ਹਨ, ਨਾ ਸੁਣਦੇ ਹਨ, ਨਾ ਮੰਨਦੇ ਹਨ, ਨਾ ਬੁੱਝਦੇ ਹਨ। ਪੜ੍ਹ ਸੁਣ ਮਨ ਬੁੱਝ ਸਕਦੇ ਹੀ ਨਹੀਂ ਜਦ ਤਾਈਂ ਗੁਰੂ ਦੀ ਸ਼ਰਨ ਨਾ ਆਉਣ ਅਤੇ ਗੁਰੂ ਦੁਆਰਿਓਂ ਗੁਰ ਦੀਖਿਆ ਲੈ ਕੇ ਉਸ ਗੁਰ ਦੀਖਿਆ ਨੂੰ ਨਾ ਕਮਾਉਣ। ਤਾਂ ਹੀ ਤੇ ਉਹ ਮੂਰਖ ਮਨਮਤੀਏ ਮਨਮੁਖ ਲੋਕ ਛੁਤਰੇ ਬੇਮੁਹਾਰੇ ਉੱਠ ਵਾਂਗੂ ਦਰ ਬਦਰ ਭਟਕਦੇ ਫਿਰਦੇ ਹਨ ਅਤੇ ਮਨੁੱਖਾ ਜਨਮ ਦੇ ਅੰਤ ਹੋਣ ਪਰ ਉਹ ਜੋਨੀਆਂ ਵਿੱਚ ਭਰਮਣਗੇ। ਮੂਰਖ ਸੋ ਹੈ ਜੋ ਆਪਣਾ ਮੂਲ ਨਹੀਂ ਪਛਾਣਦਾ, ਆਪਣੇ ਆਪ ਨੂੰ ਜੋਤ ਸਰੂਪ ਆਤਮ ਦੀ ਅੰਸ਼ ਨਾ ਸਮਝਣ ਵਾਲਾ ਮਨਮੁਖ ਮਨਮਤੀਆ ਪੁਰਸ਼ ਮਹਾਮੂਰਖ ਹੈ। ਬਾਲੀ ਮੂਰਖਤਾ ਉਸ ਦੀ ਇਹ ਹੈ ਕਿ ਉਹ ਜੋਤੀਸ਼ ਪਰਮਾਤਮਾ ਪ੍ਰੀਤਮ ਸੱਚੇ ਵਾਹਿਗੁਰੂ ਦੀ ਪ੍ਰੇਮ ਪਿਆਰ ਰੂਪੀ ਸੱਚੀ ਸ਼ਰਧਾ ਨੂੰ ਹਿਰਦੈ ਨਹੀਂ ਉਰਧਾਰਦਾ। ਸੱਚੇ ਵਾਹਿਗੁਰੂ ਨੂੰ ਵੀ ਅਜੇ ਮਨਜ਼ੂਰ ਨਹੀਂ ਕਿ ਪਰਮਾਤਮਾ ਦੀ ਪ੍ਰਾਪਤੀ ਦਾ ਸੱਚਾ ਮਾਰਗ ਤਿਨਾਂ ਮਨਮੁਖ ਮੂਰਖਾਂ ਨੂੰ ਸੁੱਝ ਸਕੇ। ਵਾਹਿਗੁਰੂ ਸੱਚੇ ਨੂੰ ਇਹੀ ਮਨਜ਼ੂਰ ਹੈ ਕਿ ਤਿਨਾਂ ਨੂੰ ਮਨਮੁਖਤਾ ਦੀ ਸਜ਼ਾ ਹੋਰ ਭੁਗਤਾਈ ਜਾਏ। ਇਸ ਕਰਕੇ ਉਹਨਾਂ ਨੂੰ ਆਪ ਭਾਣੇ ਦੇ ਮਾਲਕ ਵਾਹਿਗੁਰੂ ਨੇ ਸੱਚੇ ਮਾਰਗ ਤੇ ਭਰਮਾਏ ਡਹਿਕਾਏ ਛੱਡਿਆ ਹੈ। ਵਾਹਿਗੁਰੂ ਦੇ ਭਾਣੇ ਦੀ ਗਹਿਣ ਗਤ ਕੁਛ ਨਹੀਂ ਕਥੀ ਜਾ ਸਕਦੀ। ਜੋ ਉਸ ਨੂੰ ਪਾਉਂਦਾ ਹੈ, ਜਿਵੇਂ ਉਸ ਦੀ ਰਜ਼ਾ ਹੈ, ਤਿਵੇਂ ਹੀ ਜੀਵਾਂ ਨੂੰ ਚਲਾਉਂਦਾ ਭਟਕਾਉਂਦਾ ਹੈ। ਪਰ ਪੂਰੇ ਨਿਆਂ ਇਨਸਾਫ ਪਰ ਹੀ
ਉਸ ਦੀ ਇਹ ਭਾਣੇ ਦੀ ਰਜ਼ਾ ਹੈ। ਪੈਰੋਂ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਬਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਹਿਕਾਮ। ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ। ਰਹਾਓ ਸੋ ਮੁਨ मन की दुविधा खाए, बिन द्वारे त्रै लोक समाये। मन का स्वभाव सब कोई करੈ, करता होए सो अनभय रहै। फल कारण फूली बन राये, फल लागा तब फूल बिलाए। ज्ञानै कारण कर्म अभ्यास, ज्ञान भया तब कर्मह नास। घृत कारण दद मथै सयान, जीवत मुकत सदा निर्वाण। कह रविदास परम बैराग, हृदय राम कीना जपस अभाग। व्याख्या। ਕਿਸੇ ਪਦਾਰਥ ਦੀ ਪ੍ਰਾਪਤੀ ਦੀ ਆਸ ਪਿਆਸ ਤਾਂ ਲੱਗਦੀ ਹੈ ਜੇ ਉਸ ਪਦਾਰਥ ਨੂੰ ਪਹਿਲਾਂ ਅੱਖੀਂ ਦੇਖਿਆ ਹੋਵੇ। ਦੇਖੇ ਬਿਨਾਂ ਆਸ ਉਪਜਦੀ ਹੀ ਨਹੀਂ, ਪਿਆਸ ਲੱਗਦੀ ਹੀ ਨਹੀਂ। ਪਿਆਰ ਪੈਂਦਾ ਹੈ ਤਾਂ ਉਸ ਸੂਰਤ ਮੂਰਤ ਨਾਲ ਪੈਂਦਾ ਹੈ ਜੋ ਇੱਕ ਵਾਰ ਅੱਖੀਂ ਦੇਖੀ ਹੋਵੇ, ਦ੍ਰਿਸ਼ਟ ਗੋਚਰੀ ਹੋ ਗਈ ਹੋਵੇ, ਚਾਹੇ ਚਮਤਕਾਰ ਮਾਤਰ ਹੀ ਦੇਖੀ ਗਈ ਹੋਵੇ। ਦ੍ਰਿਸ਼ਟਮਾਨ ਸੂਰਤ ਮੂਰਤ ਨਾਲ, ਦ੍ਰਿਸ਼ਟਮਾਨ ਪਦਾਰਥ ਨਾਲ ਪਿਆਰ ਪਾਉਣਾ ਗੁਰਮਤ ਪ੍ਰਤੀਕੂਲ ਹੈ, ਕਿਉਂਕਿ ਜੋ ਵੀ ਮੂਰਤੀਮਾਨ ਸੂਰਤ ਜਾਂ ਜੋ ਵੀ ਸੂਰਤ ਸ਼ਕਲ ਵਾਲੀ ਮੂਰਤ ਵਜੂਦ ਮੂਰਤੀ ਦਿਸਦੀ ਹੈ, ਦ੍ਰਿਸ਼ਟਮਾਨ ਹੈ, ਪੰਜ ਭੂਤਕ ਅੱਖੀਆਂ ਦਾ ਵਿਸ਼ਾ ਹੈ, ਉਹ ਸਭ ਵਿਨਾਸ਼ਮਾਨ ਹੈ ਅਤੇ ਉਸ ਨਾਲ ਪਿਆਰ ਪਾਉਣਾ ਅਤੇ ਪ੍ਰੇਮ ਲਾਉਣਾ ਵੀ ਨਿਰੀ ਅਗਿਆਨਤਾ ਭਰੀ ਮੂਰਖਤਾ ਹੈ। ਪਾਰ ਬ੍ਰਹਮ ਅਦ੍ਰਿਸ਼ਟ ਅਗੋਚਰਾ ਪਰਮਾਤਮਾ ਦ੍ਰਿਸ਼ਟੀ ਗੋਚਰਾ ਨਹੀਂ, ਦ੍ਰਿਸ਼ਟੀ ਤੋਂ ਅਗੋਚਰਾ ਹੈ। ਉਸ ਨਾਲ ਪਿਆਰ ਪਵੇ ਤਾਂ ਕਿਵੇਂ ਪਵੇ, ਪ੍ਰੇਮ ਲੱਗੇ ਤਾਂ ਕਿਵੇਂ ਲੱਗੇ। ਕਿਸੇ ਦ੍ਰਿਸ਼ਟਮਾਨ ਮੂਰਤ ਸੂਰਤ ਨੂੰ ਅੱਗੇ ਰੱਖ ਕੇ, ਦ੍ਰਿਸ਼ਟੀ ਗੋਚਰਾ ਰੱਖ ਕੇ, ਅੱਖੀਆਂ ਦੇ ਸਾਹਮਣੇ ਸਨਮੁਖ ਰੱਖ ਕੇ ਅਦ੍ਰਿਸ਼ਟ ਅਗੋਚਰ ਵਾਹਿਗੁਰੂ ਦਾ ਧਿਆਨ ਕਿਵੇਂ ਧਰਿਆ ਜਾ ਸਕਦਾ ਹੈ? ਕਦਾਚਿਤ ਨਹੀਂ ਧਰਿਆ ਜਾ ਸਕਦਾ। ਦ੍ਰਿਸ਼ਟਹਾਰੀ ਸੂਰਤ ਮੂਰਤ ਦਾ ਧਿਆਨ ਧਰਿਆਂ ਅਦ੍ਰਿਸ਼ਟ ਪਰਮਾਤਮਾ ਪੂਰਨ ਪਾਰ ਬ੍ਰਹਮ ਨਾਲ ਕਿਵੇਂ ਪਿਆਰ ਪੈ ਸਕਦਾ ਹੈ? ਕਿਵੇਂ ਵੀ ਨਹੀਂ, ਕਦਾਚਿਤ ਨਹੀਂ ਪੈ ਸਕਦਾ। ਸਗੋਂ ਜਿਸ ਦ੍ਰਿਸ਼ਟਹਾਰ ਸੂਰਤ ਮੂਰਤ ਨੂੰ ਨੀਜ ਧਿਆਨ ਲਾ ਕੇ ਦੇਖਿਆ ਨਜੇਖਿਆ ਜਾਂਦਾ ਹੈ, ਉਸੇ ਨਾਲ ਪਿਆਰ ਪੈ ਜਾਂਦਾ ਹੈ। ਉਹੀ ਸੂਰਤ ਮੂਰਤ ਪਿਆਰੀ ਲੱਗਣ ਲੱਗ ਜਾਂਦੀ ਹੈ। ਅਵਲ ਤਾਂ ਉਸੇ ਸੂਰਤ ਮੂਰਤ ਦਾ ਧਿਆਨ ਧਰ ਹੁੰਦਾ ਹੈ ਜਾਂ ਉਸੇ ਸੂਰਤ ਮੂਰਤ ਨੂੰ ਨੀਜ ਲਾ ਕੇ ਦੇਖਣ ਨੂੰ ਜਿਉ ਕਰਦਾ ਹੈ, ਜਿਸ ਨਾਲ ਪਹਿਲਾਂ ਹੀ ਪਿਆਰ ਲੱਗਣ ਲੱਗੀ ਹੋਈ ਹੋਵੇ, ਪਹਿਲਾਂ ਹੀ ਪਿਆਰ ਪਿਆ ਵਿਆ ਹੋਵੇ। ਨਹੀਂ ਤਾਂ ਉਸ ਵੱਲ ਦੇਖਣ ਨੀਜ ਲਾਉਣ ਨੂੰ ਹੀ ਜਿਉ ਨਹੀਂ ਕਰਦਾ। ਇਸ ਦ੍ਰਿਸ਼ਟਮਾਨ ਤ੍ਰੈਗੁਣੀ ਮਾਇਆ ਵਾਲੇ ਸੰਸਾਰ ਦੀਆਂ ਦੇਖਣ ਪਾਖਣ ਨੂੰ ਜਿੰਨੀਆਂ ਵੀ ਸੁੰਦਰ ਸੋਹਣੀਆਂ ਸੂਰਤਾਂ ਮੂਰਤਾਂ ਹਨ, ਉਹ ਸੋਹਣੀਆਂ ਹੋਣ ਕਰਕੇ ਮਨ ਨੂੰ ਮੋਹ ਲੈਂਦੀਆਂ ਹਨ। ਫਿਰ ਇਹੀ ਮਨ ਮੋਹਣੀਆਂ ਸੂਰਤਾਂ ਮੂਰਤਾਂ ਪਿਆਰੀਆਂ ਲੱਗਣ ਲੱਗ ਪੈਂਦੀਆਂ ਹਨ। ਇਸ ਮਨ ਮੋਹਣੀ ਲਗਨ ਨੂੰ ਪਿਆਰ ਨਹੀਂ ਕਹਿ ਸਕਦੇ, ਇਹ ਮੋਹ ਹੈ, ਪਿਆਰ ਨਹੀਂ। ਮੋਹ ਵੀ ਮਾਇਕ ਮੋਹ ਹੈ, ਕਿਉਂਕਿ ਜਿਤਨੀਆਂ ਵੀ ਸੁੰਦਰ ਮੋਹਣੀਆਂ ਸ਼ਕਲਾਂ ਸੂਰਤਾਂ ਅਤੇ ਮਨ ਮੋਹਣੀਆਂ ਮੂਰਤਾਂ ਦ੍ਰਿਸ਼ਟ ਵਿੱਚ ਆਉਂਦੀਆਂ ਹਨ, ਸਭ ਮਾਇਆ ਦੀਆਂ ਚਿੱਤਰ ਬਚਿੱਤਰ ਪੁਤਲੀਆਂ ਹੀ ਹਨ। ਇਹਨਾਂ ਵਿੱਚ ਖੁੱਭਿਆ ਮੋਹਿਆ ਮਨ ਉਤਾਹਾਂ ਤਦ ਉਭਰੇ ਜੇ ਇਦੋਂ ਵੀ ਅਧਿਕ ਸੁੰਦਰ ਸੋਹਣੀ ਮੂਰਤ ਸ਼ਕਲ ਸੂਰਤ ਦ੍ਰਿਸ਼ਟੀ ਦਾ ਵਿਸ਼ਾ ਬਣੇ। ਇਸ ਦ੍ਰਿਸ਼ਟਮਾਨ ਕਾਲ ਚੱਕਰ ਵਿੱਚ ਆਈਆਂ ਅਨੇਕਾਂ ਸੁੰਦਰ ਸੋਹਣੀਆਂ ਸ਼ਕਲਮੰਦ ਸੂਰਤਾਂ ਮੂਰਤਾਂ ਇੱਕ ਤੋਂ ਇੱਕ ਵੱਧ ਸੋਹਣੀਆਂ, ਇੱਕ ਤੋਂ ਇੱਕ ਵੱਧ ਸੁੰਦਰ ਅਤੇ ਇੱਕ ਤੋਂ ਇੱਕ ਵੱਧ ਸ਼ਕਲਮੰਦ ਹਨ। ਜਿਸ ਦ੍ਰਿਸ਼ਟਮਾਨ ਸੂਰਤੀ ਮੂਰਤੀ ਸ਼ਕਲੂਰਤੀ ਦੀ ਵਧੇਰੀ ਸੁੰਦਰਤਾ ਤੇ ਸੁਹੱਪਣ ਹੈ, ਉਸ ਨਾਲ ਮਾਇਆ ਮੋਹ ਵਾਲੀ ਅਦਿੱਬਿਆ ਦ੍ਰਿਸ਼ਟੀ ਦੀ ਵਧੇਰੀ ਲਗਨ ਲੱਗ ਜਾਂਦੀ ਹੈ ਅਤੇ ਦੇਖਣ ਵਾਲੇ ਦਾ ਵਧੇਰਾ ਮੋਹ ਪਿਆਰ ਪੈ ਜਾਂਦਾ ਹੈ। ਸਭ ਤੋਂ ਵਧੇਰੀ ਸੁੰਦਰ, ਸਭ ਤੋਂ ਵੱਧ ਕੇ ਸੋਹਣੀ ਅਤੇ ਸ਼ਕਲਵੰਦ ਸੂਰਤੀ ਮੂਰਤੀ ਨਾਲ ਸਭ ਤੋਂ ਵਧੇਰਾ ਮੋਹ ਪਿਆਰ ਪੈ ਜਾਂਦਾ ਹੈ। ਪਰ ਕਿਤਨੀਆਂ ਮੋਹਣੀਆਂ ਵੱਧ ਵਧਾਉਣੀਆਂ ਸੁੰਦਰ ਮੂਰਤੀਆਂ ਸ਼ਕਲਵੰਦ ਸੂਰਤਾਂ ਹੋਣ, ਓੜਕ ਇੱਕ ਦਿਨ ਐਸਾ ਆਉਂਦਾ ਹੈ ਅਤੇ ਜ਼ਰੂਰ ਆਉਂਦਾ ਹੈ ਕਿ ਤਿਨਾਂ ਦੀ ਸੁੰਦਰਤਾ, ਤਿਨਾਂ ਦਾ ਸੁਹੱਪਣ, ਸੋਹਣਾਪਨ
ਜ਼ਵਾਲ ਪਜ਼ੀਰ ਹੋ ਜਾਂਦਾ ਹੈ। ਐਸਾ ਜ਼ਵਾਲ ਆਉਂਦਾ ਹੈ ਕਿ ਹੁਸਨ ਜਮਾਲ ਘਟਦਾ ਘਟਦਾ ਘਟ ਹੀ ਜਾਂਦਾ ਹੈ। ਜਿਉਂ-ਜਿਉਂ ਘਟਦਾ ਹੈ, ਪਿਆਰ ਮੋਹ ਵਾਲਿਆਂ ਦਾ ਮੋਹ ਪਿਆਰ ਵੀ ਹਟਦਾ ਹਟਦਾ ਉੱਕਾ ਹੀ ਹਟ ਜਾਂਦਾ ਹੈ। ਤਾਂ ਤੇ ਹਰ ਸੂਰਤ ਵਿੱਚ ਅੰਤੀ ਅਵਸਰ ਅੰਤਕਾਲ ਦ੍ਰਿਸ਼ਟਮਾਨ ਹੋਛੇ ਹੁਸਨ ਜਮਾਲ ਨੂੰ ਵੀ ਜ਼ਵਾਲ ਹੀ ਹੈ ਅਤੇ ਸਾਥ ਹੀ ਹੋਛੇ ਪਿਆਰ ਨੂੰ ਵੀ ਜ਼ਵਾਲ ਹੈ। ਇਹ ਦੋਨੋਂ ਹੀ ਬਿਨਸਨਹਾਰ ਹਨ। ਪਰੰਤੂ ਜਿਸ ਮੁਹੱਕਕ ਪਿਆਰ ਪ੍ਰਸਤ ਅੰਦਰ ਹਕੀਕੀ ਪਿਆਰ ਦੀ ਕੁਦਰਤੀ ਅੰਸ਼ ਹੈ, ਉਸ ਨੂੰ ਦ੍ਰਿਸ਼ਟਮਾਨ ਨਾਲ ਤਾਂ ਪਿਆਰ ਨਾ ਰਹੇਗਾ, ਪਰ ਉਸ ਨੂੰ ਦ੍ਰਿਸ਼ਟਮਾਨ ਸੁਹੱਪਣ ਸੁੰਦਰਤਾ ਦੀ ਤਹਿ ਵਿੱਚ ਇੱਕ ਅਦ੍ਰਿਸ਼ਟ ਵਿਨਾਸ਼ ਰਹਿਤ ਅਕਾਲ ਸ੍ਰਿਸ਼ਟ ਹੱਕ ਹਕੀਕੀ ਅਪਾਰ ਅਤੇ ਅਟਲ ਸੁੰਦਰਤਾ ਦੇ ਸੋਮੇ ਹੁਸਨਲ ਵਜੂਦ ਮੁਜੱਸਮ ਸੁੰਦਰਤਾ ਦੀ ਹੋਂਦ ਜ਼ਰੂਰ ਪ੍ਰਤੀਤ ਹੋਵੇਗੀ, ਭਾਵੇਂ ਅਨੁਭਵ ਮਾਤਰ ਹੀ ਪ੍ਰਤੀਤ ਹੋਵੇ। ਜਿਸ ਦਾ ਮੂਰਤ ਪ੍ਰਤਿਬਿੰਬੀ ਇਹ ਦ੍ਰਿਸ਼ਟਮਾਨ ਸੁਹੱਪਣ ਹੈ ਅਤੇ ਪ੍ਰਤਿਬਿੰਬ ਹੋਣ ਕਰਕੇ ਬਿਨਾਸਮਾਨ ਹੈ ਤੇ ਬਿਨਸ ਜਾਂਦਾ ਹੈ। ਇਸ ਅਦ੍ਰਿਸ਼ਟ ਪਿਆਰ ਅੰਸੀ ਆਤਮਾ ਨੂੰ ਅਦ੍ਰਿਸ਼ਟ ਮੂਰਤੀ ਪਰਮਾਤਮਾ ਦੀ ਭਾਲ ਤ੍ਰਿਖਾ ਮਿਟੇਗੀ ਨਹੀਂ, ਚਾਹੇ ਸੂਖਮ ਤੋਂ ਸੂਖਮ ਹੋਵੇ, ਮੱਧਮ ਤੋਂ ਮੱਧਮ ਹੋਵੇ। ਉਕਤ ਅੰਸ ਮਾਤਰੀ ਪ੍ਰੀਤ ਟਿਮਟਿਮਾਉਂਦੀ ਜ਼ਰੂਰ ਰਹੇਗੀ। ਇਸ ਸੂਖਮ ਪਿਆਰ ਅੰਸੀ ਆਤਮਾ ਵਾਲੇ ਵਡਭਾਗੇ ਜਨ ਨੂੰ ਜਦੋਂ ਵੀ ਪਾਰਸ ਰਸਾਇਣੀ ਅੰਮ੍ਰਿਤ ਰੂਪ ਗੁਰਬਾਣੀ ਦੇ ਸੁਪਰਸਨ ਦਾ ਸੁਭਾਗ ਪ੍ਰਾਪਤ ਹੋਵੇਗਾ, ਤਦੋਂ ਹੀ ਤਤਕਾਲ ਉਸ ਵਡਭਾਗੇ ਪ੍ਰੀਤ ਮੁਤਲਾਸ਼ੀ ਪ੍ਰੇਮ ਵਪਾਰੀ ਜਨ ਨੂੰ ਅਦ੍ਰਿਸ਼ਟ ਪ੍ਰੀਤਮ ਪਰਮਾਤਮਾ ਦੀ ਦਰਸ ਮਿਲਾਪੀ ਖੋਜ ਲਿਲ ਭਾਲ ਲਿਲ ਲੱਗ ਜਾਵੇਗੀ, ਕਿਉਂਕਿ ਗੁਰਬਾਣੀ ਅੰਦਰ ਕੇਵਲ ਗੁਰਬਾਣੀ ਅੰਦਰ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਪਰਮੇਸ਼ਰ ਸੱਚੇ ਪ੍ਰੀਤਮ ਨਾਲ ਪ੍ਰੇਮ ਪਾਉਣ ਦੀ ਅਤੇ ਪ੍ਰੇਮ ਪਾ ਕੇ ਗੁਪਤ ਪ੍ਰੀਤਮ ਨੂੰ ਪ੍ਰਗਟਾਉਣ ਦਰਸਾਉਣ ਦੀ ਸੱਚੀ ਗੁਰਮਤ ਵਿਧੀ ਜੁਗਤੀ ਭਰਪੂਰ ਹੈ। ਵਿਛੜੇ ਆਤਮ ਪਰਮਾਤਮ ਦੀ ਸੰਧੀ ਮਿਲਾਉਣ, ਵਿਛੜੇ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ, ਅਦ੍ਰਿਸ਼ਟ ਅਗਮ ਅਗੋਚਰ ਪ੍ਰੀਤਮ ਦੇ ਦਰਸਾਉਣ ਦਾ ਇੱਕੋ ਇੱਕ ਵਸੀਲਾ ਜ਼ਰੀਆ ਗੁਰਬਾਣੀ ਅੰਦਰ ਹੀ ਲੱਭਦਾ ਹੈ ਅਤੇ ਦਰਸ ਮਿਲਾਪ ਦੀ ਲੱਗੀ ਹੋਈ ਸੱਚੀ ਲਿਲ ਵਾਲੇ ਸੱਚੇ ਮੁਤਲਾਸ਼ੀ ਖੋਜੀ ਅਧਿਕਾਰੀ ਨੂੰ ਹੀ ਲੱਭਦਾ ਹੈ। ਪਰਮਾਤਮ ਦਰਸ ਮਿਲਾਪ ਦੇ ਸੱਚੇ ਪ੍ਰੇਮੀਆਂ ਹਕੀਕੀ ਮੁਤਲਾਸ਼ੀਆਂ ਨੂੰ ਜੋ ਗੁਰਬਾਣੀ ਅੰਦਰ ਦਰਸਾਏ ਇਸ ਸੂਝ ਭਾਵ ਦੀ ਗਿਆਤ ਅਨੁਮਾਨ ਮਾਤਰੀ ਗਿਆਤ ਹੁੰਦੀ ਹੈ ਕਿ ਪਰਮਾਤਮਾ ਹੈ, ਪਰ ਅਦ੍ਰਿਸ਼ਟ ਅਗੋਚਰ ਹੈ। ਅਦ੍ਰਿਸ਼ਟ ਅਗੋਚਰ ਹੁੰਦਾ ਹੋਇਆ ਸਰਬ ਵਿਆਪਕ ਘਟ ਘਟ ਅੰਦਰ ਬਿਰਾਜਮਾਨ ਹੈ, ਤਾਂ ਉਸ ਦੀ ਇਹ ਅਨੁਮਾਨ ਮਾਤਰੀ ਗਿਆਤ ਪਰਮਾਤਮਾ ਦੇ ਤਤ ਗਿਆਨ ਪ੍ਰਚੰਡ ਗਿਆਨ ਦੀ ਸੂਚਕ ਨਹੀਂ। ਉਸ ਨੂੰ ਪਰਮਾਤਮਾ ਦੀ ਹੋਂਦ ਹਸਤੀ ਦਾ ਅਨੁਮਾਨ ਤਾਂ ਹੋ ਜਾਂਦਾ ਹੈ ਅਤੇ ਪਰਮਾਤਮਾ ਦੀ ਸਰਬ ਵਿਆਪਕਤਾ ਘਟ ਘਟ ਵਿਆਪਕਤਾ ਦਾ ਗੁਰਮਤ ਅਸੂਲ ਆਦਰਸ਼ ਮਾਤਰੀ ਅਨੁਮਾਨ ਤਾਂ ਹੋ ਜਾਂਦਾ ਹੈ, ਪਰੰਤੂ ਤਤ ਸ਼ਰਧਾ ਪੂਰਤ ਸੱਚੜਾ ਗਿਆਨ ਵਿਸ਼ਵਾਸ ਨਿਸ਼ਚਾ ਪਰਮਾਤਮਾ ਦੀ ਹੋਂਦ ਹਸਤੀ ਦਾ ਅਤੇ ਉਸ ਦੇ ਘਟ ਘਟ ਦਰਸੀ ਸਰਬ ਨਿਵਾਸੀ ਹੋਣ ਦਾ ਉਦੋਂ ਹੀ ਬੱਝਦਾ ਹੈ ਜਦੋਂ ਦ੍ਰਿਸ਼ਟੀਓਂ ਅਗੋਚਰਾ ਪਾਰ ਬ੍ਰਹਮ ਪਰਮਾਤਮਾ ਪ੍ਰੀਤਮ ਦ੍ਰਿਸ਼ਟੀ ਗੋਚਰ ਪ੍ਰਤੱਖ ਹੁੰਦਾ ਹੈ। ਪਰ ਦ੍ਰਿਸ਼ਟੀ ਗੋਚਰਾ ਪ੍ਰਤੱਖ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਗੁਰੂ ਘਰ ਵਿੱਚੋਂ ਗੁਰੂ ਦੁਆਰਾ ਗੁਰ ਦੀਖਿਆ ਮਿਲਣ ਕਰ ਪਾਰ ਬ੍ਰਹਮ ਅਦ੍ਰਿਸ਼ਟ ਅਗੋਚਰ ਪਰਮਾਤਮਾ ਦੇ ਪਰਸਣ ਦੀ ਪਾਰਸ ਵੱਟੀ ਮਿਲਦੀ ਹੈ। ਪਾਰਸ ਰਸਾਇਣੀ ਅੰਮ੍ਰਿਤ ਨਾਮ ਦੀ ਕੀਮਿਆਈ ਗੁੜਤੀ ਮਿਲਦੀ ਹੈ। ਕਈਆਂ ਅਤ ਵਡਭਾਗੀਆਂ ਨੂੰ ਤਾਂ ਗੁੜਤੀ ਮਿਲਣ ਸਾਰ ਹੀ ਜਗਦੀਸ਼ ਜੋਤੀਸ਼ ਪਰਮਾਤਮਾ ਪ੍ਰਗਟ ਪਹਾਰੇ ਜਾਪਣ ਲੱਗ ਪੈਂਦਾ ਹੈ। ਤੁਰਤ ਫੁਰਤੀ ਹੀ ਜਗਦੀਸ਼ ਜੋਤ ਉਸ ਦੇ ਘਟ ਅੰਦਰ ਜਗਣ ਲੱਗ ਪੈਂਦੀ ਹੈ। ਕਈਆਂ ਨੂੰ ਪਾਰਸ ਕੀਮਿਆਈ ਕਮਾਈ ਕੀਤਿਆਂ ਪਾਰ ਬ੍ਰਹਮ ਪਰਮਾਤਮਾ ਦਾ ਆਸ਼ਕਾਰ ਗੁਪਤੋਂ ਪ੍ਰਗਟ ਚਮਤਕਾਰੀ ਜੋਤ ਝਲਕਾਰ ਹੁੰਦਾ ਹੈ। ਇਹ ਜੋਤ ਝਲਕਾਰੀ ਪ੍ਰਕਾਸ਼ ਪਹਿਲਾਂ ਘਟ ਅੰਦਰ ਹੁੰਦਾ ਹੈ, ਫਿਰ ਘਟੋਂ ਬਾਹਰ ਇਸ ਜੋਤ ਦਾ ਪਸਰਾਓ ਹੋ ਕੇ ਪਟ ਪਟ ਅੰਦਰ ਖੰਡਾਂ ਬ੍ਰਹਮੰਡਾਂ ਅੰਦਰ ਪ੍ਰਗਟ ਪਹਾਰੇ ਜਾਪਣ ਵਾਲਾ ਪ੍ਰਤੱਖ ਦਰਸ਼ਨਾਂ ਦੇ ਦਰਸ਼ਨਾਪਣ ਵਾਲਾ
ਸਾਂਗੋ ਪਾਂਗ ਸਰਬ ਵਿਆਪੀ ਜੋਤ ਜਗਮਗਾਰੇ ਵਾਲਾ ਦ੍ਰਿਸ਼ਟ ਆਉਂਦਾ ਹੈ। ਦ੍ਰਿਸ਼ਟੀ ਗੋਚਰਾ ਦਿਵ ਦ੍ਰਿਸ਼ਟੇਤਰਾ ਹੋਏ ਆਉਂਦਾ ਹੈ। ਘਟ ਜੋਤ ਜਗੰਤਰੀ ਦਰਸ਼ਨ ਨੂੰ ਦੇਖ ਕੇ ਤਤ ਸ਼ਰਧਾ ਪਰਮਾਤਮਾ ਦੀ ਹੋਂਦ ਹਸਤੀ ਦੀ ਸੱਚਮੁੱਚ ਆਉਂਦੀ ਹੈ, ਨਹੀਂ ਤਾਂ ਪਹਿਲਾਂ ਅਨੁਮਾਨ ਅਨੁਭਵ ਹੀ ਕਹਾਉਂਦਾ ਹੈ। ਅੰਤਰ ਬਾਹਰ ਖੰਡਾਂ ਬ੍ਰਹਮੰਡਾਂ ਅੰਦਰ ਸਾਰੇ ਆਕਾਸ਼ ਪੁਲਾੜ ਮਝਾਰ ਜਗਮਗ ਜੋਤ ਪਾਸਾਰੇ ਦਾ ਪ੍ਰਤੱਖ ਨਜ਼ਾਰਾ ਦੇਖ ਕੇ ਦਿਵ ਦ੍ਰਿਸ਼ ਟੇਕ ਕੇ ਹੀ ਪਰਮਾਤਮਾ ਦੇ ਸਰਬ ਵਿਆਪਕ ਹੋਣ ਦੀ ਸੱਚੀ ਸ਼ਰਧਾ ਪੂਰਤ ਪਤੀਜ ਆਉਂਦੀ ਹੈ। ਇੱਥੇ ਦਰਸ਼ਨ ਦੇਖ ਭਈ ਨਹਿ ਕੇਵਲ ਦੀ ਅਵਸਥਾ ਵਾਲੇ ਸੱਚੇ ਦਰਸ਼ਨਾਂ ਦਾ ਬਿਸਮਾਦ ਅਹਿਲਾਦੀ ਸੁਆਦ ਆਉਂਦਾ ਹੈ ਅਤੇ ਇਸ ਪਦ ਪੁੱਜ ਕੇ ਹੀ ਪ੍ਰੀਤਮ ਦੇ ਨਾਲ ਸੱਚੇ ਪ੍ਰੇਮ ਪਿਆਰ ਦੀਆਂ ਪੀੜੀਆਂ ਗੰਢਾਂ ਪੈਂਦੀਆਂ ਹਨ। ਅਦ੍ਰਿਸ਼ਟੋਂ ਦ੍ਰਿਸ਼ਟ ਗੋਚਰੇ ਹੋਏ ਪ੍ਰੀਤਮ ਪਿਆਰੇ ਦੇ ਸੋਮੇ ਸਫੁੱਟ ਹੁੰਦੇ ਹਨ, ਜੋ ਸਦ ਸਦਾ ਹੀ ਸਰਸ਼ਾਰ ਰਹਿੰਦੇ ਹਨ ਅਤੇ ਪ੍ਰੀਤਮ ਪ੍ਰੇਮੀ ਨੂੰ ਵੀ ਸਰਸ਼ਾਰ ਰੱਖਦੇ ਹਨ। ਉਹਨਾਂ ਦੀ ਹਾਲਤ ਉੱਤੇ ਬੜਾ ਤਰਸ ਆਉਂਦਾ ਹੈ, ਜੋ ਅਦ੍ਰਿਸ਼ਟ ਪਰਮਾਤਮਾ ਦੇ ਅਨੁਮਾਨ ਮਾਤਰ ਅਨੁਭਵ ਉੱਤੇ ਅਤੇ ਪਰਮਾਤਮਾ ਦੀ ਸਰਬ ਵਿਆਪਕਤਾ ਦੀ ਅਨੁਮਾਨਕ ਗਿਆਤ ਉੱਤੇ ਹੀ ਇਕਤਫਾ ਕਰੀ ਬੈਠੇ ਹਨ ਅਤੇ ਇਸੇ ਅਨੁਮਾਨ ਮਾਤਰ ਅਨੁਭਵ ਅਤੇ ਅਨੁਮਾਨਕ ਗਿਆਤ ਨੂੰ ਹੀ ਸਾਖਸ਼ਾਤਕਾਰ ਸਮਝੀ ਬੈਠੇ ਹਨ। ਅਦ੍ਰਿਸ਼ਟ ਪਰਮਾਤਮਾ ਦੀ ਤਤ ਸਾਖਸ਼ਾਤਕਾਰਤਾ ਹੀ ਸੱਚਾ ਪਰਮਾਤਮ ਗਿਆਨ, ਪਰਮਾਤਮ ਦਰਸ ਗਿਆਨ, ਪ੍ਰਤੱਖ ਜੋਤ ਪ੍ਰਚੰਡੀ ਦਿਵ ਗਿਆਨ ਹੈ। ਇਸ ਪ੍ਰਚੰਡ ਗਿਆਨ ਉਜਿਆਰੇ ਵਾਲੇ ਅਦ੍ਰਿਸ਼ਟ ਪ੍ਰੀਤਮ ਦੇ ਦਿਵ ਦੀਦਾਰ ਦੇ ਦੇਖਿਆਂ ਦਿਵ ਦ੍ਰਿਸ਼ ਦੇਖਿਆਂ ਹੀ ਪ੍ਰੀਤਮ ਪਿਆਰੜੇ ਇਸ਼ਕ ਹਕੀਕੀ ਪਿਆਰ ਦਾ ਪ੍ਰੇਮ ਵਲਵਲਾ ਵਲਵਤ ਹੁੰਦਾ ਹੈ। ਇਉਂ ਦ੍ਰਿਸ਼ਟਮਾਨ ਦਾਇਰੇ ਤੋਂ ਉੱਠ ਕੇ ਅਦ੍ਰਿਸ਼ਟ ਪਰਮਾਤਮਾ ਪ੍ਰੀਤਮ ਦੇ ਸਾਖੀ ਦਿਵ ਦ੍ਰਿਸ਼ਟਾਖੀ ਬਣੀਦਾ ਹੈ। ਇਉਂ ਅਦ੍ਰਿਸ਼ਟੇ ਦਾ ਅਲੌਕਿਕ ਪ੍ਰੇਮ ਪਿਆਰ ਪੁੰਗਰਦਾ ਅਤੇ ਦਿਨੋਂ ਦਿਨ ਖਿਨੋ ਖਿਨ ਵੱਧਦਾ ਹੀ ਜਾਂਦਾ ਹੈ, ਜਿਸ ਵਧਾਓ ਦੇ ਹੱਦ ਬੰਨੇ ਦੀ ਥਾਂ ਹੀ ਕੋਈ ਨਹੀਂ। ਬੇਅੰਤ ਅਥਾਹ ਅਤੇ ਅਮੀਕ ਪ੍ਰੀਤਮ ਦਾ ਪ੍ਰੇਮ ਦਰਸ਼ਨ ਵਧਾਓ ਹਦਾਓ ਵੀ ਅਥਾਹ ਅਤੇ ਅਮੀਕ ਗਹਿਰ ਗੰਭੀਰ ਹੈ। ਗੁਰਮਤਿ ਨਾਮ ਦੀ ਅਗੰਮੀ ਦਾਤ, ਪਾਰਸ ਪਾਰ ਸੰਮੀ ਦਾਤ ਅਦ੍ਰਿਸ਼ਟੇ ਤੋਂ ਦ੍ਰਿਸ਼ਟਮਾਨ ਕਰਾਉਣ ਵਾਲੀ ਇੱਕੋ ਇੱਕ ਕਰਾਮਾਤ ਹੈ। ਅੰਧ ਅਤੇ ਅਦਿਬ ਦ੍ਰਿਸ਼ਟੀ ਨੂੰ ਦਿਵ ਦ੍ਰਿਸ਼ਟ ਕਰਾਉਣ ਵਾਲੀ ਵੀ ਇਹੀ ਅਲਿਕਸ਼ਰੀ ਕੀਮੀਆ ਹੈ। ਸਤਿਗੁਰੂ ਮਿਲਿਆ ਹੀ ਇਹ ਕਾਇਆ ਕਲਪੀ ਕੀਮੀਆ ਵਾਲਾ ਅੰਮ੍ਰਿਤ ਰਸਾਇਣੀ ਅਲਿਗਜ਼ਰ ਪ੍ਰਾਪਤ ਹੁੰਦਾ ਹੈ। ਆਤਮ ਪਰਮਾਤਮ ਦੀਦਾਰ ਆਸ਼ਕ ਦੇ ਨੇਤਰ ਦਿਵ ਦ੍ਰਿਸ਼ਟੇ ਹੋ ਜਾਂਦੇ ਹਨ। ਇਉਂ ਦ੍ਰਿਸ਼ਟਮਾਨ ਬਰਨ ਅੱਖਰਾ ਨਾਮ ਮੁਖ ਰਸਨਾ ਤੋਂ ਜਪਿਆ ਗੁਰ ਦੀਖਿਆ ਦੀ ਅਗਾਧ ਪਾਰਸ ਕਲਾ ਦੁਆਰਾ ਪ੍ਰੀਖਿਆ ਪ੍ਰਸਾਦੀਖਿਆ ਪਰੋਸਿਆ ਜਾ ਕੇ ਅਦ੍ਰਿਸ਼ਟ ਨਾਮੀ ਅਕਾਲ ਪੁਰਖ ਵਾਹਿਗੁਰੂ ਦੇ ਅਦ੍ਰਿਸ਼ਟ ਦਰਸ਼ਨ ਨੂੰ ਪ੍ਰਤੱਖ ਸਾਮਰਤੱਖ ਕਰਾਉਣ ਲਈ ਸਮਰੱਥ ਹੈ। ਜਿਸ ਜਨ ਦੀ ਰਸਨਾ ਇਉਂ ਬਰਨ ਸਹਿਤ ਨਾਮ ਜਪ ਕੇ ਨਾਮੀ ਵਾਹਿਗੁਰੂ ਦੇ ਪ੍ਰਤੱਖ ਕਰਾਉਣ ਨੂੰ ਸਮਰੱਥ ਹੈ, ਸੋ ਜਨ ਹੀ ਨਹਿ ਕੇਵਲ ਨਿਰਵਾਣ ਪਦ ਲਖੀਸ਼ਰੀ ਸੱਚਾ ਜੋਗੀਸ਼ਰ ਨਹਿ ਕਰਮ ਕਰਮੀਸ਼ਰ ਜੋਗੀ ਹੈ। ਬਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਹਿ ਕਾਮ। ਇਉਂ ਉੱਪਰ ਦੱਸੀ ਗੁਰਮਤ ਵਿਆਖਿਆ ਵਾਲੀ ਗੁਰਮਤ ਨਾਮ ਦੀ ਵਿਆਖਿਆ ਦੀ ਬਰਣੀ ਵਿਧੀ ਜੁਗਤੀ ਗੁਰਮਤ ਜੁਗਤੀ ਅਨੁਸਾਰ ਨਾਮ ਨਾਲ ਪਰਚਾ ਪਾਇਆ, ਗੁਰਮਤ ਨਾਮ ਅਭਿਆਸ ਨਾਲ ਪਰਚਿਆਂ ਸਰਚਿਆਂ ਜੋ ਗੁਰਮੁਖ ਜਨ ਵਾਹਿਗੁਰੂ ਪ੍ਰੀਤਮ ਦੇ ਸੰਜੋਗ ਸੁਹਾਗ ਰਸ ਮਿਲਾਪ ਦੇ ਆਨੰਦ ਹੁਲਾਸ ਦੀਆਂ ਰੰਗ ਰਲੀਆਂ ਮਾਣਦਾ ਹੈ, ਉਹੀ ਰਸੀਆ ਰੰਗ ਰਲਸੀਆ ਹੀ ਜਾਣਦਾ ਹੈ। ਇਉਂ ਵਾਹਿਗੁਰੂ ਨਾਮ ਰੂਪੀ ਪਾਰਸ ਨੂੰ ਪਰਸਿਆਂ ਅਤੇ ਪਾਰਸ ਪਰਸ ਕੇ ਅਮਿਓ ਰੰਗ ਰਲਸਿਆੜੀ ਨਹਿ ਕਰਮ ਨਹਿ ਕੇਵਲ ਕਰਨੀ ਦੁਆਰਾ ਸਰਸ ਵਿਗਸ ਕੇ ਵਾਹਿਗੁਰੂ ਦੇ ਦਰਸ਼ਨ ਜੋਤ ਸਰੂਪੀ ਸਰੂਪ ਵਿੱਚ ਇਕਮਿਕ ਹੋਇਆਂ ਦੁਰੰਗੀ ਵਾਲੀ ਦੁਬਿਧਾ ਦੁਚਤਾਈ ਮਿਟਦੀ ਹੈ ਅਤੇ ਸੱਚ ਸਰਧਾਨੀ ਆਸਤਕਤਾ ਵਾਲੀ ਜਿਉਣੀ ਜੀਵੀਦਾ ਹੈ। ਨਹੀਂ ਤਾਂ ਕੇਵਲ ਅਨੁਮਾਨਿਕ ਅਨੁਭਵ ਵਾਲੇ ਗਿਆਨ ਕਾਰਨ ਅੰਤਰਗਤੀ ਇਸੇ ਦੁਬਿਧਾ ਦੁਚਤਾਈ ਵਿੱਚ ਰਹੀਦਾ ਹੈ ਅਤੇ ਭਰਮ ਭਰਮੀਦਾ ਹੈ ਕਿ ਅਪਰੋਕਸ਼ ਗਿਆਨ ਪ੍ਰਾਪਤ ਹੋਇਆ ਕਿ ਨਹੀਂ, ਪ੍ਰੀਤਮ ਦਰਸ਼ਨ ਦਰਸ਼ਨੋਹਿਆ ਕਿ ਨਹੀਂ। ਪਰਮਾਤਮਾ ਦੀ ਹੋਂਦ ਅਣਹੋਂਦ ਦੇ ਵਿਤਕਰੇਮਈ ਵਿਸ਼ਵਾਸ
ਦੁਚਿੱਤੀ ਅਤੇ ਦੁਬਿਧਾ ਹੀ ਉਪਜਾਉਂਦਾ ਹੈ। ਓੜਕ ਅਨੁਭਵੀ ਗਿਆਨ ਨੂੰ ਹੀ ਅਨੁਮਾਨ ਕੇ ਚਿੱਤ ਪਰਚਾਵਾ ਕਰ ਲੈਂਦੇ ਹਨ ਕਿ ਇਹ ਅਨੁਮਾਨਕ ਗਿਆਨ ਦੀ ਗਮਤਾ ਹੀ ਪਾਰੰਗਤ ਗਿਆਨ ਹੈ। ਇਹ ਦੁਬਿਧਾ ਦੁਚਿਤਾਈ ਪਾਰਸ ਪਰਸੇ ਬਿਨਾਂ ਨਹੀਂ ਜਾਂਦੀ। ਪਾਰਸ ਪਰਸਣ ਵਾਲੀ ਵਿਵਸਥਾ ਨੂੰ ਪੁੱਗਿਆਂ ਪਾਗਿਆਂ ਫੇਰ ਮੁੜ ਕੇ ਦੁਬਿਧਾ ਨਹੀਂ ਹੁੰਦੀ, ਵਿਆਪਦੀ ਨਹੀਂ। ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ। ਜੋ ਉੱਪਰ ਦੱਸੇ ਅਨੁਸਾਰ ਪਾਰਸ ਪਰਸਦਾ ਹੈ, ਇਸ ਨੂੰ ਦੁਬਿਧਾ ਕਦੇ ਨਹੀਂ ਹੁੰਦੀ। ਰਹਾਓ। ਉੱਪਰ ਦੱਸੇ ਨਿਰਵਾਣ ਨਹਿ ਕੇਵਲ ਪਦ ਵਿੱਚ ਲਿਵਲੀਨ ਹੋ ਕੇ ਮਨ ਦੀ ਦੁਬਿਧਾ ਖੀਣ ਖੈ ਕਰਨ ਹਾਰਾ ਜਨ ਹੀ ਸੱਚਾ ਤੇ ਸ੍ਰੇਸ਼ਟ ਮੋਨੀ ਹੈ। ਕਰਮ ਇੰਦਰੀਆਂ ਦੇ ਦੁਆਰੇ ਜ਼ਰੀਏ ਵਸੀਲੇ ਬਿਨਾਂ ਨਹਿਕਰਮੀ ਹੋ ਕੇ ਤਰਲੋਕੀ ਦੇ ਸਿਖਰ ਜਾ ਸਮਾਉਂਦਾ ਹੈ। ਸਾਰੇ ਸੰਸਾਰਕ ਦੁਬਿਧਾਮਈ ਸੰਸਿਆਂ ਤੋਂ ਅਪਰੰਪਰ ਹੋ ਜਾਂਦਾ ਹੈ। ਤ੍ਰੈ ਲੋਕ ਅਪਰੰਪਰ ਹੋ ਕੇ ਕਰਤੇ ਪੁਰਖ ਦੇ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਕਰਤੇ ਪੁਰਖ ਦੇ ਸਰੂਪ ਵਿੱਚ ਲੀਨ ਹੋਇਆਂ ਕਰਤਾ ਰੂਪ ਹੀ ਹੋ ਜਾਂਦਾ ਹੈ ਅਤੇ ਮਨ ਇੰਦਰੀਆਂ ਦੀ ਅਧੀਨਤਾ ਤੋਂ ਆਜ਼ਾਦ ਹੋ ਕੇ ਗੁਰਗਮ ਗਿਆਨ ਵਿਗਾਸ ਪਦ ਵਿੱਚ ਹੀ ਉਸ ਦਾ ਨਿਵਾਸ ਰਹਿੰਦਾ ਹੈ। ਇਸ ਗੁਰਗਮ ਗਿਆਨ ਵਿਗਾਸ ਵਿਹੂਣਾ ਹਰ ਕੋਈ ਮਨ ਦੇ ਸੁਭਾਅ ਮਗਰ ਹੀ ਲੱਗਦਾ ਹੈ। ਗੁਰਮਤ ਗਿਆਨ ਪ੍ਰਚੰਡ ਵਿਗਾਸ ਵਾਲੇ ਤਬਕੇ ਵਿੱਚ ਨਿਵਾਸ ਰੱਖਣ ਵਾਲਾ ਗੁਰਮੁਖ ਨਹਿ ਕਰਮ ਕਰਮੀਸ਼ਰ ਜੋਗੀ ਸਭ ਕਰਮਾਂ ਤੋਂ ਅਤੀਤ ਨਾਮ ਨਾਮੀਸ਼ਰੀ ਅਨਨ ਭਗਤੀਸ਼ਰ ਹੀ ਬਣਿਆ ਰਹਿੰਦਾ ਹੈ। ਨਾਮੀ ਈਸ਼ਵਰ ਪਰਮਾਤਮਾ ਦੇ ਸਰੂਪ ਵਿਖੇ ਸਮਾਏ ਕੇ ਵੀ ਵਾਹਿਗੁਰੂ ਦੇ ਨਿਕਟ ਨਿਕਟੀਸ਼ਰ ਸੱਚਖੰਡ ਵਾਸੀਸ਼ਰ ਹੋਏ ਕੇ ਵੀ ਵਾਹਿਗੁਰੂ ਭਗਤੀ ਦੀ ਅਨੰਤਤਾ ਦਾ ਆਨੰਦ ਮਾਣਦਾ ਹੈ। ਇਸ ਪੁੱਗੇ ਹੋਏ ਅਨਨ ਭਗਤ ਗੁਰਮੁਖ ਜੀਵਨ ਮੁਕਤ ਪੁਰਖ ਨੂੰ ਆਨਮਤ ਕਰਮਾਂ ਦੇ ਕਰਨ ਦੀ ਉੱਕੀ ਹੀ ਲੋੜ ਨਹੀਂ ਰਹਿੰਦੀ। ਗੁਰਮਤ ਗਿਆਨ ਗਮੀਸ਼ਰ ਜਿਸ ਦੀ ਗਮਤਾ ਪ੍ਰਚੰਡ ਗਿਆਨ ਖੰਡ ਵਾਲੀ ਹੋ ਗਈ ਹੋਵੇ ਨੂੰ ਜਦੋਂ ਪਰਮਾਤਮਾ ਜੋਤੀਸ਼ ਦਾ ਪ੍ਰਚੰਡ ਦਰਸ਼ਨੀ ਗਿਆਨ ਵਾਲਾ ਸਾਖਸ਼ਾਤਕਾਰ ਹੋ ਜਾਂਦਾ ਹੈ ਤਾਂ ਸਭ ਕਰਮਾਂ ਤੋਂ ਨਹਿਕਰਮੀ ਹੋ ਜਾਂਦਾ ਹੈ। ਗਿਆਨ ਖੜਗ ਖੰਡੇ ਵਾਲੀ ਜੋਤ ਪ੍ਰਚੰਡ ਨਹਿਕਾਮ ਭਗਤੀ ਸਹਿਜ ਸਨਮੁਖ ਵਾਹਿਗੁਰੂ ਦਰਸ਼ਨ ਦੇ ਬਿਸਮਾਦ ਪਰਮ ਅਦਭੁਤ ਬਿਸਮਾਦ ਵਿੱਚ ਬਿਸਮ ਰਸ ਹਰਣਤ ਝਰਣਤ ਰਹਿੰਦੀ ਹੈ। ਉਦਮ ਧਾਰ ਕੇ ਯਤਨਾ ਸਹਿਤ ਕੀਤੀ ਯਤਨ ਪੂਰਤ ਭਗਤੀ ਵਾਲੇ ਸਾਧਨ ਸੰਪੰਨ ਕਰਮਾਂ ਦਾ ਨਾਸ਼ ਹੋ ਜਾਂਦਾ ਹੈ, ਪਰੰਤੂ ਗਿਆਨ ਬਿਸਮਾਦਨੀ ਸਨਮੁਖ ਦਰਸ਼ਨ ਵਾਲੀ ਵਾਹ ਵਾਹ ਸਿਫਤ ਸਲਾਹ ਵਾਲੀ ਸਹਿਜ ਲਿਵਤਾਰ ਭਗਤੀ ਜਾਰੀ ਰਹਿੰਦੀ ਹੈ। ਸੱਚਖੰਡ ਵਾਸੀ ਰੂਹਾਂ ਦਾ ਨਜ਼ਾਰਾ। ਨਾਮ ਨਹਿਕਾਮ ਦੇ ਸੰਗ ਸਾਥ ਜਲ ਇਸ਼ਨਾਨ ਜਾਗਰਤੀ ਕਰਮ ਸੁਕਰਮਾਂ ਦੇ ਕਰਨ ਦੀ ਜੋ ਸਰੀਰ ਦੇ ਹੁੰਦਿਆਂ ਲੋੜ ਰਹਿੰਦੀ ਸੀ, ਗੁਰਪੁਰੀ ਸੱਚਖੰਡ ਵਿੱਚ ਸਮਾਇਆ ਫਿਰ ਇਹ ਸਰੀਰ ਸੰਬੰਧਨੀ ਕਰਮਾਂ ਸੁਕਰਮਾਂ ਦੀ ਲੋੜ ਸੁਤੇ ਹੀ ਮੁੱਕ ਜਾਂਦੀ ਹੈ। ਪਰ ਆਤਮ ਪ੍ਰਫੁੱਲਨੀ ਬਿਸਮ ਬਿਨੋਦ ਪਰਮਾਤਮ ਪ੍ਰੇਮਾ ਭਗਤੀ ਦਾ ਅਭਾਵ ਕਦੇ ਨਹੀਂ ਹੁੰਦਾ, ਕਿਉਂਕਿ ਸੱਚੜਾ ਗਿਆਨ ਵਿਗਾਸ ਹੈ ਜੋ ਸੱਚਖੰਡ ਪੁੱਜੇ ਸੱਚਖੰਡ ਸਮਾਏ ਭਗਤ ਜਨਾਂ ਦੀਆਂ ਰੂਹਾਂ ਦਾ ਆਤਮ ਆਹਾਰ ਹੈ। ਸੱਚਖੰਡ ਵਿੱਚ ਪਰਮਾਤਮਾ ਜੋਤੀਸ਼ ਸੰਗ ਜੋਤ ਕਰਕੇ ਇਕਮਿਕ ਓਤ-ਪੋਤ ਹੋਈਆਂ ਰੂਹਾਂ ਦੀ ਆਭਾ ਪਰਮਾਤਮ ਦਰਸ਼ਨਾਵੀ ਪ੍ਰਭਾ ਵਿੱਚ ਨਿਰਾਲੀ ਹੀ ਜੋਤ ਜਲਵਾਨੀ ਡਲਕੇ ਮਾਰਦੀ ਰਹਿੰਦੀ ਹੈ। ਤਿੰਨਾਂ ਦੀਆਂ ਵਾਹਿਗੁਰੂ ਦਰਸ਼ਨ ਨਿਰਖਾਨੀਆਂ ਲਖਾਰਨੀਆਂ ਸੂਰਤ ਪ੍ਰਿਮਨੀ ਲਿਵਾਂ ਅਗਾਧ ਪ੍ਰੇਮ ਭਗਤੀ ਦੇ ਸੁਤੇ ਵਿਗਾਸੀ ਆਤਮ ਮੰਡਲੀ ਪਰਮਾਤਮ ਜੋਤ ਅਖੰਡਲੀ ਪੁਲਾੜ ਵਿੱਚ ਸੁਤੇ ਹੀ ਖਿੜੀਆਂ ਰਹਿੰਦੀਆਂ ਹਨ। ਨਿਰਾਲ ਨਿਰਾਲੇ ਬਿਸਮਾਲ ਬਿਸਮਾਲੇ ਦਿਵ ਵਿਗਾਸ ਵਿੱਚ ਵਿਗਸੀਆਂ ਨਿਰਾਲੀਆਂ ਨਿਰਾਲੀਆਂ ਅਕਾਲੀ ਕਾਲ ਰਹਿਤ ਮੂਰਤੀਆਂ ਵਿੱਚ ਮੂਰਤੀਮਾਨ ਰਹਿੰਦੀਆਂ ਹਨ, ਪਰੰਤੂ ਅਕਾਲ ਪੁਰਖ ਦੀ ਜੋਤ ਜੀ ਆਇਨੇ ਜੋਤ ਜਗਮਗੀ ਸਰ ਚਸ਼ਮੇ ਨਾਲ ਸਦਾ ਜੁੜਮੰਤ ਰਹਿੰਦੀਆਂ ਹਨ। ਪਰਮਾਤਮਾ ਜੋਤੀਸ਼ ਅਤੇ ਆਤਮ ਜੋਤੀਆਂ ਦਾ ਇੱਕ ਮਿਕਤਾ ਵਾਲਾ ਨੂਰ ਜੁੜਮੰਤ ਜ਼ਹੂਰ ਵੀ ਨਿਰਾਲਾ ਨੂਰ ਡਲਕਾ ਮਾਰਦਾ ਰਹਿੰਦਾ ਹੈ। ਜੋਤੀਸ਼ ਸੰਗ ਜੁੜੀਆਂ ਜੋਤ ਆਤਮਾਵੀ ਜੋਤਾਂ ਵੀ ਨਿਰਾਲੀਆਂ ਹੀ ਜਗਦੀਆਂ ਦਗਦੀਆਂ ਰਹਿੰਦੀਆਂ ਹਨ। ਇਨ੍ਹਾਂ ਜੋਤ ਜੁੜਮੀਆਂ ਆਤਮਾਵਾਂ ਰੂਹਾਂ ਦੇ ਜੋਤ ਲਤੀਫੀ ਦਿਵ ਵਜੂਦ ਵੀ ਨਿਰਾਲੇ ਨਿਰਾਲੇ ਹੀ ਆਭਾ ਮਾਰਦੇ ਹਨ।
ਨਿਰਾਲੀਆਂ ਦਿਵ ਜੋਤ ਡਲਕਾਂ ਮਾਰਦੇ ਹਨ ਅਤੇ ਜੋਤ ਕਿਰਨੀ ਛਲਕ ਛਲਕਾਰਦੇ ਹਨ। ਛਲਕਾਂ ਭਗਤ ਲਿਵ ਲਰਕਾਂ ਦੇ ਉਛਾਲੇ ਹੁੰਦੇ ਹਨ, ਜੋ ਨਿਰਾਲੇ ਨਿਰਾਲੇ ਹੀ ਦਿਵ ਦੀਦਾਰਿਆਂ ਵਿੱਚ ਨੂਰ ਜ਼ਹੂਰਤ ਰਹਿੰਦੇ ਹਨ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹ ਕਰਮਹ ਨਾਸ। ਉੱਪਰਲੇ ਗੁਰਪਰਮਾਣ ਦੀ ਦੁਪੰਕਤੀ ਦੀ ਭਾਵ ਘਟਨਾ ਵਿਸ਼ੇਸ਼ ਕਰਕੇ ਆਨਮਤ ਕਰਮਾਂ ਪਰਥਾਏ ਹੀ ਘਟਦੀ ਹੈ ਕਿ ਜਿਸ ਪ੍ਰਕਾਰ ਸਾਰੀ ਬਨਸਪਤੀ ਫਲ ਕਾਰਨ ਹੀ ਫੁੱਲਦੀ ਹੈ ਅਤੇ ਫਲ ਲੱਗੇ ਤੋਂ ਫੂਲ ਬਿਲਾਏ ਜਾਂਦਾ ਹੈ, ਇਸੇ ਪ੍ਰਕਾਰ ਪਰਮਾਤਮ ਗਿਆਨ ਪ੍ਰਾਪਤੀ ਦੇ ਕਾਰਨ ਹੀ ਸਾਰੀ ਲੁਕਾਈ ਨਾਨਾ ਪ੍ਰਕਾਰ ਦੇ ਕਰਮ ਕਰਦੀ ਹੈ। ਪਰ ਨਾਨਾਮਤੀ ਕਰਮਾਂ ਦੇ ਕਰਨ ਕਰ ਐਵੇਂ ਅਨੁਮਾਨ ਮਾਤਰੀ ਚੁੰਚ ਗਿਆਨ ਹੀ ਪ੍ਰਾਪਤ ਹੁੰਦਾ ਹੈ ਅਤੇ ਚੁੰਚ ਗਿਆਨੀ ਲੋਕ ਐਵੇਂ ਅਨੁਮਾਨਕ ਆਖਣੀ ਹੀ ਆਖ ਛੱਡਦੇ ਹਨ ਕਿ ਸਾਡੇ ਕਰਮਾਂ ਦਾ ਨਾਸ ਹੋ ਗਿਆ, ਹਾਲਾਂਕਿ ਆਨਮਤ ਕਰਮ ਵਾਸਤਵ ਵਿੱਚ ਹੀ ਵਿਨਾਸ਼ ਰੂਪ ਹਨ। ਇਨ੍ਹਾਂ ਸੁਤੇ ਵਿਨਾਸ਼ਨੀ ਕਰਮਾਂ ਦਾ ਨਾਸ ਹੋਣਾ ਜਾਂ ਨਾ ਨਾਸ ਹੋਣਾ ਇੱਕ ਬਰਾਬਰ ਹੀ ਹੈ। ਉਕਤ ਕਰਮ ਕੀਤੇ ਨਾ ਕੀਤੇ ਇੱਕੋ ਜਿਹੇ ਹੀ ਹਨ, ਕਿਉਂਕਿ ਤਿਨਾਂ ਦੇ ਕਰਿਆਂ ਤਤ ਪ੍ਰਚੰਡ ਗਿਆਨ ਤਾਂ ਪ੍ਰਾਪਤ ਹੁੰਦਾ ਹੀ ਨਹੀਂ। ਤਤ ਪ੍ਰਚੰਡਨੀ ਗੁਰਮਤ ਗਿਆਨ ਹੀ ਪ੍ਰਾਪਤ ਹੋਣ ਯੋਗ ਸੱਚਾ ਗਿਆਨ ਹੈ, ਸੋ ਪ੍ਰਾਪਤ ਹੁੰਦਾ ਹੈ ਗੁਰਮਤ ਨਾਮ ਅਭਿਆਸ ਦੀ ਕਮਾਈ ਰੂਪੀ ਕਰਮ ਕੀਤਿਆਂ। ਇਹ ਗੁਰਮਤ ਨਾਮ ਅਭਿਆਸ ਕਮਾਈ ਰੂਪੀ ਸਿਫਤ ਸਲਾਹੀ ਕਰਮ ਐਸਾ ਕਰਮ ਨਹੀਂ ਜੋ ਕਦੇ ਵੀ ਵਿਨਾਸ਼ ਹੋਵੇ। ਗੁਰਮਤ ਅੰਦਰ ਨਾਮ ਪ੍ਰਕਾਸ਼ ਰੂਪੀ ਗਿਆਨ ਨਾਮ ਅਭਿਆਸ ਸੁਕਰਮਨੇ ਕਰਮ ਕਰ ਹੀ ਪ੍ਰਾਪਤ ਹੁੰਦਾ ਹੈ। ਸੋ ਇਸ ਨਾਮ ਅਭਿਆਸ ਰੂਪੀ ਗਿਆਨ ਸਰੂਪੇ ਕਰਮ ਦਾ ਕਦੇ ਵਿਨਾਸ਼ ਨਹੀਂ। ਹਾਂ, ਨਾਮ ਦੇ ਸਾਧਨ ਸੰਪੰਨ ਸਹਾਈ ਕਰਮ ਇਸ਼ਨਾਨ ਦਾਨ ਆਦਿਕ ਗੁਰਮਤ ਕਰਮਾਂ ਦਾ ਅਭਾਵ ਤਾਂ ਹੋ ਜਾਂਦਾ ਹੈ, ਸੋ ਵੀ ਸਰੀਰ ਤਿਆਗੇ ਪਿੱਛੋਂ ਜਿਉਂਦੇ ਜੀ ਗਿਆਨ ਪ੍ਰਕਾਸ਼ ਹੋਇਆਂ ਨਾਮ ਅਭਿਆਸ ਸੰਬੰਧਨੀ ਸਾਧਨ ਸੰਪੰਨ ਕਰਮਾਂ ਦਾ ਸਹਿਜ ਕਿਰਿਆਵੀ ਅਭਿਆਸ ਜਾਰੀ ਹੀ ਰਹਿੰਦਾ ਹੈ। ਛੋਛੇ ਗਿਆਨ ਵਿਚਾਰੀ ਤਿਨਕੇ ਮਾਤਰ ਨਾਮ ਰਸ ਆਏ ਤੋਂ ਹੀ ਸਮਝ ਬੈਠਦੇ ਹਨ ਕਿ ਗਿਆਨ ਪ੍ਰਾਪਤ ਹੋ ਗਿਆ ਹੈ, ਤਾਂ ਤੇ ਉਹ ਇਸੇ ਨਿਗਾਸ ਤੇ ਹੋਛੇ ਨਿਗਾਸ ਕਰਕੇ ਗੁਰਬਾਣੀ ਹਰ ਕੀਰਤਨ ਅਭਿਆਸ ਵੀ ਛੱਡ ਬੈਂਦੇ ਹਨ। ਇਸ਼ਨਾਨ ਆਦਿਕ ਰਹਿਤ ਰਹਿਣੀ ਦੀ ਕਿਰਿਆ ਵੀ ਤਿਆਗ ਬੈਂਦੇ ਹਨ, ਸਿਰਫ ਇਹ ਸਿੱਧ ਕਰਨ ਲਈ ਕਿ ਸਾਨੂੰ ਗਿਆਨ ਹੋਇਆ ਹੈ। ਕਈ ਹੋਛੇ ਮਤੀਏ ਕੇਸਾਂ ਨੂੰ ਵੀ ਤਿਲਾਂਜਲੀ ਦੇ ਦਿੰਦੇ ਹਨ ਅਤੇ ਮਿਣ ਮਿੱਥ ਕੇ ਜਾਣ ਬੁੱਝ ਕੇ ਮਨੋ ਮਨੀ ਗੁਰੂ ਕੀਆਂ ਬਖਸ਼ੀਆਂ ਰਹਿਤ ਰਹਿਣੀਆਂ ਨੂੰ ਵੀ ਤਿਲਾਂਜਲੀ ਦੇ ਦਿੰਦੇ ਹਨ। ਪਰ ਯਾਦ ਰਹੇ ਕਿ ਅਜਿਹੇ ਹੋਛੇ ਮਤੀਆਂ ਨੂੰ ਗੁਰੂ ਕੀ ਰਹਿਤ ਰਹਿਣੀ ਨਾ ਰੱਖਣ ਕਰ ਫੇਰ ਜਨਮ ਧਾਰਨਾ ਪਵੇਗਾ। ਤਤ ਕਲਿਆਣ ਉਦੋਂ ਹੋਵੇਗੀ ਜਦੋਂ ਗੁਰੂ ਕੀ ਰਹਿਤ ਰਹਿਣੀ ਵਾਲੇ ਹੁਕਮ ਕਮਾਵਣ ਵਿੱਚ ਪੂਰੇ ਉਤਰਨਗੇ। ਪੂਰੀ ਤਿਨਾਂ ਦੀ ਪਵੇਗੀ ਜੋ ਗੁਰੂ ਹੁਕਮੀ ਕਰਮ ਕਮਾਵਣਗੇ ਅਤੇ ਤੋੜ ਅੰਤਲੇ ਸਵਾਸ ਤਾਈਂ ਕਮਾਉਂਦੇ ਰਹਿਣਗੇ। ਜਿਨ੍ਹਾਂ ਦੀ ਗੁਰਸਿੱਖੀ ਗੁਰੂ ਬਖਸ਼ੇ ਸਿਦਕ ਭਰੋਸੇ ਵਾਲੀ ਸਿੱਖੀ ਕੇਸੀ ਸਵਾਸੀ ਪੂਰੀ ਨਿਭ ਜਾਏਗੀ। ਗੁਰੂ ਕੀ ਰਹਿਤ ਰਹਿਣੀ ਨੂੰ ਜੋ ਪੁਰਸ਼ ਕਰਮ ਬੰਧਨੀ ਅਡੰਬਰ ਸਮਝ ਕੇ ਤਿਆਗ ਦਿੰਦੇ ਹਨ, ਉਹ ਗੁਰੂ ਦਰਗਾਹੋਂ ਹੀ ਤਿਆਗੇ ਜਾਂਦੇ ਹਨ। ਸ੍ਰੀ ਗੁਰੂ ਦਸ਼ਮੇਸ਼ ਜੀ ਦਾ ਸਨਦਬੱਧ ਰਹਿਤ ਬਹਿਤ ਦੇ ਵੇਸ ਸੰਯੁਕਤ ਹੋ ਕੇ ਅਕਾਲ ਚਲਾਣਾ ਕਰਨਾ ਅਤੇ ਜੋਤੀ ਜੋਤ ਸਮਾਉਣਾ ਸਾਨੂੰ ਇਹ ਗੁਰਸਿੱਖਿਆਮਈ ਸੱਚਾ ਸਬਕ ਦਿੰਦਾ ਹੈ ਕਿ ਗੁਰੂ ਦਾ ਸਿੱਖ ਅੰਤ ਸਮੇਂ ਤਾਈਂ ਗੁਰੂ ਦੀ ਰਹਿਤ ਨਿਭਾਵੇ। ਮਿਣ ਮਿੱਥ ਕੇ ਗੁਰੂ ਦੱਸੀ ਰਹਿਤ ਬਹਿਤ ਦਾ ਤਿਆਗ ਕਰਨ ਵਾਲੇ ਅਹੰਗਮਤੀਏ ਨੂੰ ਨਾਮ ਅਭਿਆਸ ਦਾ ਵੀ ਉਹ ਹੁਲਾਸ ਹੁਲਾਰਾ ਨਹੀਂ ਰਹਿੰਦਾ ਜੋ ਰਹਿਤ ਰਹਿਣੀ ਰੱਖਣ ਵੇਲੇ ਤੇ ਗੁਰਮਤ ਕਰਮ ਕਮਾਇਆ ਹੁੰਦਾ ਸੀ। ਤਤ ਨਹਿ ਕਰਮੀ ਕਰਮ ਕਮਾਵਣ ਹਾਰਾ, ਨਿਰਬਾਣੀ ਨਹਿ ਕੇਵਲ ਪਦ ਦੀ ਪ੍ਰਾਪਤੀ ਵਾਲਾ, ਉਹੀ ਸਾਰ ਸੁਕਰਮਣੀ ਗੁਰਮੁਖ ਹੀ ਹੈ। ਜੈਸੇ ਸਿਆਣੀ ਤ੍ਰੀਮਤ ਦੁੱਧੋਂ ਬਣੇ ਦਹੀਂ ਨੂੰ ਸੰਵਾਰ ਰਿੜਕਦੀ ਹੈ ਅਤੇ ਰਿੜਕ ਰਿੜਕ ਕੇ ਘਿਓ ਮੱਖਣ ਕੱਢਦੀ ਹੈ, ਐਸੇ ਪ੍ਰਕਾਰ ਜੀਵਨ ਮੁਕਤ ਗੁਰਮੁਖ ਜਨ ਸਦਾ ਨਾਮ ਦਾ ਬਿਲੋਵਨਾ ਬਿਲੋਮਦੇ ਹਨ ਅਤੇ ਸਹਿਜ ਸੁਭਾਏ ਬਿਲੋਮਦੇ ਹਨ। ਇਉਂ ਬਿਲੋਵਨਾ ਬਿਲੋਮਦੇ ਬਿਲੋਮਦੇ ਪ੍ਰਕਾਸ਼ ਸਰੂਪ ਜੋਤ ਚਗੰਨੇ ਨਾਮ ਦਾ ਤੱਤ ਨਿਕਸ ਆਉਂਦਾ ਹੈ।
हर का बिलोवना, बिलोवो मेरे भाई, सहज बिलोवो जैसे तत न जाई। ਸਹਿਜ ਬਿਲੋਵੋ ਤੋਂ ਭਾਵ ਸੁਰਤੀ ਬਿਰਤੀ ਲਗਾ ਕੇ ਨਾਮ ਅਭਿਆਸ ਦਾ ਸਵਾਸ ਖੰਡਾ ਖੜਕਾਉਣ ਤੋਂ ਹੈ। ਤਤ ਜੋਤ ਦਾ ਪ੍ਰਕਾਸ਼ ਹੋਏ ਪਿੱਛੋਂ ਵੀ ਉੱਤਮ ਜੀਵਨ ਮੁਕਤ ਭਗਤ ਜਨ ਨਾਮ ਬਿਲੋਵਦੇ ਹੀ ਰਹਿੰਦੇ ਹਨ, ਨਾਮ ਅਭਿਆਸ ਦਾ ਖੰਡਾ ਖੜਕਾਉਂਦੇ ਹੀ ਰਹਿੰਦੇ ਹਨ। ਜਿਉਂ-ਜਿਉਂ ਨਾਮ ਅਭਿਆਸੀ ਖੰਡਾ ਖੜਕਾਉਂਦੇ ਹਨ, ਬਿਲੋਵਨਾ ਬਿਲੋਵਦੇ ਹਨ, ਤਿਉਂ-ਤਿਉਂ ਜੋਤ ਪ੍ਰਕਾਸ਼ੀ ਤੱਤ ਹੋਰ ਵਧੇਰਾ ਪ੍ਰਕਾਸ਼ਿਤ ਹੋ ਨਿਕਸਦਾ ਹੈ, ਟੁਲ ਡੁਲ ਪੈਂਦਾ ਹੈ। ਇਸ ਪ੍ਰਕਾਸ਼ ਪ੍ਰਕਾਸ਼ੇ ਦੇ ਟੁਲਾਓ ਦੀ ਥਾਂ ਕੋਈ ਨਹੀਂ, ਨਾ ਹੀ ਅਭਿਆਸ ਕਰਮ ਕਮਾਈ ਦੀ ਕੋਈ ਥਾਂ ਹੈ। ਅਭਿਆਸ ਲਗਾਤਾਰ ਜਾਰੀ ਹੀ ਰਹਿੰਦਾ ਹੈ, ਵਧੇਰੇ ਤੋਂ ਵਧੇਰੇ ਉੱਚ ਉਚੇਰੇ ਆਤਮ ਰੰਗਾਂ ਵਿੱਚ ਜਾਰੀ ਰਹਿੰਦਾ ਹੈ। ਜੋ ਕੁਛ ਹੈ ਸੋ ਇਹ ਨਾਮ ਅਭਿਆਸ ਹੀ ਹੈ। ਇਹ ਅਭਿਆਸ ਆਪੇ ਹੀ ਗਿਆਨ ਹੈ, ਆਪੇ ਗਿਆਨ ਪ੍ਰਚੰਡ ਹੈ, ਆਪ ਹੀ ਧਿਆਨ ਹੈ, ਆਪੇ ਧਿਆਨ ਜੋ ਤੰਡ ਹੈ, ਆਪੇ ਕਲਿਆਣ ਹੈ, ਆਪੇ ਕਲਿਆਣ ਮੁਕੰਦ ਹੈ, ਆਪੇ ਹੀ ਨਿਰਵਾਣ ਹੈ, ਆਪੇ ਹੀ ਨਿਰਵਾਣ ਪਦ ਉਦੰਡ ਹੈ। ਇਸੇ ਨਾਮ ਅਭਿਆਸ ਦੀ ਕਮਾਈ ਕਰੀ ਜਾਣ ਵਾਲੇ, ਕਮਾਈ ਕਰ ਕਰ ਅੰਦਰੋਂ ਅੰਦਰ ਜਰੀ ਜਾਣ ਵਾਲੇ ਜੀਵਨ ਮੁਕਤ ਮਰ ਜੀਵੈ ਮਰੀਆ ਦੀ ਜੁਗਤ ਜਰੀਆ ਪੌੜੀ ਨੂੰ ਲੰਘ ਕੇ ਅਗਾਹਾਂ ਹੀ ਅਗਾਹਾਂ ਤੁਰੇ ਜਾਂਦੇ ਹਨ ਅਤੇ ਨਿਰਵਾਣ ਕਰਮ ਸੁਕਰਮ ਅਭਿਆਸ ਕਮਾਈ ਉਹਨਾਂ ਤੋਂ ਛੁੱਟਦੀ ਨਹੀਂ। ਇਹੀ ਜੀਵਨੇ ਦਾ ਮੂਲ, ਇਹੀ ਆਧਾਰ ਹੈ, ਇਹੀ ਭਗਤੀ ਭੰਡਾਰ ਹੈ। ਤਾਂ ਤੇ ਗੁਰਮਤਿ ਨਾਮ ਅਭਿਆਸੀਆਂ ਦਾ ਨਿਰਵਾਣ ਪਦ ਨਿਰਾਲਾ, ਸਹਿਜ ਵਿਚਛਣੀ ਵਿਲੱਖਣਤਾ ਵਾਲਾ ਹੈ। ਤਾਂ ਤੇ ਨਾਮ ਅਭਿਆਸ ਕਰ ਕਰ ਤਤ ਵਿਰੋਲਣ ਵਾਲੇ ਗੁਰਮੁਖ ਜਨ ਜੀਵਨ ਮੁਕਤ ਸਦਾ ਨਿਰਵਾਣ ਰਹਿੰਦੇ ਹਨ। ਨਾਮ ਅਭਿਆਸ ਹੀ ਨਿਰਵਾਣ ਪਦ ਪੁੰਗਰੇ ਅਭਿਆਸੀ ਜਨਾਂ ਦਾ ਪਰਮ ਬੈਰਾਗ ਹੈ। ਨਾਮ ਹੀ ਸਹਿਜ ਅਨੁਰਾਗ ਹੈ, ਨਾਮ ਹੀ ਸਦਾ ਸੁਹਾਗ ਹੈ, ਨਾਮ ਹੀ ਭਾਗਾਂ ਸਿਰ ਭਾਗ ਹੈ। ਜੋ ਹਿਰਦੇ ਵਿੱਚ ਐਸੇ ਨਾਮ ਦਾ ਰਿੜਕਣਾ ਨਹੀਂ ਰਿੜਕਦੇ, ਬਿਲੋਵਨਾ ਨਹੀਂ ਬਿਲੋਵਦੇ, ਉਹ ਬੜੇ ਹੀ ਅਭਾਗੇ ਹਨ। ਐਸੇ ਕਥਨ ਕਰਦੇ ਹਨ ਗੁਰੂ ਸੱਚੇ ਪਾਤਸ਼ਾਹ ਅਮਰਦਾਸ ਜੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੈ ਕੋਈ। ਅਖੁੱਟ ਨਾਮ ਧਨ ਹਰ ਤੋਟ ਨਾ ਹੋਈ, ਐਥੈ ਸਦਾ ਸੁਖ ਦਰ ਸ਼ੋਭਾ ਹੋਈ। ਏ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ। ਰਹਾਉ। ਸਤਿਗੁਰ ਸੇਵੈ ਸੇ ਮਹਾਪੁਰਖ ਸੰਸਾਰੇ, ਆਪ ਉਧਰੇ ਕੁਲ ਸਗਲ ਨਿਸਤਾਰੇ। ਹਰ ਕਾ ਨਾਮ ਰੱਖੈ ਉਰਧਾਰੇ, ਨਾਮ ਰਤੇ ਭਉਜਲ ਉਤਰੈ ਪਾਰੇ। ਸਤਿਗੁਰ ਸੇਵੈ ਸਦਾ ਮਨ ਦਾਸਾ, ਹਉਮੈ ਮਾਰ ਕਮਲ ਪਰਗਾਸਾ। ਅਨਹਦ ਵਾਜੈ ਨਿਜ ਘਰ ਵਾਸਾ, ਨਾਮ ਰਤੇ ਘਰ ਮਾਹਿ ਉਦਾਸਾ। ਸਤਿਗੁਰ ਸੇਵੈ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ। ਅਨ ਦਿਨ ਜਪੈ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ। ਵਿਆਖਿਆ। ਗੁਰੂ ਦਰਸਾਈ ਗੁਰਮਤਿ ਲਖਾਈ ਸਿਮਰਨ ਰੂਪੀ ਸੇਵਾ ਘਾਲਣਾ ਚਾਰੇ ਜੁਗਾਂ ਚੌਹਾਂ ਜੁਗਾਂ ਲਈ ਹੀ ਮਨਸੂਬ ਹੈ। ਹੋਰ ਕਰਮਾਂ ਨਾਲੋਂ ਪ੍ਰਧਾਨ ਅਤੇ ਵਿਲੱਖਣ ਕਰਮ ਘਾਲਣਾ ਸੇਵਾ ਗੁਰਮਤਿ ਨਾਮ ਅਭਿਆਸ ਕਮਾਈ ਮਈ ਸੱਚੜੀ ਸੇਵਾ ਘਾਲਣਾ ਹੈ। ਇਸ ਦੀ ਪ੍ਰਧਾਨਤਾ ਪਿਛਲੇ ਯੁੱਗਾਂ ਵਿੱਚ ਹੁੰਦੀ ਆਈ ਹੈ ਅਤੇ ਹੁਣ ਇਸ ਯੁੱਗ ਵਿੱਚ ਵੀ ਗੁਰਮਤਿ ਨਾਮ ਅਭਿਆਸ ਕਰਮ ਹੀ ਪ੍ਰਧਾਨ ਹੈ। ਯੁੱਗਾਂ ਦੇ ਆਉਣ ਵਾਲੇ ਗੇੜ ਵਿੱਚ ਵੀ ਇਸ ਦੀ ਪ੍ਰਧਾਨਤਾ ਰਹੇਗੀ, ਪਰੰਤੂ ਚੌਹਾਂ ਯੁੱਗਾਂ ਵਿੱਚ ਇਸ ਗੁਰਮਤਿ ਨਾਮ ਅਭਿਆਸ ਰੂਪੀ ਕਰਮ ਦੀ ਕਾਰ ਸੇਵਾ ਕਮਾਉਣ ਵਿੱਚ ਕੋਈ ਵਿਰਲਾ ਪੂਰਾ ਸੂਰਾ ਗੁਰਮੁਖ ਜਨ ਹੀ ਪੂਰਾ ਉਤਰਦਾ ਹੈ। ਪਰ ਜਿਸ ਕਿਸੇ ਪੂਰੇ ਸੂਰੇ ਗੁਰਮੁਖ ਜਨ ਨੇ ਇਹ ਕਾਰ ਕਮਾਈ ਹੈ, ਉਸ ਨੂੰ ਇਸ ਕਮਾਈ ਦੀ ਟੋਟ ਕਦੇ ਨਹੀਂ ਆਈ, ਕਿਉਂਕਿ ਨਾਮ ਧਨ ਸਦਾ ਅਖੁੱਟ ਹੈ ਅਤੇ ਨਿਖੁੱਟਦਾ ਕਦੇ ਨਹੀਂ। ਨਾ ਇਸ ਦੀ ਕਮਾਈ ਵਿੱਚ ਕਦੇ ਟੋਟਾ ਆਉਂਦਾ ਹੈ ਅਤੇ ਇਸ ਗੁਰਮਤਿ ਨਾਮ ਦੀ ਕਮਾਈ ਕਰਨ ਨਾਲ ਇੱਥੇ ਇਸ ਲੋਕ ਵਿਖੇ ਸਦੀਵੀ ਸੁਖ ਦੀ ਪ੍ਰਾਪਤੀ ਰਹਿੰਦੀ ਹੈ ਅਤੇ ਅਗਲੇ ਲੋਕ ਪਰਲੌਕਿਕ ਪਾਰ ਬ੍ਰਹਮੀ ਦਰਗਾਹ ਵਿੱਚ ਸੱਚੀ ਸ਼ੋਭਾ ਹੁੰਦੀ ਹੈ।
ਇਹ ਰੰਚਕ ਮਾਤਰ ਭਰਮ ਸੰਦੇਹ ਵਾਲੀ ਗੱਲ ਨਹੀਂ, ਬਲਕਿ ਯਕੀਨੀ ਗੱਲ 16 ਆਨੇ ਸੱਚ ਹੈ ਕਿ ਗੁਰੂਦੁਆਰੇ ਗੁਰ ਦੀਖਿਆ ਲੈ ਕੇ ਜਿਸ ਗੁਰਮੁਖ ਜਨ ਨੇ ਗੁਰਮਤ ਨਾਮ ਅਭਿਆਸ ਰੂਪੀ ਅਭਿਆਸ ਕਮਾਈ ਸੇਵਾ ਕੀਤੀ ਹੈ, ਉਸਨੇ ਅੰਮ੍ਰਿਤ ਰਸ ਦੇ ਕਟਾਕ ਪੀਤੇ ਹਨ। ਰਹਾਓ, ਜੋ ਗੁਰਮੁਖ ਜਨ ਇਸ ਅਮਰਾ ਪਦ ਵਾਲੀ ਗੁਰੂ ਦਰਸਾਈ ਗੁਰੂ ਦੜਾਈ ਗੁਰਮਤ ਸੇਵਾ ਕਮਾਈ ਕਰਦੇ ਹਨ, ਉਹੀ ਜਨ ਸੰਸਾਰ ਭਰ ਵਿੱਚੋਂ ਚੁਣ ਕੱਢੇ ਲੱਧੋ ਵਾਰੇ ਮਹਾਂਪੁਰਖ ਹਨ। ਹੋਰ ਐਵੇਂ ਕਹਿਣ ਕਹਾਉਣ ਵਾਲੇ ਧੀਂਗੋ ਜ਼ੋਰੀ ਦੇ ਬਣਾਏ ਹੋਏ ਜਾਂ ਆਪੇ ਬਣ ਬੈਠੇ ਮਹਾਤਮਾ ਹਨ। ਸਭ ਤੋਂ ਵੱਡਾ ਮਰਾਤਬਾ ਇਸ ਸੰਸਾਰ ਅੰਦਰ ਸਤਿਗੁਰੂ ਦਾ ਹੈ। ਉਦੋਂ ਉਤਰ ਕੇ ਤਿੰਨਾਂ ਮਹਾਂਪੁਰਸ਼ਾਂ ਦਾ ਹੀ ਮਾਨਨੀਕ ਮਰਾਤਬਾ ਹੈ, ਜਿਨ੍ਹਾਂ ਗੁਰਮੁਖ ਜਨਾਂ ਨੇ ਅਥਾਹ ਗੁਰਮਤ ਨਾਮ ਕਮਾਈਆਂ ਕਰਕੇ ਅੰਮ੍ਰਿਤ ਰਸ ਪੀਤਾ ਹੈ। ਸੱਚਾ ਕਲਿਆਣਮਈ ਉਧਾਰ ਤਿੰਨਾਂ ਗੁਰਮੁਖ ਮਹਾਂਪੁਰਖਾਂ ਦਾ ਹੀ ਹੋਇਆ ਹੈ। ਤਿੰਨਾਂ ਦਾ ਉਧਾਰ ਤਾਂ ਹੋਣਾ ਹੀ ਸੀ, ਤਿੰਨਾਂ ਦੀਆਂ ਸਗਲੀਆਂ ਕੁਲਾਂ ਦਾ ਵੀ ਨਿਸਤਾਰਾ ਹੋ ਗਿਆ ਹੈ। ਉਹ ਮਹਾਂਪੁਰਸ਼ ਨਿਰੇ ਮਿੱਟੀ ਦੇ ਮਟੁੰਨ ਨਿਜ ਪੂਜਾ ਪ੍ਰਤਿਸ਼ਠਾ ਕਰਾਉਣ ਵਾਲੇ ਕਰਮਕਾਂਡੀ ਮਹਾਤਮਾ ਮਹੰਤ ਬਣ ਕੇ ਨਹੀਂ ਬਹਿੰਦੇ, ਬਲਕਿ ਉਹ ਸਦਾ ਸਦਾ ਨਾਮ ਅਭਿਆਸ ਕਮਾਈ ਰੂਪੀ ਨਹਿ ਕਰਮ ਨੂੰ ਕਰੀ ਹੀ ਜਾਂਦੇ ਹਨ। ਵੇਲੇ ਕਦੇ ਨਹੀਂ ਬਹਿੰਦੇ, ਹਰ ਦਮ ਵਾਹਿਗੁਰੂ ਨਾਮ ਨੂੰ ਉਰਧਾਰੀ ਰੱਖਦੇ ਹਨ। ਹਿਰਦੇ ਅੰਦਰ ਧਾਰ ਕੇ ਵਸਾ ਕੇ ਸਵਾਸ ਹਿਰਦਾਂਤਰੀ ਅਭਿਆਸ ਵਿੱਚ ਜੁਟੇ ਰਹਿੰਦੇ ਹਨ। ਇਉਂ ਨਾਮ ਰੰਗਾਂ ਵਿੱਚ ਰੰਗੀਜੇ ਹੋਏ ਰੱਤੇ ਹੋਏ ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦੇ ਹਨ। ਜਗਤ ਪ੍ਰਸਿੱਧ ਪੋਲੀਟੀਕਲ ਮਹਾਤਮਾ ਚਾਹੇ ਕਿਤਨੇ ਵੱਡੇ ਮਹਾਤਮਾ ਕਿਉਂ ਨਾ ਸਦਾਉਣ, ਨਾਮ ਰੰਗਾਂ ਤੋਂ ਸੂਨ ਹੋਣ ਕਰਕੇ ਮੁੜ 84 ਦੇ ਗੇੜ ਵਿੱਚ ਪੈਣਗੇ। ਉਹਨਾਂ ਦਾ ਨਿਸਤਾਰਾ ਭਵਜਲੋਂ ਪਾਰ ਉਤਾਰਾ ਕਦੇ ਨਹੀਂ ਹੋਵੇਗਾ। ਜਦ ਤਾਈਂ ਸੱਚੇ ਸਤਿਗੁਰੂ ਗੁਰੂ ਨਾਨਕ ਦੀ ਸ਼ਰਨੀ ਪੈ ਕੇ ਗੁਰੂਦੁਆਰਿਓਂ ਗੁਰੂ ਨਾਨਕ ਦੇ ਦੁਆਰਿਓਂ ਅੰਮ੍ਰਿਤ ਛਕ ਕੇ ਅਤੇ ਗੁਰ ਦੀਖਿਆ ਗੁਰਮੰਤਰ ਗੁਰਮਤ ਨਾਮ ਜਪ ਕੇ ਅੰਮ੍ਰਿਤ ਰਸ ਪ੍ਰਾਪਤਨੀਆਂ ਅਭਿਆਸ ਕਮਾਈਆਂ ਨਹੀਂ ਕਰਨਗੇ। ਐਸੀ ਸਤਿਗੁਰੂ ਸੇਵਾ, ਸਤਿਗੁਰੂ ਦਰਸਾਈ ਸੇਵਾ, ਨਾਮ ਕਮਾਈ ਕਰਨ ਹਾਰੇ ਆਪਣੇ ਆਪ ਨੂੰ ਜਣਾਉਣਗੇ ਨਹੀਂ, ਆਪੋਂ ਕੁਝ ਬਣ ਨਹੀਂ ਬੈਠਣਗੇ। ਬਣ ਬੈਠਣ ਦਾ ਤਿਨਾਂ ਨੂੰ ਫਿਕਰ ਹੀ ਨਹੀਂ ਰਹੇਗਾ, ਬਲਕਿ ਸਦਾ ਹੀ ਮਨ ਬਚਨ ਕਰਮ ਕਰਕੇ ਉਹ ਸਾਰਿਆਂ ਦੇ ਦਾਸ ਸੇਵਕ ਬਣੇ ਰਹਿਣਗੇ। ਤਿਨਾਂ ਦੀ ਹਉਮੈ ਦਾ ਉੱਕਾ ਹੀ ਅਭਾਵ ਹੋ ਜਾਵੇਗਾ। ਇਉਂ ਕੀਤੀ ਉਹਨਾਂ ਦੀ ਨਿਰਮਾਣ ਨਾਮ ਅਭਿਆਸ ਕਮਾਈ ਇਹ ਫਲ ਲਿਆਵੇਗੀ ਕਿ ਹਿਰਦਾ ਕਮਲ ਨਾਮ ਅਭਿਆਸ ਦੀ ਪਾਰਸ ਕਲਾ ਦੁਆਰਾ ਖਿੜ ਕੇ ਜੋਤ ਰਸ ਵਿਗਾਸ ਦੇ ਉਜਿਆਰੇ ਚਾਨਣੇ ਨਾਲ ਪ੍ਰਕਾਸ਼ਿਤ ਹੋ ਕੇ ਨੂਰੋ ਨੂਰ ਹੋ ਜਾਵੇਗਾ। ਅੰਮ੍ਰਿਤ ਰਸ ਰਸਾਇਣੀ ਡਲਕ ਡਲਕੂਰ ਨਾਲ ਭਰਪੂਰ ਹੋ ਜਾਏਗਾ ਅਤੇ ਅਮੀ ਡਲ ਕਰਨੀ ਔਖ ਦੀ ਪੁੰਜ ਮਖਮੂਰ ਰਹੇਗਾ। ਇਹੋ ਹੀ ਨਹੀਂ, ਤਿੰਨਾਂ ਰਿੱਧ ਕਮਲ ਪ੍ਰਗਾਸੀਆਂ ਦਾ ਨਿਜ ਘਰ 10ਵੇਂ ਦੁਆਰ ਵਿਖੇ ਸਦੀਵੀ ਵਾਸਾ ਹੋ ਜਾਵੇਗਾ, ਜਿੱਥੇ ਅਖੰਡ ਕੀਰਤਨ ਅਨਹਦ ਅਖਾੜੇ ਖੁੱਲ੍ਹ ਜਾਣਗੇ। ਸਭ ਤੋਂ ਵਾਧੇ ਦੀ ਗੱਲ ਇਹ ਹੈ ਕਿ ਅਜਿਹੇ ਜੀਵਨ ਮੁਕਤ ਨਾਮ ਰਤੜੇ ਗੁਰਮੁਖ ਜਨਾਂ ਦਾ ਗ੍ਰਸਤ ਵਿੱਚ ਰਹਿ ਕੇ ਹੀ ਉੱਪਰ ਵਰਨੀ ਅਪਾਰ ਆਤਮ ਅਵਸਥਾ ਵਾਲਾ ਉਧਾਰ ਹੋਵੇਗਾ। ਤਿਨਾਂ ਨੂੰ ਗ੍ਰਸਤ ਦਾ ਤਿਆਗ ਕਰਨ ਦੀ ਉੱਕੀ ਲੋੜ ਨਹੀਂ। ਸੇਵਡ ਭਾਗੇ ਜਨ ਗ੍ਰਸਤ ਉਦਾਸ ਰਾਜ ਜੋਗ ਮੰਨਣਗੇ, ਮਾਇਆ ਅਤੀਤ ਵੈਰਾਗੀ ਨਹੀਂ ਬਣਨਗੇ। ਅਜਿਹੇ ਅਨਨ ਗੁਰਸਿੱਖ ਸੇਵਕ ਭਗਤ ਜਨਾਂ ਦੀ ਜੁਗ ਜੁਗਾਣੀ ਸੱਚੜੀ ਰਾਸ ਗੁਰਮਤ ਨਾਮ ਨਿਸ਼ਾਨੀ ਉੱਤਮ ਗੁਰਬਾਣੀ ਹੀ ਰਹੇਗੀ, ਜਿਸ ਰਾਸ ਪੂੰਜੀ ਦੀ ਖੇਪ ਵਿਹਾਜ ਕੇ ਉਹ ਦਿਨ ਰਾਤੇ ਵਾਹਿਗੁਰੂ ਨਾਮ ਜਾਪ ਅਭਿਆਸ ਰੰਗਾਂ ਵਿੱਚ ਮਸਤੁਲ ਮਸਤ ਰਹਿਣਗੇ। ਅਜਿਹੇ ਪਰਮ ਪਦ ਪੁਗੜੇ ਨਾਮ ਰਤੁਗੜੇ ਗੁਰਮੁਖ ਜਨ ਹੀ ਨਹਿ ਕੇਵਲ ਨਿਰਬਾਣੀ ਜਨ ਹੀ ਸੁਜਾਣੀ ਹਨ। ਨਾਨਕ ਨਾਮ ਰਤੇ ਨਹਿ ਕੇਵਲ ਨਿਰਬਾਣੀ।